ਵਾਹਿਗੁਰੂ ਸਾਹਿਬ ਜੀਓ। ਚੌਪਈ। ਕਰ ਕਾਰਜ ਬਾਲੇ ਮੁਝ ਮੀਤਾ, ਸ੍ਰੀ ਨਾਨਕ ਕੀ ਤੁਝ ਬਹੁ ਪ੍ਰੀਤਾ। ਮਰਦਾਨੇ ਕੇ ਸੰਗ ਸਿਧਾਵਹੁ, ਕਰਹੁ ਕਿਰਤਾਰਥ ਨਾਨਕ ਲਿਆਵਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਸਤਿਗੁਰੂ ਮਹਾਰਾਜ ਦਾ ਪਾਵਨ ਹਰ ਜਸ ਕੀਰਤਨ ਸ਼ਰਵਣ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਕੀਰਤਨ ਦੀ ਦਾਤ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ, ਇਸ ਦੇ ਨਾਲ ਨਾਲ ਇਤਿਹਾਸ ਦੀ ਕਥਾ, ਗੁਰਬਾਣੀ ਦੇ ਸੁੰਦਰ ਮਨੋਹਰ ਅਰਥ ਜੋ ਮਨ ਨੂੰ ਸਹੀ ਸੇਧ ਬਖਸ਼ਿਸ਼ ਕਰਦੇ ਹਨ, ਕਥਾ ਦੇ ਵਿੱਚ ਸਰਵਣ ਕਰਦੇ ਹਾਂ ਹਰ ਰੋਜ਼। ਸਤਿਗੁਰੂ ਦਾ ਪਾਵਨ ਪ੍ਰਸੰਗ, ਜਿਸ ਤਰ੍ਹਾਂ ਭਾਈ ਬਾਲੇ ਨੂੰ ਭੇਜਣ ਵਾਸਤੇ ਭਾਈ ਮਰਦਾਨਾ ਜੀ ਨੇ ਰਾਏ ਬਲਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਮੇਰੇ ਨਾਲ ਭੇਜ ਦਿਓ। ਸੋ ਭਾਈ ਮਰਦਾਨਾ ਜੀ ਮਹਾਰਾਜ ਨੂੰ ਜਿੱਥੇ ਏਮਨਾਬਾਦ ਨਗਰ ਹੈ ਭਾਈ ਲਾਲੋ ਦੇ ਗ੍ਰਹਿ ਵਿਖੇ ਗੁਰੂ ਨਾਨਕ ਦੇਵ ਜੀ ਤੋਂ ਉੱਥੋਂ ਆਗਿਆ ਲੈ ਕੇ ਮਿਲਣ ਆਏ ਨੇ। ਸੋ ਇਸ ਤਰ੍ਹਾਂ ਮਲਕ ਭਾਗੋ ਦਾ ਕਲਿਆਣ ਹੋਇਆ ਹੈ ਜਿੱਥੇ, ਔਰ ਮਹਾਰਾਜ ਸੰਸਾਰ ਸਾਗਰ ਨੂੰ ਤਾਰਦੇ ਹੋਏ ਸਹੀ ਮਾਰਗ ਤੇ ਪਾ ਰਹੇ ਨੇ। ਕਹਿਣ ਮਾਤਰ ਹਰੇਕ ਇਨਸਾਨ ਨੂੰ ਇਹੀ ਲੱਗਦਾ ਕਿ ਮੈਂ ਠੀਕ, ਮੈਂ ਗਲਤ ਨਹੀਂ ਹਾਂ। ਇਹ ਕੁਦਰਤੀ ਗੱਲ ਹੈ। ਮਲਕ ਭਾਗੋ ਵੀ ਕਹਿੰਦਾ ਕਿ ਮੈਂ ਗਲਤ ਨਹੀਂ। ਜਿਸ ਕਿਸੇ ਨੂੰ ਵੀ ਪੁੱਛ ਲਓ, ਇੱਥੋਂ ਤੱਕ ਵੱਡੇ ਵੱਡੇ ਹਰਨਾਕਸ਼ ਵਰਗੇ ਪਾਪੀ, ਉਹ ਵੀ ਕਹਿੰਦੇ ਸੀ ਮੈਂ ਠੀਕ ਕਰ ਰਿਹਾ ਜੋ ਕਰ ਰਿਹਾ। ਕੀ ਗਲਤ ਹੈ, ਕੀ ਠੀਕ ਹੈ, ਇਹਦਾ ਫੈਸਲਾ ਸਤਿਗੁਰੂ ਦੀ ਹਜ਼ੂਰੀ ਵਿੱਚ ਸੰਗਤ ਕਰਦੀ ਹੈ। ਮਹਾਰਾਜ ਗੁਰਸਿੱਖ ਨੂੰ ਦੱਸਦੇ ਨੇ ਕੀ ਗਲਤ ਹੈ, ਕੀ ਠੀਕ। ਆਪਣੀ ਬੁੱਧੀ ਦਾ ਮਾਣ, ਆਪਣੇ ਆਪ ਨੂੰ ਸਹੀ ਨਿਸ਼ਚੇ ਕਰਨਾ, ਠੀਕ ਜਣਾਉਣਾ ਮਨੁੱਖ ਦੀ ਆਦਤ। ਮਲਕ ਭਾਗੋ ਵੀ ਠੀਕ ਕਹਿੰਦਾ ਆਪਣੇ ਆਪ ਨੂੰ। ਜੋ ਗਲਤ ਹੈ ਸੋ ਆਪਣੇ ਆਪ ਨੂੰ ਹਮੇਸ਼ਾ ਹੀ ਠੀਕ ਕਹਿੰਦਾ। ਪਰ ਜਿੱਥੇ ਕੋਈ ਠੀਕ ਹੈ ਉਹ ਨਿਮਰਤਾ ਵਿੱਚ ਹੋ ਕੇ ਕਹਿੰਦਾ। ਭਾਈ ਲਾਲੋ ਨਹੀਂ ਕਹਿੰਦਾ ਕਿ ਮੈਂ ਠੀਕ, ਰਾਏ ਬਲਾਰ ਨਹੀਂ ਕਹਿੰਦਾ ਕਿ ਮੈਂ ਠੀਕ ਹਾਂ, ਕਿਉਂਕਿ ਉਹਨਾਂ ਕੋਲ ਗੁਰਮਤ ਹੈ। ਪਰ ਜਿਹੜੇ ਗਲਤ ਨੇ ਉਹ ਕਹਿੰਦੇ ਅਸੀਂ ਠੀਕ ਹਾਂ। ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਠੀਕ ਕਰਨ ਵਾਸਤੇ ਸ੍ਰਿਸ਼ਟੀ ਤੇ ਪ੍ਰਗਟ ਹੋਏ ਹੈ। ਜਿਵੇਂ ਦੌਲਤ ਖਾਨ ਤੇ ਕਾਜੀ, ਇਹ ਕਹਿੰਦੇ ਸੀ ਅਸੀਂ ਠੀਕ ਹਾਂ, ਪਰ ਮਹਾਰਾਜ ਜੀ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਬਿਲਕੁਲ ਗਲਤ। ਇਸੇ ਤਰ੍ਹਾਂ ਬਹੁਤ ਸਾਰੇ ਥਾਵਾਂ ਤੇ ਗੁਰਾਂ ਨੇ ਗਲਤ ਰਸਤੇ ਉੱਤੇ ਪਏ ਹੋਏ ਜੀਵਾਂ ਨੂੰ ਸਹੀ ਮਾਰਗ ਤੇ ਪਾਇਆ ਹੈ। ਇੱਧਰੋਂ ਬਾਬਾ ਕਲਿਆਣ ਚੰਦ ਜੀ ਬਾਲਾ ਜੀ ਨਾਲ, ਭਾਈ ਬਾਲਾ ਜੀ ਨਾਲ ਕਾਫੀ ਝਗੜੇ ਹਨ ਕਿ ਤੁਸੀਂ ਖਿਆਲ ਨਹੀਂ ਰੱਖਿਆ ਮੇਰੇ ਪੁੱਤਰ ਦਾ, ਔਰ ਮਨ ਦੇ ਅੰਦਰ ਬੜੇ ਦੁਖੀ ਹੁੰਦੇ ਹਨ ਕਿ ਬਹੁਤ ਪੈਸਾ ਉਹਨਾਂ ਨੇ ਖਰਾਬ ਕਰ ਦਿੱਤਾ। ਇੱਧਰੋਂ ਰਾਏ ਬਲਾਰ ਜੀ ਦੀ ਉਮਰ ਬਹੁਤ ਵੱਡੀ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਭਾਈ ਮਰਦਾਨਾ, ਇਹ ਪਰਉਪਕਾਰ ਕਰਦੇ ਮੇਰੇ ਤੇ, ਮੈਂ ਤੇਰਾ ਅਹਿਸਾਨ ਕਦੇ ਨਹੀਂ ਭੁੱਲਾਂਗਾ। ਤੂੰ ਮੈਨੂੰ ਗੁਰੂ ਨਾਨਕ ਦੇਵ ਜੀ ਨਾਲ ਮਿਲਾ ਦੇ, ਉਹਨਾਂ ਨੂੰ ਲੈ ਕੇ ਆ। ਮੈਂ ਬਿਰਧ ਹਾਂ, ਮੈਂ ਜਾ ਨਹੀਂ ਸਕਦਾ। ਸੋ ਇਸ ਤਰ੍ਹਾਂ ਤੱਕ ਪ੍ਰਸੰਗ ਆਪਾਂ ਹੁਣ ਤੱਕ ਸ਼ਰਵਣ ਕੀਤਾ ਹੈ। ਇੱਥੋਂ ਤੱਕ
ਆਓ ਅੱਗੇ ਜਿਸ ਤਰ੍ਹਾਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਪਾਵਨ ਪਵਿੱਤਰ ਪ੍ਰਸੰਗ ਸ਼੍ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰ ਕਾਰਜ ਬਾਲੇ ਮੁਝ ਮੀਤਾ। ਇਹ ਭਾਈ ਬਾਲਾ ਜੀ, ਮੇਰੇ ਮਿੱਤਰ, ਤੁਸੀਂ ਮੇਰਾ ਇਹ ਕੰਮ ਕਰ ਦਿਓ। ਸ੍ਰੀ ਨਾਨਕ ਕੀ ਤੁਝ ਬਹੁ ਪ੍ਰੀਤਾ। ਗੁਰੂ ਨਾਨਕ ਦੇਵ ਜੀ ਨਾਲ ਤੁਹਾਡੀ ਬਹੁਤ ਪ੍ਰੀਤ ਹੈ ਭਾਈ। ਮਰਦਾਨੇ ਕੇ ਸੰਗ ਸਿਧਾਵਹ। ਤੁਸੀਂ ਭਾਈ ਮਰਦਾਨਾ ਜੀ ਦੇ ਨਾਲ ਉੱਥੇ ਏਮਨਾਬਾਦ ਨਗਰ ਜਾਓ। ਕਰੋ ਕਿਰਤਾਰਥ ਨਾਨਕ ਲਿਆਵਹ। ਤੁਸੀਂ ਮੈਨੂੰ ਕਿਰਤਾਰਥ ਕਰੋ, ਨਿਹਾਲ ਕਰੋ, ਇਹ ਪਰਉਪਕਾਰ ਕਰੋ ਮੇਰੇ ਤੇ। ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਕੇ ਇੱਥੇ ਲੈ ਆਓ ਜੀ। ਜੇ ਕਰਨ ਹੈ ਆਵੈ ਤੁਮ ਕਹੇ। ਜੇ ਤੁਹਾਡੇ ਕਹੇ ਨਹੀਂ ਆਉਣਗੇ, ਮਮ ਬਿਨਤੀ ਭਨੇ ਪਦ ਗਹੇ। ਫਿਰ ਤੁਸੀਂ ਇਸ ਤਰ੍ਹਾਂ ਕਰਨਾ, ਗੁਰੂ ਨਾਨਕ ਦੇਵ ਜੀ ਦੇ ਚਰਨ ਪਕੜ ਕੇ ਨਾ ਮੇਰੇ ਵੱਲੋਂ ਬੇਨਤੀ ਕਰਨਾ, ਰਾਏ ਬੁਲਾਰ ਨੇ ਬੁਲਾਇਆ ਹੈ ਜੀ। ਇੱਕ ਵਾਰ ਚੱਲ ਦਰਸ਼ਨ ਦੀਜੈ। ਸੋ ਇੱਕ ਵਾਰ ਇਹ ਗੁਰੂ ਨਾਨਕ ਦੇਵ ਜੀ ਚੱਲ ਕਰਕੇ ਜ਼ਰੂਰ ਦਰਸ਼ਨ ਦਿਓ ਜੀ। ਕਹੀਏ ਤਿਨ ਕੋ ਕਰਨਾ ਕੀਜੈ। ਇਸ ਤਰ੍ਹਾਂ ਬੋਲਣ ਦਾ ਢੰਗ ਰਾਏ ਬੁਲਾਰ ਜੀ ਸਾਰਿਆਂ ਨੂੰ ਸਿਖਾ ਰਹੇ ਨੇ। ਬੇਨਤੀ ਕਰੀਦੀ ਹੁੰਦੀ ਹੈ ਬਈ ਚਰਨ ਪਕੜੀ ਦੇ ਨੇ, ਬੇਨਤੀ ਕਰੀਦੀ ਹੈ ਤਾਂ ਬੇਨਤੀ ਕਰਨੀ ਇਸ ਤਰ੍ਹਾਂ ਦੀ ਕਿ ਕਿਰਪਾ ਕਰੋ ਜੀ, ਇੱਕ ਵਾਰ ਕਹੀਏ ਤਿਨ ਕੋ ਕਰਨਾ ਕੀਜੈ। ਇੰਨੀ ਨੀਵੇਂ ਹੋ ਕੇ ਗੁਰਾਂ ਦੇ ਅੱਗੇ ਸਿੱਖ ਬੇਨਤੀ ਕਰੇ, ਸਤਿਗੁਰੂ ਪ੍ਰਵਾਨ ਕਰਦੇ ਹਨ। ਮੈਂ ਬੋਲਿਓ ਪੋ ਰਾਏ ਬੁਲਾਰੂ। ਸੋ ਉਸ ਵਕਤ ਮੈਂ ਬੋਲਿਆ ਕਿ ਹੇ ਰਾਏ ਬੁਲਾਰ ਜੀ, ਤੁਮਰੇ ਕਹੇ ਜਾਊਂ ਸਤਵਾਰੂ। ਇਹ ਤੁਹਾਡੇ ਕਿਹਾ ਤਾਂ ਮੈਂ 100 ਵਾਰੀ ਜਾਵਾਂ, ਕਿਉਂਕਿ ਤੁਸੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਹੋ ਜੀ। ਸ੍ਰੀ ਨਾਨਕ ਸੋ ਹੇਤ ਤੁਮਾਰਾ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਤੁਹਾਡਾ ਬਹੁਤ ਜ਼ਿਆਦਾ, ਬਹੁਤਾ ਹੀ ਪਿਆਰ ਹੈ ਜੀ। ਆਵੇਂਗੇ ਨਹਿ ਲਾਏ ਅਵਾਰਾ। ਗੁਰੂ ਨਾਨਕ ਦੇਵ ਜੀ ਨੇ ਜਦੋਂ ਇੱਕ ਵਾਰ ਸੁਣਿਆ ਨਾ, ਰਾਏ ਬੁਲਾਰ ਜੀ ਨੇ ਯਾਦ ਕੀਤਾ, ਦੇਰ ਨਹੀਂ ਲਾਉਂਦੇ, ਉਸੇ ਟਾਈਮ ਹੀ ਉਹਨਾਂ ਨੇ ਚੱਲ ਪੈਣਾ ਹੈ। ਭਗਤ ਵਛਲਤਾ ਤਿਨ ਕੋ ਬਿਰਦਾ। ਕਿਉਂਕਿ ਉਹਨਾਂ ਦਾ ਬਿਰਦ ਹੈ ਭਗਤਾਂ ਨਾਲ ਪਿਆਰ ਕਰਨਾ। ਗੁਰੂ ਨਾਨਕ ਦੇਵ ਜੀ ਆਪਣੇ ਪਿਆਰਿਆਂ ਨਾਲ ਬਹੁਤ ਪਿਆਰ ਕਰਦੇ ਹਨ। ਜਿਨਕੇ ਧਿਆਨ ਬਿਨਾ ਸਹਿ ਪਰਦਾ। ਸੋ ਇਸ ਕਰਕੇ ਜਿਨ੍ਹਾਂ ਦਾ ਸਿਰਫ ਧਿਆਨ ਜੇ ਕਰ ਲਈਏ ਨਾ ਮਨ 'ਚ, ਮਨ ਦੇ ਅੰਦਰੋਂ ਜਿਹੜਾ ਕੂੜ ਦਾ ਪਰਦਾ, ਹਉਮੈ ਦੀ ਪਾਲ ਹੈ, ਇਹ ਟੁੱਟ ਜਾਂਦੀ ਹੈ। ਖੇਤ ਹੈ ਬਾਰ ਬਾਰ ਤੁਮ ਤਾਈ। ਕਿਉਂਕਿ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਵੀ ਤੁਹਾਨੂੰ ਬਹੁਤ ਯਾਦ ਕਰਦੇ ਨੇ। ਇਹ ਨਹੀਂ ਕਿ ਤੁਸੀਂ ਵੀ ਯਾਦ ਕਰਦੇ ਹੋ। ਜਦੋਂ ਵੀ ਕੋਈ ਜਾਏ ਤਲਵੰਡੀ ਤੋਂ ਸੁਲਤਾਨਪੁਰ ਸਾਹਿਬ, ਜ਼ਰੂਰ ਪੁੱਛਦੇ ਨੇ ਰਾਏ ਬੁਲਾਰ ਜੀ ਦਾ ਕੀ ਹਾਲ ਹੈ। ਆਪਣੇ ਮਾਤਾ ਪਿਤਾ ਦਾ ਬਾਅਦ ਵਿੱਚ ਪੁੱਛਣਗੇ, ਪਹਿਲਾਂ ਤੁਹਾਡਾ ਪੁੱਛਦੇ ਨੇ। ਦੀਨ ਬੰਧ ਸ੍ਰੀ ਪ੍ਰਭ ਜਗ ਸਾਈ। ਦੀਨਾ ਬੰਧੂ, ਦੀਨਾਂ ਦੇ ਬੰਧਪ ਹੁੰਦੇ ਰਿਸ਼ਤੇਦਾਰ ਜਿਵੇਂ ਹੁਣ, ਬਹੁਤੇ ਦੀਨਾਂ ਦੇ ਪਿਆਰੇ ਆ, ਜਗਤ ਦੇ ਮਾਲਕ। ਦੋਹਰਾ ਸੁਨ ਕਰ ਹਰਿ ਕਿਉ ਰਾਏ, ਉਰ ਸ੍ਰੀ ਨਾਨਕ ਢਿਗਿਆਨ। ਸੁਣ ਕੇ ਬਹੁਤ ਖੁਸ਼ ਹੋਏ ਰਾਏ ਬੁਲਾਰ ਜੀ, ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੂੰ ਮੇਰੇ ਪਾਸ ਇੱਥੇ ਲੈ ਆਓ ਜੀ। ਕਰ ਹੈ ਭਲਾ ਖੁਦਾਈ ਤੁਝ ਪਰਉਪਕਾਰ ਪਛਾਣ। ਖੁਦਾ ਤੁਹਾਡਾ ਭਲਾ ਕਰੇ, ਇਹ ਪਰਉਪਕਾਰ ਪਛਾਣ ਕੇ ਤੁਸੀਂ ਮੇਰੇ ਕੋਲ ਲੈ ਆਓ। ਹਾਲਾਂਕਿ ਰਾਏ ਬੁਲਾਰ ਜੀ ਇੱਕ ਰਾਜੇ ਨੇ ਉਸ ਇਲਾਕੇ ਦੇ। ਉਹਨਾਂ ਦੋਨਾਂ ਨੂੰ, ਉਹਨਾਂ ਦੀ ਹਸਤੀ ਵੈਸੇ ਕੁਛ ਨਹੀਂ ਉਹਨਾਂ ਸਾਹਮਣੇ, ਰਾਜੇ ਸਾਹਮਣੇ ਪਰਜਾ ਹੈ। ਉਹ ਹੁਕਮ ਵੀ ਕਰ ਸਕਦੇ ਨੇ, ਜਾਓ ਬਈ ਲੈ ਕੇ ਆਓ, ਪਰ ਉਹ ਗੁਰਮਤ ਦੇ ਵਿਰੁੱਧ ਹੈ, ਉਹ ਭਗਤਾਂ ਦੇ ਵਿਰੁੱਧ। ਜਿਵੇਂ ਮਲਕ ਭਾਗੋ ਨੇ ਕਿਹਾ ਜਾਓ ਲੈ ਕੇ ਆਓ, 5 ਬੰਦੇ ਭੇਜ ਦਿੱਤੇ, ਫਿਰ ਕੀ ਬੀਤੀ। ਇਸ ਕਰਕੇ ਇਹ ਇੱਕ ਸਿੱਖਿਆ ਹੈ ਸਾਡੇ ਲਈ ਕਿ ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਘਰ ਲੈ ਕੇ ਆਉਣਾ, ਇਹ ਗੁਰਮਤ ਹੈ। ਚੌਪਈ
ਬਾਲਾ ਅਰ ਮਰਦਾਨਾ ਦੋ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੋਵੇਂ ਭਏ ਤਿਆਰ ਚੱਲਣ ਕੋ ਸੋ ਉਹ ਤਿਆਰ ਹੋ ਗਏ ਚੱਲਣ ਵਾਸਤੇ। ਪੂਰਨ ਗਏ ਨਾ ਕਰੀ ਅਵਾਰੂ ਉਹਨਾਂ ਨੇ ਦੇਰ ਨਾ ਲਾਈ, ਛੇਤੀ ਹੀ ਤਿਆਰ ਹੋ ਕੇ ਚੱਲ ਪਏ। ਨਗਰ ਏਮਨਾਬਾਦ ਮਝਾਰੂ ਸੋ ਜਿੱਥੇ ਸੀ ਏਮਨਾਬਾਦ ਨਗਰ, ਉੱਥੇ ਨੂੰ ਚੱਲੇ। ਜੈ ਵੈਸੈ ਅਗ ਓਗਨ ਕੰਦਨ ਜਿੱਥੇ ਪਾਪਾਂ ਦੇ ਸਮੂਹ ਨੂੰ ਨਾਸ ਕਰਨ ਵਾਲੇ ਅਗਨ ਓਗ ਹਰਤਾ ਗੁਰੂ ਨਾਨਕ ਦੇਵ ਜੀ ਬੈਠ ਜਾਣ ਜਾ ਕੇ। ਜਾਏ ਕਰੀ ਜੁਗ ਪਦ ਪਰ ਬੰਦਨ ਸੋ ਜਿੱਥੇ ਸਜੇ ਹੋਏ ਸੀ ਮਹਾਰਾਜ, ਉੱਥੇ ਦੋਨਾਂ ਚਰਨਾਂ ਤੇ ਜਾ ਕੇ ਦੋਵਾਂ ਨੇ ਮੱਥਾ ਟੇਕਿਆ। ਚਿਤ ਮੈਂ ਚਿਤ ਨਿਤ ਕਰਤਾਰੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਅਸ਼ੀਰਵਾਦ ਦਿੱਤਾ, ਤੁਹਾਨੂੰ ਦੋਵਾਂ ਨੂੰ ਚਿੱਤ ਵਿੱਚ ਚੇਤੇ ਰਹੇ ਕਰਤਾਰ ਹਰ ਰੋਜ਼। ਬੁੱਝੀ ਕੁਸਲ ਸੇਮ ਸਤਕਾਰੇ ਉਸ ਵਕਤ ਸਤਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਸੁੱਖ ਸਾਂਦ, ਪਰਿਵਾਰਾਂ ਦੀ, ਨਗਰ ਦੀ, ਮਾਤਾ ਪਿਤਾ ਦੀ, ਸਭ ਦੀ ਪੁੱਛੀ। ਖੁਸ਼ੀ ਸਕਲ ਹੈ ਰਾਏ ਸਰੀਰੂ ਪਰ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਂਦਿਆਂ ਸਾਰ, ਕੀ ਪੁੱਛਿਆ? ਰਾਏ ਬਲਾਰ ਜੀ ਦਾ ਸਰੀਰ ਠੀਕ ਹੈ? ਉਹ ਠੀਕ ਠਾਕ ਨੇ ਨਾ? ਕੋਈ ਉਹਨਾਂ ਨੂੰ ਤੰਗੀ ਤੁਰਸੀ ਤਾਂ ਨਹੀਂ ਕਿਸੇ ਤਰ੍ਹਾਂ ਦੀ ਹੋਵੇ? ਸੁਨ ਬਾਲਾ ਬੋਲਿਓ ਔਰ ਧੀਰੂ ਧੀਰਜ ਰੱਖਣ ਵਾਲਾ ਮਨ ਦੇ ਅੰਦਰ ਬਹੁਤ ਗੁਰਮੁਖ ਪਿਆਰਾ ਭਾਈ ਬਾਲਾ ਜੀ ਬੋਲੇ, ਤੁਮਨੇ ਸਭ ਹੈ ਕੁਸਲ ਕਰ ਦੀਨੀ। ਬਸ ਤੁਸੀਂ ਨਿਗਾਹ ਨਾਲ ਕਰਦਾ ਹੁਣ ਸਭ ਕੁਝ ਠੀਕ ਹੈ। ਜਦ ਤੁਹਾਡੀ ਮਹਾਰਾਜ ਉੱਥੇ ਨਿਗਾਹ ਹੈ ਜਿਸ ਮਨੁੱਖ ਤੇ, ਉੱਥੇ ਦੁੱਖ ਕਿੱਥੇ ਰਹਿੰਦੇ ਨੇ ਜੀ। ਰਾਏ ਬਿਨਾ ਰਾਵਰ ਸੋ ਕੀਨੀ ਪਰ ਇਹ ਹੈ ਜੀ ਕਿ ਰਾਏ ਬਲਾਰ ਜੀ ਨੇ ਆਪ ਅੱਗੇ ਬੇਨਤੀ ਭੇਜੀ ਹੈ। ਦੋਹਰਾ ਕਰ ਬੰਦੇ ਬੰਧਨ ਕਰੀ ਹਿਰਦੈ ਭਇਓ ਅਤ ਦੀਨ। ਉਹ ਦੋਵੇਂ ਹੱਥ ਜੋੜ ਕੇ ਤੁਹਾਨੂੰ ਮੱਥਾ ਟੇਕਿਆ ਹੈ, ਬਹੁਤ ਨਿਮਰਤਾ ਦੀਨਤਾ ਨਾਲ ਮਨ ਦੇ ਅੰਦਰ। ਤੁਮ ਦਰਸ਼ਨ ਕੀ ਲਾਲਸਾ ਕਮਲ ਅਰਕ ਜਿਉ ਹੀਨ। ਉਹਨਾਂ ਨੇ ਤੁਹਾਡੇ ਦਰਸ਼ਨਾਂ ਦੀ ਲਾਲਸਾ ਪ੍ਰਗਟ ਕੀਤੀ ਹੈ, ਜਿਵੇਂ ਕਮਲ ਦੀ ਹੁੰਦੀ ਹੈ ਨਾ ਸੂਰਜ ਬਿਨਾ, ਇਸ ਤਰੀਕੇ ਨਾਲ ਹਾਲਤ ਉਹ ਉਹਨਾਂ ਦੀ ਹਾਲਤ ਹੈ। ਤੋ ਕਮਲ ਅਰਕ ਜਿਉ ਹੀਨ, ਜਿਵੇਂ ਸੂਰਜ ਤੋਂ ਬਿਨਾ ਕਮਲ ਮੁਰਝਾ ਜਾਂਦਾ, ਤੁਹਾਡੇ ਤੋਂ ਬਿਨਾ ਉਹ ਮੁਰਝਾਏ ਬੈਠੇ ਨੇ। ਤੁਸੀਂ ਕਿਰਪਾ ਕਰੋ ਜੀ। ਜੋ ਪਈ ਕਰੋ ਮਨੋਰਥ ਪੂਰਨ ਤਿਸਕੋ। ਤੁਸੀਂ ਉਹਨਾਂ ਦਾ ਮਨੋਰਥ ਦਰਸ਼ਨ ਦੇ ਕੇ ਪੂਰਾ ਕਰ ਦਿਓ। ਪਦ ਪੰਕਜ ਮੈਂ ਪ੍ਰੇਮੰ ਜਿਸਕੋ। ਤੁਹਾਡੇ ਚਰਨਾਂ ਕਮਲਾਂ ਵਿੱਚ ਜਿਸ ਦਾ ਪਿਆਰ ਹੈ ਜੀ। ਜੋ ਸੁਖਤਾ ਸਾਗਰ ਪਰ ਤਰਹੀ। ਜਿਸ ਤਰੀਕੇ ਦੇ ਨਾਲ ਪ੍ਰਮਾਣ ਦਿੰਦੇ ਨੇ, ਸਿੱਪੀ ਹੁੰਦੀ ਹੈ ਵੱਡੀ ਸਾਰੀ ਸਿੱਪੀ, ਉਹ ਸਮੁੰਦਰ ਦੇ ਉੱਤੇ ਖੁੱਲੇ ਮੂੰਹ ਤਰਦੀ ਰਹਿੰਦੀ ਹੈ। ਸਾਤ ਬੂੰਦ ਤੇ ਮੁਖ ਮਹਿ ਪਰਹੀ। ਜਦੋਂ ਕਿਤੇ ਮੀਂਹ ਪੈਂਦਾ, ਉਹਦਾ ਮੂੰਹ ਖੁੱਲਾ ਹੁੰਦਾ ਸਿੱਪੀ ਦਾ, ਵੱਡੀ ਸਾਰੀ ਹੁੰਦੀ ਆ। ਉੱਤੋਂ ਜਦੋਂ ਸਵਾਂਤੀ ਨਛੱਤਰ ਦੀ ਬੂੰਦ ਪੈਂਦੀ ਆ ਨਾ ਬੱਦਲਾਂ ਵਿੱਚੋਂ, ਇਹ 27 ਨਛੱਤਰ ਹੁੰਦੇ ਨੇ। ਜਦੋਂ ਸਵਾਂਤੀ ਨਛੱਤਰ ਚੱਲ ਰਿਹਾ, ਕਦੇ ਕਦੇ ਆਉਂਦਾ ਹੈ, ਹਰ ਵਾਰੀ ਨਹੀਂ ਆਉਂਦਾ, ਲਗਭਗ ਬਹੁਤੇ ਸਮੇਂ ਬਾਅਦ ਹੀ ਆਉਂਦਾ। ਉਦੋਂ ਜਦੋਂ ਉਹ ਸਿੱਪੀ ਦੇ ਵਿੱਚ ਇੱਕ ਬੂੰਦ ਡਿੱਗ ਪੈਂਦੀ ਹੈ, ਕਿਉਂ ਤੁਮ ਆਪਣਾ ਬਿਰਧ ਸੰਭਾਰੀ। ਉਹ ਉਸ ਵਕਤ ਸਿੱਪੀ ਇੱਕਦਮ ਬੰਦ ਹੋ ਕੇ ਸਮੁੰਦਰ ਦੇ ਥੱਲੇ ਜਾ ਕੇ ਤਹਿਆਂ 'ਚ ਬੈਠ ਜਾਂਦੀ ਹੈ। 6 ਮਹੀਨੇ, ਸਾਲ, 2 ਸਾਲ, ਪਤਾ ਨਹੀਂ ਕਿੰਨੇ ਸਾਲਾਂ ਬਾਅਦ ਉਹ ਬੂੰਦ ਹੀ ਮੋਤੀ ਬਣਦਾ ਉਹਦੇ 'ਚ। ਫਿਰ ਉਹ ਮਛੁਆਰੇ ਕੱਢ ਲਿਆਉਂਦੇ ਨੇ। ਇਸ ਤਰ੍ਹਾਂ ਗੁਰਸਿੱਖ ਨੂੰ ਜਦੋਂ ਸਤਿਗੁਰੂ, ਇੱਕ ਚੰਗਾ ਸਮਾਂ ਆਉਂਦਾ ਗੁਰਸਿੱਖ ਦੇ ਉੱਤੇ, ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ, 5 ਪਿਆਰੇ ਅੰਮ੍ਰਿਤ ਉਹਦੇ ਮੁਖ 'ਚ ਪਾਉਂਦੇ ਨੇ, ਤੇ ਫਿਰ ਉਹਨੂੰ ਜਿਹੜੀ ਸਵਾਂਤੀ ਬੂੰਦ ਮਿਲੀ ਆ 5 ਪਿਆਰਿਆਂ ਵੱਲੋਂ ਨਾਮ ਦੀ ਦਾਤ, ਜਦੋਂ 5 ਪਿਆਰੇ ਵਾਹਿਗੁਰੂ ਮੰਤਰ ਜਪਾਉਂਦੇ ਨੇ, ਉਹ ਵਾਹਿਗੁਰੂ ਮੰਤਰ ਲੈ ਕੇ, ਗੁਰਾਂ ਕੋਲੋਂ ਵੀ ਲੈ ਕੇ ਗੁਰਸਿੱਖ ਚੁੱਪ ਚਪੋਲੇ ਹੋ ਕੇ ਉਹਲੇ ਬੈਠ ਕੇ ਉਹਦਾ ਅਭਿਆਸ ਕਰੀ ਜਾਂਦੇ ਨੇ। ਜਿਵੇਂ ਸਿੱਪੀ ਦੇ ਵਿੱਚ ਮੋਤੀ ਬਣ ਜਾਂਦਾ ਹੈ, ਇਸੇ ਤਰ੍ਹਾਂ ਗੁਰਸਿੱਖ ਦੇ ਅੰਦਰ ਮਨ ਦੀ ਸ਼ੁੱਧਤਾ ਰੂਪ ਮੋਤੀ ਆ ਜਾਂਦਾ ਅਤੇ ਚਿੱਟਾ ਉਜਲ ਮਨ ਹੋ ਕੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਕਿਰਪਾ ਕੀਤੀ ਹੈ ਰਾਏ ਬਲਾਰ ਦੇ ਉੱਤੇ ਜੀ। ਚੱਲ ਕਰ ਦਰਸ਼ਨ ਦਿਓ ਇੱਕ ਵਾਰੀ। ਤੁਸੀਂ ਆਪਣਾ ਹੁਣ ਬਿਰਦ ਸੰਭਾਲਿਆ ਹੈ, ਹੁਣ ਕਿਰਪਾ ਕਰੋ ਰਾਏ ਬਲਾਰ ਨੂੰ ਸਿਰਫ
ਇੱਕ ਵਾਰ ਕਹਿੰਦਾ ਹੁਣ ਦਰਸ਼ਨ ਦੇ ਦਿਓ। ਸੁਨ ਕਰ ਸ੍ਰੀ ਮੁਖ ਬਚਨ ਉਚਾਰੇ, ਸੁਣ ਕਰਕੇ ਸ਼੍ਰੋਮਣੀ ਮੁਖ ਵਿੱਚੋਂ ਗੁਰਾਂ ਨੇ ਬਚਨ ਕਹੇ। ਕਾਲੂ ਕਰ ਹੀ ਕਲਹਿ ਨਿਹਾਰੇ, ਉਸ ਵਕਤ ਸੁਣ ਕਰਕੇ ਸ਼੍ਰੀ ਮੁਖ ਤੋਂ ਬਚਨ ਇਹ ਕਹੇ, ਕਾਲੂ ਕਰ ਹੀ ਕਲਹਿ ਨਿਹਾਰੇ। ਕਹਿਣ ਲੱਗੇ ਜੋ ਹੈ ਕਰਨਗੇ ਲੜਾਈ ਵੇਖ ਕਰਕੇ ਪਿਤਾ ਜੀ ਭਾਵ ਬਾਬਾ ਕਲਿਆਣ ਚੰਦ ਜੀ, ਕਿਉਂਕਿ ਮੈਂ ਇਹਦੇ ਨੁਕਸਾਨ ਬਹੁਤ ਕਰ ਆਇਆ ਹਾਂ। ਮਿਲਣਾ ਰਾਏ ਜ਼ਰੂਰ ਹੈ ਜਾਈ, ਪਰ ਰਾਏ ਨੂੰ ਵੀ ਜਾ ਕੇ ਮਿਲਣਾ ਹੈ, ਦੋਨੋਂ ਗੱਲਾਂ ਹੀ ਨੇ। ਸੋਚ ਬਮੋਚ ਹੈ ਸੋਚ ਹੈ ਆਈ, ਅੱਜ ਜਿਹੜੇ ਲੋਕਾਂ ਦੀਆਂ ਸੋਚਾਂ ਕੱਟਣ ਵਾਲੇ ਨੇ ਉਹ ਆਪ ਸੋਚਾਂ 'ਚ ਪਏ ਹੋਏ ਨੇ ਵੀ ਹੁਣ ਚਿੰਤਾ ਨੂੰ ਹਰਨ ਵਾਲੇ ਇਹ ਸੋਚਦੇ ਨੇ ਜਾਣਾ ਵੀ ਹੈ ਤੇ ਰਾਏ ਬਲਾਰ ਨੂੰ ਦਰਸ਼ਨ ਵੀ ਦੇਣੇ ਨੇ, ਪਰ ਪਿਤਾ ਜੀ ਨੇ ਅੱਗੋਂ ਲੜਨਾ ਵੀ ਹੈ। ਇਹ ਦੋਨੋਂ ਗੱਲਾਂ 'ਚ ਕਿਵੇਂ ਠੀਕ ਰਹੇ? ਕੇਵਿਦ ਕਰ ਹੈ ਰਾਏ ਔਰ ਪ੍ਰੀਤਾ, ਸੋ ਰਾਏ ਦੀ ਜਿਹੜੀ ਪ੍ਰੀਤੀ ਆ ਮਨ ਦੀ ਉਹ ਬਹੁਤ ਜ਼ਿਆਦਾ ਹੈ। ਉਹ ਵੀ ਕਿਸ ਤਰ੍ਹਾਂ ਆਪਾਂ ਉਹਦੀ ਪ੍ਰੀਤ ਪੂਰੀ ਕਰਨੀ ਹੈ ਜਾ ਕੇ। ਇਹ ਵਚ ਕਰਨਾ ਜਾਏ ਵਿਪਰੀਤਾ, ਉਹਦੇ ਬਚਨ ਨੂੰ ਆਪਾਂ ਵਿਪਰੀਤ ਹੁੰਦਾ ਉਲਟਾ, ਬਚਨ ਨੂੰ ਉਲਟਾ ਵੀ ਨਹੀਂ ਸਕਦੇ। ਦੋਹਰਾ ਮੈਂ ਪੁਨ ਬੋਲਿਓ ਇਵ ਕਹਿਓ, ਤੁਮ ਸੋ ਰਾਏ ਬੁਲਾਰ। ਮੈਂ ਫਿਰ ਇਸ ਤਰ੍ਹਾਂ ਬੋਲਿਆ ਬਚਨ ਵੀ ਆਪ ਜੀ ਨੂੰ ਰਾਏ ਬੁਲਾਰ ਜੀ ਨੇ ਇਹ ਕਿਹਾ ਹੈ, ਜੋ ਹੋਵੇ ਬਲਤਨ ਵੇਖੈ ਆਵੋ ਸਿਰ ਕੇ ਭਾਰ। ਰਾਏ ਬੁਲਾਰ ਜੀ ਨੇ ਕਿਹਾ ਬਚਨ ਆਪ ਜੀ ਨੂੰ ਕਿ ਜੇ ਮੇਰੇ 'ਚ ਸਰੀਰ 'ਚ ਬਲ ਹੁੰਦਾ ਨਾ, ਮੈਂ ਸਿਰ ਪਰਨੇ ਚੱਲ ਕੇ ਆਉਂਦਾ ਗੁਰੂ ਨਾਨਕ ਦੇਵ ਜੀ ਕੋਲੇ। ਜੋ ਪਈ ਬੈਸ ਬਿਰਧ ਬਿਹ ਬਲ ਭੀ ਦੇਹੀ, ਮੈਂ ਹੁਣ ਉਮਰ ਵਡੇਰੀ ਹੋਣ ਕਰਕੇ ਬਿਰਧ ਹੋ ਗਿਆ ਹਾਂ। ਮੇਰੀ ਜਿਹੜੀ ਅਵਸਥਾ ਹੈ ਬਹੁਤ ਬੇਬਲ ਕਮਜ਼ੋਰ ਹੈ, ਸਿਥਲ ਹੋ ਗਈ ਅਵਸਥਾ, ਦੇਹੀ ਵੀ ਕਮਜ਼ੋਰ ਹੈ। ਲੋਚਨ ਗੋਚਰਹੀਨ ਸਨੇਹੀ, ਬਸ ਹੁਣ ਤੇ ਇਹੀ ਹੈ ਕਿ ਤੁਸੀਂ ਲੋਚਨ ਗੋਚਰੇ ਨਹੀਂ ਹੋ ਰਹੇ ਹੈ ਪਿਆਰੇ ਗੁਰੂ ਨਾਨਕ ਦੇਵ ਜੀ। ਦਰਸ਼ਨ ਦਾਨ ਆਨਗਤ ਦਾਨਾ, ਇਹ ਕਲਿਆਣ ਦੇ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਇਸ ਗਰੀਬ ਨੂੰ ਦਰਸ਼ਨ ਦੇ ਦਿਓ ਆ ਕੇ। ਦੇਵੈ ਸਫਲ ਜਨਮ ਤਬ ਮਾਨਾ, ਜੇ ਤੁਸੀਂ ਦਰਸ਼ਨ ਦੇ ਦਿਓ ਤਾਂ ਮੈਂ ਆਪਣਾ ਜਨਮ ਸਫਲਾ ਮੰਨਾਂ ਜੀ। ਜਿਉ ਸ੍ਰਿਤਾ ਨਿਸਫਲ ਬਿਨ ਬਾਰੀ, ਸੋ ਜਿਵੇਂ ਸਰਤਾ ਹੁੰਦੀ ਹੈ ਨਾ ਨਿਸਫਲ ਬਿਨ ਬਾਰੀ, ਪਾਣੀ ਤੋਂ ਬਿਨਾਂ ਜਿਵੇਂ ਨਦੀ ਹੈ ਐ ਬੇਅਰਥੀ ਹੈ। ਹੀਨ ਮਯੰਕ ਸਰਵਰੀ ਕਾਰੀ, ਸੋ ਇਸ ਕਰਕੇ ਜਿਹੜੀ ਹੁੰਦੀ ਆ ਹੀਨ ਮਯੰਕ ਸਰਬਰੀ ਕਾਰੀ, ਮਯੰਕ ਹੁੰਦਾ ਚੰਦਰਮਾ, ਚੰਦਰਮਾ ਤੋਂ ਬਿਨਾਂ ਜਿਵੇਂ ਰਾਤ ਕਾਲੀ ਬੇਅਰਥ ਜੀ ਲੱਗਦੀ ਹੈ। ਜਿਉ ਅਨਾਥ ਬਿਨ ਭਰਤਾ ਨਾਰੀ, ਸੋ ਜਿਸ ਤਰੀਕੇ ਨਾਲ ਜਿਹੜਾ ਹੁੰਦਾ ਪਤੀ, ਪਤੀ ਤੋਂ ਬਿਨਾਂ ਭਰਤਾ ਤੋਂ ਬਿਨਾਂ ਇਸਤਰੀ ਜਿਹੜੀ ਹੈ ਉਹ ਐਵੇਂ ਅਨਾਥ ਜੀ ਲੱਗਦੀ ਹੈ। ਜਿਉ ਤੂੰ ਮੈਂ ਬਿਨ ਦੇਹ ਹਮਾਰੀ, ਇਸੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਤੋਂ ਬਿਨਾਂ, ਆਪ ਦੇ ਦਰਸ਼ਨਾਂ ਤੋਂ ਬਿਨਾਂ ਸਾਡੀ ਜਿਹੜੀ ਦੇਹੀ ਹੈ ਇਸੇ ਤਰ੍ਹਾਂ ਹੀ ਹੈ ਜਿਵੇਂ ਸਾਰੀਆਂ ਚੀਜ਼ਾਂ ਖਾਲੀ ਨੇ। ਸ੍ਰੀ ਮੁਖ ਕਹਿ ਜੋ ਰਾਏ ਉਚਾਰਾ, ਉਸ ਵਕਤ ਜਿਹੜਾ ਸੀ ਰਾਏ ਬੁਲਾਰ ਜੀ ਨੇ ਬਚਨ ਕੀਤੇ ਸੀ, ਸ੍ਰੀ ਮੁਖ ਕਹਿ ਜੋ ਰਾਏ ਉਚਾਰਾ, ਜੋ ਮਹਾਰਾਜ ਕਹਿਣ ਲੱਗੇ ਰਾਏ ਬੁਲਾਰ ਜੀ ਨੇ ਉਚਾਰਨ ਕੀਤਾ ਹੈ। ਇਸਕਾ ਹੈ ਹਮਰੀ ਸਿਰ ਭਾਰਾ, ਇਹ ਗੱਲ ਦਾ ਸਾਡੇ ਸਿਰ ਤੇ ਭਾਰ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਭਗਤਾਂ ਦੇ ਕਹੇ ਹੋਏ ਬਚਨ ਮੋੜਦੇ ਨਹੀਂ ਹਨ। ਚੱਲ ਉਤਾਰ ਆਵਹਿ ਅਬ ਬਾਲਾ, ਇਸ ਤਰੀਕੇ ਨਾਲ ਮਹਾਰਾਜ ਕਹਿਣ ਲੱਗੇ ਭਾਈ ਬਾਲਿਆ ਉਹਨਾਂ ਦਾ ਕਰਜ਼ਾ ਮੇਰੇ ਸਿਰ, ਕਿਉਂਕਿ ਇਹ ਕਰਜ਼ਾ ਪਿਛਲੇ ਜਨਮਾਂ ਦਾ ਹੀ ਹਿਸਾਬ ਕਿਤਾਬ। ਜਦੋਂ ਇਹ ਪਿਛਲੇ ਜਨਮ 'ਚ ਬਹੁਤ ਜਨਮਾਂ ਦੀ ਕਮਾਈ ਰਾਏ ਬੁਲਾਰ ਜੀ ਦੀ, ਇੱਧਰੋਂ ਬਾਬਾ ਕਲਿਆਣ ਚੰਦ ਜੀ ਤੇ ਰਾਏ ਬੁਲਾਰ ਜੀ ਇਕੱਠੇ ਤਪੱਸਿਆ ਕਰਦੇ ਸੀ ਪਿਛਲੇ ਜਨਮਾਂ 'ਚ। ਇਹ ਉਦੋਂ ਦੇ ਪਿਛਲੇ ਹੀ ਕਰਜ਼ੇ ਕਹਿੰਦੇ ਮੇਰੇ ਉੱਤੇ ਚੜਾਏ ਹੋਏ ਨੇ। ਇਹਨਾਂ ਨੇ ਪਿਤਾ ਜੀ ਨੂੰ ਬਹੁਤ ਕਮਾਈ ਕਰਵਾਈ ਹੋਈ ਹੈ, ਕਿਉਂਕਿ ਪਿਛਲੇ ਜਨਮਾਂ ਵਿੱਚ ਰਾਏ ਬੁਲਾਰ ਜੀ ਬਾਬਾ ਕਲਿਆਣ ਚੰਦ ਜੀ ਜਦੋਂ ਭਗਤੀ ਕਰਦੇ ਦੋਵੇਂ, ਤੇ ਰਾਏ ਬੁਲਾਰ ਜੀ ਇਹਨਾਂ ਦੇ ਗੁਰੂ ਸੇ ਭਗਤੀ ਦੇ ਵਿੱਚ। ਇਸ ਕਰਕੇ ਉਹ ਆਪਸ ਵਿੱਚ ਬਹੁਤਾ ਪਿਆਰ, ਇਹ ਗੁਰੂ ਨਾਨਕ ਜੀ ਜਾਣਨ ਵੀ ਕੀ ਕਰਜ਼ਾ ਹੈ, ਕਿਵੇਂ ਕਰਜ਼ਾ ਹੈ, ਪਰ ਉਹ ਬਹੁਤਾ ਜ਼ਿਆਦਾ ਰਾਏ ਬੁਲਾਰ ਜੀ ਇੰਨੇ ਸ਼ਰਧਾਲੂ ਨੇ। ਦੇਖੋ ਗੁਰੂ ਨਾਨਕ ਦੇਵ ਜੀ ਕੁਛ ਨਹੀਂ ਦੇਖਦੇ ਕੌਣ ਹੈ, ਉਹ ਤਾਂ ਇਹ ਦੇਖਦੇ ਨੇ ਕਿ ਬੰਦੇ ਦਾ ਮਨ ਮੋਤੀ ਵਰਗਾ ਸ਼ੁੱਧ ਹੈ, ਇਹਦੇ ਮਨ 'ਚ ਪਿਆਰ ਹੈ, ਪ੍ਰੇਮ ਹੈ। ਤੇ ਇਸ ਤਰ੍ਹਾਂ ਰਾਏ ਬੁਲਾਰ ਜੀ ਨਾਲ ਇੰਨਾ ਪਿਆਰ
ਵੀ ਜਿਹਦਾ ਆਪਾਂ ਕਥਨ ਨਹੀਂ ਕਰ ਸਕਦੇ। ਲਾਲੋ ਸੋ ਬੋਲੇ ਤਿਹ ਕਾਲਾ। ਉਸ ਵਕਤ ਭਾਈ ਲਾਲੋ ਜੀ ਨਾਲ ਗੁਰੂ ਨਾਨਕ ਦੇਵ ਜੀ ਇਹ ਬਚਨ ਬੋਲੇ। ਦੋਹਰਾ ਤਲਵੰਡੀ ਤੁਝ ਸਾਰਖਾ ਮੋ ਪ੍ਰੀਤਮ ਹੈ ਈਠ। ਭਾਈ ਲਾਲੋ, ਤਲਵੰਡੀ ਵਿੱਚ ਨਾ ਤੁਹਾਡੇ ਸਾਰਖਾ ਤੋਂ ਭਾਵ ਤੁਹਾਡੇ ਵਰਗਾ ਇੱਕ ਬਹੁਤ ਹੀ ਮੇਰਾ ਪਿਆਰਾ ਹੈ। ਬਚਪਨ ਤੋਂ ਲੈ ਕੇ ਬਹੁਤ ਜਿਹਨੇ ਮੇਰੇ ਪਿਆਰ ਕੀਤਾ ਹੈ। ਸੋ ਚਾਹਤ ਹੈ ਹਿਰਦੈ ਮਹਿ ਹਮਰੋ ਦਰਸ਼ਨ ਡੀਠ। ਭਾਈ ਲਾਲੋ, ਤੇਰੇ ਵਾਂਗੂ ਉਹ ਵੀ ਦਰਸ਼ਨ ਕਰਨਾ ਚਾਹੁੰਦੇ ਨੇ। ਮਨ ਦੇ ਅੰਦਰ ਉਹਨਾਂ ਦੇ ਅੰਦਰ ਵੀ ਲਾਲਸਾ ਹੈ। ਜੋ ਪਈ ਲੈ ਸੰਦੇਸ਼ਾ ਤਿਹ ਕੋ ਆਏ। ਲੈ ਕਰਕੇ ਜਿਹੜਾ ਸੀ ਸੁਨੇਹਾ ਉਸ ਵਕਤ ਉਹਦਾ ਆਏ ਹਨ। ਬਹੁਤ ਪ੍ਰੇਮ ਕਰ ਬੋਲ ਪਠਾਏ। ਬਹੁਤ ਪ੍ਰੇਮ ਕਰਕੇ ਸੱਦਾ ਘੱਲਿਆ ਹੈ। ਜਾਵਨ ਹਮ ਹੈ ਜ਼ਰੂਰ ਵਿਸਾਲਾ। ਅਸੀਂ ਬਹੁਤ ਜ਼ਰੂਰੀ ਉੱਥੇ ਜਾਣਾ ਹੀ ਜਾਣਾ ਹੈ। ਜਿਹੋ ਖੁਸ਼ੀ ਪਹੁੰਚੇ ਤਤਕਾਲਾ। ਖੁਸ਼ੀ ਦਿਓ ਫਿਰ ਸਾਨੂੰ। ਹੁਣ ਅਸੀਂ ਚੱਲੀਏ। ਇੱਥੇ ਗੁਰੂ ਨੂੰ ਆਪਾਂ ਕਹਿੰਦੇ ਸਤਿਗੁਰੂ ਜੀ ਸਾਨੂੰ ਖੁਸ਼ੀਆਂ ਬਖਸ਼ੋ। ਇੱਥੇ ਸਤਿਗੁਰੂ ਆਪਣੇ ਪਿਆਰੇ ਨੂੰ ਕਹਿੰਦੇ ਨੇ। ਤੁਸੀਂ ਆਪ ਅੰਦਾਜ਼ਾ ਲਾਓ ਵੀ ਜੇ ਆਪਾਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰੀਏ ਇੰਨਾ, ਸਤਿਗੁਰੂ ਵੀ ਸਾਨੂੰ ਇੰਨਾ ਹੀ ਪਿਆਰ ਕਰਦੇ ਨੇ। ਹਲੇ ਆਪਾਂ ਗੁਰੂ ਨਾਨਕ ਸਾਹਿਬ ਦਾ ਪਿਆਰ ਦੇਖਿਆ ਹੀ ਕਿਹਨੇ ਹੈ? ਕਿਉਂ ਜੇ ਮਿਲੇ ਹੀ ਨਹੀਂ ਹਾਲ ਤੱਕ, ਜਾਂ ਮਿਲਾਂਗੇ ਤੁਸੀਂ ਅੰਦਾਜ਼ਾ ਲਾਇਓ ਕਿ ਕਿੰਨਾ ਪਿਆਰ। ਕੋਈ ਮਿਣਤੀ ਗਿਣਤੀ ਨਹੀਂ ਪਿਆਰ ਦੀ। ਜਿੰਨਾ ਪਿਆਰ ਹੈ ਅਤ ਕਥਨੀ ਹੋ ਜਾਂਦੀ। ਇੰਨਾ ਪਿਆਰ ਸਤਿਗੁਰੂ ਆਪਣੇ ਪਿਆਰਿਆਂ ਨੂੰ ਕਰਦੇ ਹਨ। ਅਬਲੋ ਭਇਓ ਨਾ ਪੂਰਨ ਮਾਸੋ। ਭਾਈ ਲਾਲੋ ਨੇ ਤਾਂ ਆਪਣੀ ਗਿਣਤੀਆਂ ਕੱਢ ਲਈਆਂ ਹੱਥ ਤੇ। ਮਹਾਰਾਜ ਹਲੇ ਤਾਂ 1 ਮਹੀਨਾ ਪੂਰਾ ਨਹੀਂ ਹੋਇਆ ਜੀ ਮੇਰੇ ਘਰੇ। ਕਿਉਂ ਤਜ ਕਰਮਮ ਚਲੇ ਆਵਾਸੋ। ਤਾਂ ਮੇਰਾ ਘਰ ਛੱਡ ਕੇ ਤੁਸੀਂ ਕਿਉਂ ਚੱਲੇ ਹੋ? ਮੇਰੇ ਨਾਲ ਵਾਅਦਾ ਸੀ 1 ਮਹੀਨੇ ਦਾ। ਕਹਿ ਕਸ ਅਵਗੁਣ ਹਮ ਤੇ ਭਇਓ। ਮਹਾਰਾਜ ਦਾਸ ਕੋਲੋਂ ਕੋਈ ਗਲਤੀ ਹੋ ਗਈ ਜਿਹੜਾ ਮੈਨੂੰ ਛੱਡ ਕੇ ਚੱਲੇ ਹੋ ਜੀ। ਕਿਉਂ ਉਦਾਸ ਨਿਜ ਹਿਰਦਾ ਕਇਓ। ਮਹਾਰਾਜ ਮੇਰੇ ਕੋਲੋਂ ਆਪਣਾ ਹਿਰਦਾ ਉਦਾਸ ਕਿਉਂ ਕਰ ਲਿਆ ਮੇਰੇ ਵੱਲੋਂ ਆਪ ਨੇ? ਕਿਦੋ ਨ ਮੋਤੇ ਹੋਵੀ ਸੇਵਾ। ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਨਹੀਂ ਕਿਤੇ ਵੀ ਮੈਥੋਂ ਸੇਵਾ ਨਾ ਹੋ ਰਹੀ ਹੋਵੇ ਸਹੀ ਢੰਗ ਨਾਲ ਤਾਂ ਤੁਸੀਂ ਚੱਲੇ ਹੋ ਜੀ। ਰੰਗਹੀਨ ਤਨ ਸ੍ਰੀ ਗੁਰਦੇਵਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀਓ ਇਹ ਜਿਹੜਾ ਹੈ ਨਾ ਕੰਗਾਲ ਹੀਨ ਧਨ ਤੋਂ ਹੀਣਾ ਕੰਗਾਲ। ਹਾਂ ਜੀ, ਇਸ ਕਰਕੇ ਤੁਹਾਡੀ ਸੇਵਾ ਦੇ ਵਿੱਚ ਮੈਥੋਂ ਕਮੀ ਰਹਿ ਗਈ ਹੋਵੇਗੀ। ਤੁਰਨ ਕੀਨੀ ਗਮਨ ਤਿਆਰੀ। ਤਾਈਓ ਤੁਸੀਂ ਇੱਥੋਂ ਜਾਣ ਦੀ ਤਿਆਰੀ ਛੇਤੀ ਕਰ ਲਈ ਹੈ। ਮੈਂ ਜਾਚੋ ਨਿਜ ਮਾਇਆ ਤੁਮਾਰੀ। ਮੈਂ ਤਾਂ ਆਪ ਜੀ ਦੀ ਕਿਰਪਾ ਹੀ ਮੰਗਦਾ ਹਾਂ ਹਮੇਸ਼ਾ। ਦੋਹਰਾ ਦਇਓਸ ਪਜੀਸ ਆਵਾਸ ਹਮ ਲਾਲੋ ਰਹੇ ਤੁਮਾਰ। ਮਹਾਰਾਜ ਕਹਿਣ ਲੱਗੇ ਭਾਈ ਲਾਲੋ ਇੰਨੀ ਗੱਲ ਤਾਂ ਨਹੀਂ ਹੈ। 25 ਦਿਨ ਹੋ ਗਏ ਦੇਖ ਤੇਰੇ ਘਰ ਸਾਨੂੰ ਰਹਿੰਦਿਆਂ ਹੋਇਆ। ਵਾਸਰ ਬਹਿਰੋ ਪੰਚ ਜੇ ਆਵ ਹੈ ਤੋਰ ਅਗਾਰ। ਚੱਲ ਵਾਅਦਾ ਰਿਹਾ ਅਸੀਂ ਰਾਏ ਬਲਾਰ ਜੀ ਨੂੰ ਮਿਲ ਆਈਏ। ਕਿਉਂਕਿ ਰਾਏ ਬਲਾਰ ਜੀ ਨੇ ਚੜ੍ਹਾਈ ਕਰਨੀ ਸੀ। ਇਸ ਕਰਕੇ ਮਹਾਰਾਜ ਜਾ ਰਹੇ ਉਹਦਾ ਸੰਸਕਾਰ ਕਰਨ ਜਾਂ ਉਹਦਾ ਦਫਨ ਕਰਨ ਵਾਸਤੇ ਦੇਹੀ ਨੂੰ ਸੋ ਸਪੁਰਦੇ ਖਾਕ ਕਹਿੰਦੇ ਨੇ। ਜਿਵੇਂ ਹੁਣ ਵੀ ਉਹਨਾਂ ਦੀ ਕਬਰ ਬਣੀ ਤਾਂ ਹੋਈ ਆ ਪਰ ਐਵੇਂ ਬੇਸੰਭਾਲ ਜੀ ਪਈ ਆ ਉੱਥੇ। ਸੋ ਉਸ ਵਕਤ ਕਹਿਣ ਲੱਗੇ ਕਿ ਇਹ ਸਾਡਾ ਵਾਅਦਾ ਰਿਹਾ ਤਾਂ 5 ਦਿਨ ਜਿਹੜੇ ਬਾਕੀ ਬਚੇ ਨੇ ਇਹ ਤੇਰੇ ਘਰੇ ਹੀ ਆ ਕੇ ਲਾਵਾਂਗੇ। ਤੂੰ ਇਉਂ ਨਾ ਕਹਿ ਵੀ ਮੇਰੇ ਘਰੇ 25 ਦਿਨ ਲਾ ਕੇ ਹੁਣ ਚਲੇ ਗਏ ਨੇ। ਜੋ ਪਈ ਅਸਕੈ ਚੱਲੇ ਸਕਲ ਗੁਣ ਖਾਨੀ। ਇਸ ਤਰ੍ਹਾਂ ਕਹਿ ਕਰਕੇ ਸਾਰੇ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਉੱਥੋਂ ਚੱਲੇ। ਸਭ ਲਾਲੋ ਪਦ ਬੰਧਨ ਠਾਨੀ। ਭਾਈ ਲਾਲੋ ਜੀ ਨੇ ਉਸ ਵਕਤ ਚਰਨਾਂ ਕਮਲਾਂ ਤੇ ਮੱਥਾ ਟੇਕਿਆ। ਮੰਦ ਮੰਦ ਪਦ ਆਨੰਦ ਕੰਦਾ। ਹੌਲੀ ਹੌਲੀ ਆਨੰਦ ਦੇ ਮੂਲ ਰੂਪ ਗੁਰੂ ਨਾਨਕ ਦੇਵ ਜੀ ਆਪਣੇ ਉਸ ਧਰਤੀ ਤੇ ਚਰਨ ਪਾਉਂਦੇ ਹੋਏ ਪੈਦਲ, ਜਿਸ ਧਰਤੀ ਨੇ ਬਹੁਤ ਪੁਕਾਰਾਂ ਕੀਤੀਆਂ ਸੀ, ਹੇ ਪਰਮੇਸ਼ਰ ਆ ਜਾਓ, ਹੇ ਪਰਮੇਸ਼ਰ ਆ ਜਾਓ, ਉਸ ਧਰਤੀ ਉੱਤੇ ਕਿੰਨੇ ਚਰਨ ਪਾਏ ਗੁਰੂ ਨਾਨਕ ਦੇਵ ਜੀ। 17 ਦਿਨ ਤੱਕ ਤੇ ਪੈਦਲ ਉਧਰ ਨੂੰ ਚੱਲੇ, ਫਿਰ ਇੱਧਰੋਂ ਪੈਦਲ। ਜਿਤਨੀ ਯਾਤਰਾ ਕੀਤੀ ਹੈ ਅੰਕੜੇ ਤਾਂ ਆਮ ਇਨਸਾਨ ਦੀਆਂ ਗੱਲਾਂ ਨੇ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ 38,000 ਕਿਲੋਮੀਟਰ ਪੈਦਲ ਯਾਤਰਾ ਕੀਤੀ ਹੈ। 38 ਤਾਂ ਬਹੁਤ ਥੋੜੀ ਹੈ। ਮਹਾਰਾਜ ਦੀ ਯਾਤਰਾ ਦਾ ਤਾਂ ਕੋਈ ਅੰਤ ਹੀ ਨਹੀਂ। ਇੰਨੀ ਯਾਤਰਾ ਗੁਰੂ ਨਾਨਕ ਦੇਵ ਨੇ ਕਰਕੇ ਸਾਰੀ ਧਰਤੀ ਨੂੰ ਭਾਰ ਮੁਕਤ ਕਰ ਦਿੱਤਾ। ਮਾਨੋ ਪਦਵੀ ਧਰਤ ਜੋ ਦਾਸ ਮੁਕੰਦਾ। ਸੋ ਇਸ ਕਰਕੇ ਜਿਹੜੀ ਹੈ ਨਾ ਰਸਤੇ ਵਿਖੇ ਪਦਵੀ ਧਰਤ ਜੋ ਦਾਸ ਮੁਕੰਦਾ, ਜਿੱਥੇ ਜਿੱਥੇ ਚਰਨ ਧਰਦੇ ਹਨ ਧਰਤੀ ਦੇ ਦਾਸਾਂ ਨੂੰ ਮੁਕਤੀ ਦੇਣ ਵਾਲੇ,
ਹੌਲੀ ਹੌਲੀ ਜਾ ਰਹੇ ਨੇ। ਸਪਤ ਸਰਬਰੀ ਪੰਥ ਬਿਤਾਈ, ਇਸ ਤਰੀਕੇ ਨਾਲ ਮਹਾਰਾਜ ਇਸ ਰਸਤੇ ਵਿੱਚ 7 ਰਾਤਾਂ ਬਤੀਤ ਕੀਤੀਆਂ ਜੀ। ਚਲੋ ਤਲਵੰਡੀ ਨਿਜਰਾਈ, ਸੋ ਚਲਤੇ ਉਹ ਤਲਵੰਡੀ ਨਿਆਰਾਈ, ਨੇੜੇ ਆ ਗਈ ਤਲਵੰਡੀ। ਤੋ ਇੱਕ ਦਿਨ ਇਧਰੋਂ ਲੈ ਕੇ ਵਿਚਾਲੇ 17 ਤੋਂ 7 ਰਾਤਾਂ ਕੁੱਲ ਹੋਈਆਂ ਨੇ। ਤੇ ਫਿਰ ਇਸ ਢੰਗ ਨਾਲ 7 ਰਾਤਾਂ ਤੇ ਲਗਭਗ 8 ਦਿਨ ਦੇ ਕਰੀਬ ਜਾਂ 9 ਦਿਨ ਲੱਗੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉੱਥੇ ਆ ਪਹੁੰਚੇ। ਬਾਹਰ ਬੈਠ ਗਏ ਗਤਦਾਨਾ, ਮਹਾਰਾਜ ਜੀ ਹੁਣ ਪਿੰਡੋਂ ਬਾਹਰ ਬੈਠ ਗਏ, ਘਰ ਨਹੀਂ ਗਏ। ਚੰਦਰ ਭਾਨ ਕੇ ਕੂਪ ਸਥਾਨਾ, ਜਿੱਥੇ ਭਾਈ ਬਾਲਾ ਜੀ ਦੇ ਪਿਤਾ ਜੀ ਦਾ ਖੂਹ ਸੀ, ਉਹਨਾਂ ਦਾ ਨਾਂ ਸੀ ਚੰਦਰਭਾਨ ਜੀ। ਸੋ ਬਾਬਾ ਚੰਦਰਭਾਨ ਜੀ ਦੇ ਖੂਹ ਤੇ ਜਾ ਕੇ ਬਾਹਰ ਸਤਿਗੁਰੂ ਸੱਜ ਗਏ। ਬਾਲੇ ਕੇ ਪਿਤ ਕੋ ਇਹ ਨਾਮੋ, ਭਾਈ ਬਾਲਾ ਜੀ ਦੇ ਪਿਤਾ ਜੀ ਦਾ ਇਹ ਨਾਮ ਹੈ ਭਾਈ। ਆਸਨ ਪਰ ਅਸੀਨ ਸੁਖ ਧਾਮੋ, ਸੋ ਬੈਠੇ ਹਨ ਜਾ ਕਰਕੇ ਆਸਣ ਦੇ ਉੱਤੇ, ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ। ਅਗਰਜ ਬੈਸ ਗਇਓ ਮਰਦਾਨਾ, ਅੱਗੇ ਭਾਈ ਮਰਦਾਨਾ ਜੀ ਸੱਜ ਗਏ। ਮੈਂ ਪਾਸੇ ਮਦ ਮਿਆਨ ਨਿਧਾਨਾ, ਮਾਇਆ ਦੇ ਕਿਰਪਾ ਦੇ ਨਿਧਾਨ ਖਜ਼ਾਨੇ ਗੁਰੂ ਨਾਨਕ ਦੇਵ ਜੀ ਦੇ ਮੈਂ ਪਿੱਛੇ ਜੋ ਸੀ ਨਾ, ਪਿਛਲੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਾ ਕਰਕੇ ਇਸ ਤਰ੍ਹਾਂ ਬੈਠਿਆ ਵਿਚਾਲੇ ਜੇ ਲੱਗਦਾ ਜਿਵੇਂ ਸਤਿਗੁਰੂ ਜੀ ਪਲੰਘ ਤੇ ਸਜੇ ਹੋਏ ਨੇ। ਆਸਨ ਪਰ ਅਸੀਨ ਸੁਖ ਧਾਮੂ, ਅਗਰਜ ਬੈਸ ਗਇਓ ਮਰਦਾਨਾ, ਮੈਂ ਪਾਛੇ, ਮੈਂ ਪਿੱਛੇ ਬੈਠਾ ਸੀ, ਵਿਚਕਾਰ ਗੁਰੂ ਨਾਨਕ ਦੇਵ ਜੀ ਪਲੰਘ ਤੇ ਸਜੇ ਹੋਏ ਉੱਥੇ। ਦੋਹਰਾ ਸ੍ਰੀ ਗੁਰ ਪਦ ਨਖ ਕਾਂਤ ਜੋ ਕਵਿਕਾ ਕੇ ਸਮਝਾਨ, ਸੋ ਧੰਨ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਨੌਹਾਂ ਦੀ ਸੁੰਦਰਤਾ ਜੋ ਹੈ, ਬਹੁਤ ਸੁੰਦਰਤਾ ਉਪਮਾ ਕਰ ਰਹੇ। ਕਹਿੰਦੇ ਉਹਨੂੰ ਲਗਾਮ ਦੇ ਤੁਲ ਜਾਣ ਲਓ ਵੀ ਮੇਰਾ ਮਨ ਜਿਹੜਾ ਇਹ ਚੰਚਲ ਘੋੜਾ ਹੈ, ਉਹਨਾਂ ਦੇ ਚਰਨਾਂ ਕਮਲਾਂ ਦੇ ਨੌਹਾਂ ਦੀ ਜੋ ਸੁੰਦਰਤਾ ਹੈ ਉਹ ਮਾਨੋ ਲਗਾਮ ਹੈ। ਇਤਨੇ ਸੁੰਦਰ ਚਰਨ ਨੇ, ਇੰਨੇ ਸੁੰਦਰ ਨਹੁੰ ਨੇ ਮਹਾਰਾਜ ਦੇ, ਜੇ ਮੇਰਾ ਮਨ ਇੱਕ ਵਾਰ ਉਹਨਾਂ ਨੂੰ ਦੇਖ ਲਵੇ ਉੱਥੇ ਹੀ ਬੰਨਿਆ ਜਾਂਦਾ ਹੈ। ਤਰਲ ਤੋਂ ਰੰਗ ਮਨ ਦੇ, ਮੁਖ ਕਹੋ ਕਥਾਗਤ ਦਾਨ, ਸੋ ਇਸ ਤਰ੍ਹਾਂ ਉਹਨੂੰ ਲਗਾਮ ਦੇ ਤੁਲ ਜਾਣ ਕੇ ਮਨ ਰੂਪੀ ਚੰਚਲ ਘੋੜੇ ਦੇ ਮੂੰਹ ਵਿੱਚ ਦੇ ਕੇ ਮੈਂ ਮੁਕਤ ਦਾਇਨੀ, ਮੁਕਤੀ ਦੇ ਦੇਣ ਵਾਲੀ ਕਥਾ ਅੱਗੇ ਕਹਿੰਦਾ ਹਾਂ। ਚੌਪਈ ਵੈਸੇ ਸ੍ਰੀ ਗੁਰੂ ਰੂਪ ਅਨੂਪਾ, ਜਿਨ੍ਹਾਂ ਦਾ ਬੜਾ ਹੀ ਸੁੰਦਰ ਰੂਪ ਹੈ, ਸੋਹਣੇ ਸਤਿਗੁਰੂ ਸੱਚੇ ਪਾਤਸ਼ਾਹ ਸੱਜ ਗਏ। ਹੋਰ ਪਿਤਾ ਕੋ ਹੁਤੋ ਜੋ ਕੂਪਾ, ਮੇਰੇ ਪਿਤਾ ਜੀ ਦਾ ਜਿਹੜਾ ਖੂਹ ਸੀ ਨਾ, ਉੱਥੇ ਜਾ ਕੇ ਸੱਜ ਗਏ ਹਨ। ਸਾਹਿਬ ਲੋਕ ਇੱਕ ਨਰਗਾ ਨਗਰੀ, ਉੱਥੇ ਦੇਖ ਕਰਕੇ ਇੱਕ ਬੰਦਾ ਜਿਹੜਾ ਸੀ ਨਗਰੀ ਦੇ ਵਿੱਚ ਗਿਆ। ਘਰ ਕਾਲੂ ਕੇ ਸੁਤ ਦਿਆ ਸਗਰੀ, ਬਾਬਾ ਕਲਿਆਣ ਚੰਦ ਦੇ ਘਰ ਉਹ ਸਿੱਧੇ ਲੋਕ ਹੁੰਦੇ, ਉਹ ਤਾਂ ਖੁਸ਼ੀ ਨਾਲ ਜਾ ਕੇ ਦੱਸਿਆ ਵੀ ਬਾਹਰ ਆਏ ਬੈਠੇ ਨੇ ਤੁਹਾਡੇ ਸੁਪੁੱਤਰ। ਜਾ ਕਰਕੇ ਕਲਿਆਣ ਚੰਦ ਜੀ ਨੂੰ ਦੱਸ ਦਿੱਤਾ। ਸੁਨੋ ਸਰੋਨ ਜਬ ਕਾਲ ਲਾਲ, ਉਸ ਵਕਤ ਜਦੋਂ ਸੁਣਿਆ ਮਨ ਦੇ ਵਿੱਚ ਇਹ ਗੱਲ, ਫਿਰ ਗੁੱਸਾ ਆ ਗਿਆ। ਬਾਬਾ ਕਲਿਆਣ ਚੰਦ ਨੇ ਸੁਣਿਆ ਤੇ ਲਾਲ ਪੀਲੇ ਹੋ ਗਏ ਉਸੇ ਵਕਤ। ਉੱਠ ਕਰ ਗਵਨ ਕਿਉਂ ਤਤਕਾਲੂ, ਉਸੇ ਵਕਤ ਚੱਲ ਕਰਕੇ ਗੁੱਸੇ ਦੇ ਵਿੱਚ ਆ ਗਏ। ਮਨ ਹੋਤੇ ਬਹੁਤ ਦਿਨ ਕੇ ਪਿਆਸੇ, ਪਰ ਇਹ ਸੀ ਕਿ ਮਨ ਦੇ ਅੰਦਰ ਇਹ ਪਿਆਰ ਵੀ ਸੀ, ਗੁੱਸਾ ਵੀ, ਦੋਨੋਂ ਹੀ ਗੱਲਾਂ ਇਕੱਠੀਆਂ ਹੋ ਜਾਂਦੀਆਂ ਨੇ। ਪਿਆਸ ਵੀ ਸੀ ਮਨ 'ਚ ਕਿ ਪੁੱਤਰ ਨੂੰ ਮਿਲਣਾ ਹੈ। ਫੇਰ ਸੋਚ ਲੈਂਦੇ ਕਿ ਇੱਕੋ ਪੁੱਤਰ ਹੈ, ਉਹਨੂੰ ਸਮਝਾਉਣਾ ਚੱਲ ਕੇ। ਜਲ ਕੋ ਸੁਨ ਦੌਰੇ ਤੇ ਪਾਸੇ, ਮਾਨੋ ਪਾਣੀ ਨੂੰ ਜਿਵੇਂ ਸੁਣ ਕੇ ਦੌੜਦਾ ਨਾ ਕੋਈ ਪਿਆਸਾ, ਉਸ ਤਰ੍ਹਾਂ ਦੌੜੇ ਹਨ ਉਸ ਪਾਸੇ। ਦੋਹਰਾ ਸੋਨਨ ਸੁਨ ਜਨਨੀ ਮਨੰ ਅਰਨਮ ਮਨਹੁ ਸਮਾਨ, ਜਦੋਂ ਮਾਤਾ ਜੀ ਨੇ ਕੰਨਾਂ ਦੇ ਵਿੱਚ ਸੁਣਿਆ ਤੇ ਮਨ ਦੇ ਵਿੱਚ ਇਉਂ ਉਛਾਲਾ ਆਇਆ ਜਿਵੇਂ ਸਮੁੰਦਰ ਇੱਕਦਮ ਲਹਿਰ ਮਾਰਦਾ, ਉੱਪਰ ਨੂੰ ਲਹਿਰ ਉਛਲਦੀ ਹੈ। ਸੋ ਮਾਤਾ ਤੋਂ ਰਹਿ ਨਾ ਹੋਇਆ। ਬੀਚੀ ਜਾਂ ਉਮਗਤ ਚੱਲੀ ਸੁਤਰੰਗ ਕਿਸ ਪ੍ਰਮਾਨ, ਸੋ ਲਹਿਰ ਉੱਠੀ ਐਸੀ ਮਨ ਦੇ ਅੰਦਰ ਜਿਵੇਂ ਸਮੁੰਦਰ ਦੇ ਵਿੱਚ ਉਦੋਂ ਪਾਣੀ ਤਾਂ ਨੂੰ ਚੜ੍ਹਿਆ ਆਉਂਦਾ, ਜਦੋਂ ਪੂਰਨਮਾਸ਼ੀ ਵਾਲੇ ਦਿਨ ਜਵਾਰ ਭਾਟਾ ਆਉਂਦਾ, ਪਾਣੀ ਕਾਫੀ ਤਾਂ ਚੜ੍ਹ ਜਾਂਦਾ। ਮਾਨੋ ਕਹਿੰਦੇ ਰਾਏ ਭੋਏ ਦੀ ਤਲਵੰਡੀ ਦੀ ਗਲੀਆਂ ਦੇ ਵਿੱਚ ਦੀ ਮਾਤਾ ਇਉਂ ਜਾ ਰਹੀ ਹੈ ਜਿਵੇਂ ਪਾਣੀ ਚੜ੍ਹ ਜਾਂਦਾ ਛੇਤੀ ਦੇ ਨਾਲ, ਕਿ ਜਾ ਕੇ ਆਪਣੇ ਪੁੱਤ ਨੂੰ ਮਿਲਾਂ, ਪੁੰਨਿਆਂ ਦੇ ਚੰਦ ਜਿਹੇ ਆਪਣੇ ਪੁੱਤਰ ਨੂੰ ਮਿਲਾਂ ਮੈਂ। ਚੌਪਈ ਬਤਸ ਬਲੋਕ ਨ ਬਹੁਤੇ ਬਾਸੁਰ, ਬਹੁਤ ਦਿਨ ਹੋ ਗਏ ਨੇ
ਆਪਣੇ ਪੁੱਤਰ ਨੂੰ ਜਾ ਕੇ ਮੈਂ ਕਦੇ ਨਹੀਂ ਮਿਲੀ ਹੁਣ। ਬਸ ਵਿਸ਼ੋਭ ਨੇਹ ਸ਼ਕ ਆਤੁਰ। ਸੋ ਇਸ ਤਰ੍ਹਾਂ ਇੱਕ ਪ੍ਰਮਾਣ ਪੁਰਾਣੇ ਟਾਈਮਾਂ ਦੇ ਇਹਨਾਂ ਚੀਜ਼ਾਂ ਦੇ ਬਹੁਤੇ ਦਿਨਾਂ ਤੋਂ ਜਿਹੜਾ ਹਿਰਦਾ ਸੀ, ਸੋ ਬਹੁਤਾ ਜ਼ਿਆਦਾ ਚਾਅ ਦੇ ਵਿੱਚ ਸੀ ਕਿ ਕਦੋਂ ਜਾ ਕੇ ਮੈਂ ਮਿਲਾਂ। ਚਲੀ ਧਾਏ ਅਟਪਟ ਪਗ ਪਾਵਹਿ। ਧਾ ਕਰਕੇ ਜਿਵੇਂ ਕਾਹਲੀ ਦੇ ਵਿੱਚ ਚੱਲੀ ਹੈ, ਧਾ ਕੇ ਦੌੜ ਕੇ ਛੇਤੀ ਛੇਤੀ ਬੇਥਵੇ ਅੱਗੇ ਪਿੱਛੇ ਚਰਨ ਪੈ ਰਹੇ ਨੇ, ਚਰਨ ਪੈਂਦੇ ਨੇ ਅੱਗੇ ਪਿੱਛੇ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਨੂੰ ਜਾ ਰਹੇ ਨੇ। ਮਿਲੋ ਤਾਇਲ ਆਸਨਾ ਮਨ ਲਿਆਵੇ। ਇਸ ਤਰ੍ਹਾਂ ਕਹਿੰਦੇ ਨੇ, ਉਹ ਤਾਇਲ ਮਤਲਬ ਕਾਹਲੀ ਨਾਲ ਜਾ ਕੇ ਮਿਲਾਂ, ਛੇਤੀ ਮਿਲਾਂ, ਮੈਂ ਸਭ ਤੋਂ ਪਹਿਲਾਂ ਮਿਲਾਂ। ਕਿਉਂ ਮਨ ਦੇ ਅੰਦਰ ਮਾਤਾ ਜੀ ਦੇ ਗੱਲ ਇਹ ਆ ਰਹੀ ਹੈ। ਸੁਣ ਸੁਣ ਸਭ ਕੁਟੰਬ ਕੇ ਗਵਨਾ। ਸੁਣ ਸੁਣ ਕੇ ਹੌਲੀ ਹੌਲੀ ਸਾਰਾ ਕੁਟੰਬ ਪਰਿਵਾਰ ਹੋਰ ਲੋਕ ਸਾਰੇ ਹੀ ਚੱਲ ਪਏ। ਤਹਾਂ ਗਏ ਜਹਥੇ ਗੁਣ ਭਵਨਾ। ਜਿੱਥੇ ਜਿੱਥੇ ਬੈਠੇ ਸਨ ਗੁਰੂ ਨਾਨਕ ਦੇਵ ਜੀ ਸਜੇ ਹੋਏ ਸੀ, ਉੱਥੇ ਚਲੇ ਗਏ। ਜਨਨ ਜਨਕ ਆਵਤ ਜਬ ਹੇਰੇ। ਜਦੋਂ ਮਾਤਾ ਪਿਤਾ ਜੀ ਦੋਨੋਂ ਜਾਣੇ ਆਉਂਦੇ ਦੇਖੇ ਮਹਾਰਾਜ ਨੇ, ਕਮਲਾਨਨ ਉੱਠ ਕਰ ਬਿਨ ਦੇਰੇ। ਸੋ ਉਸ ਵਕਤ ਕਮਲ ਵਰਗੇ ਸੁੰਦਰ, ਜਿਨ੍ਹਾਂ ਦੇ ਨੈਣ ਸਨ, ਸੁੰਦਰ ਚਿਹਰਾ ਸੀ, ਕਮਲ ਆਨੰਦ ਤੋਂ ਭਾਵ ਚਿਹਰਾ, ਉੱਠ ਕਰਕੇ ਬਿਨਾਂ ਦੇਰੀ ਤੋਂ ਖੜੇ ਹੋ ਗਏ। ਸਭਨ ਪਦਨ ਪਰ ਬੰਧਨ ਕੀਨੀ। ਸਾਰਿਆਂ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ। ਜਨਨੀ ਹਰਖ ਅਸੇਖਾ ਦੀਨੀ। ਮਾਤਾ ਜੀ ਨੇ ਖੁਸ਼ ਹੋ ਕੇ ਗੁਰੂ ਨਾਨਕ ਦੇਵ ਜੀ ਨੂੰ ਅਸੀਸ ਦਿੱਤੀ। ਘਰ ਸੋ ਲਾਏ ਨੀਰ ਦ੍ਰਿਗ ਜਾਈ। ਆਪਣੇ ਗਲ ਦੇ ਨਾਲ ਲਾ ਲਿਆ ਤੇ ਅੱਖਾਂ ਵਿੱਚੋਂ ਬਹੁਤ ਸਾਰਾ ਜਲ ਗਿਆ ਜਿਨ੍ਹਾਂ ਦੇ। ਮਹਾ ਮੋਹ ਮਾਤਾ ਬਿਰਮਾਈ। ਬਹੁਤ ਪਿਆਰ ਦੇ ਵਿੱਚ ਮਾਤਾ ਦੇ ਅੱਖਾਂ 'ਚ ਜਲ ਜਾ ਰਿਹਾ ਹੈ। ਤਜਨਾ ਸਖਤ ਸੁਤ ਕੋ ਨਿਜ ਅੰਕਾ। ਆਪਣੀ ਉਸ ਵਕਤ ਗਲਵੱਕੜੀ ਚੋਂ ਗੁਰੂ ਨਾਨਕ ਦੇਵ ਜੀ ਨੂੰ ਛੱਡਦੇ ਨਹੀਂ ਹਨ, ਘੁੱਟ ਕੇ ਗਲਵੱਕੜੀ ਪਾਈ ਹੋਈ ਆ, ਅੱਖਾਂ ਵਿੱਚੋਂ ਜਾਰ ਜਾਰ ਜਲ ਜਾ ਰਿਹਾ। ਜਿਉ ਪਾਵੇ ਪਾਰਸ ਕੇ ਤਰੰਕਾ। ਜਿਵੇਂ ਕੋਈ ਕੰਗਾਲ ਮਾਨੋ ਪਾਰਸ ਦੀ ਵੱਟੀ ਪ੍ਰਾਪਤ ਕਰ ਲਵੇ ਜੀ। ਅਸਰ ਭਾਤ ਸੋ ਭੀਗੇ ਅੰਗਾ। ਇਉਂ ਅੱਖਾਂ ਵਿੱਚੋਂ ਆਏ ਹੋਏ ਅਥਰੂਆਂ ਦੇ ਨਾਲ ਮਹਾਰਾਜ ਦੇ ਅੰਗ ਵੀ ਭਿੱਜ ਗਏ। ਮਨੋਂ ਪ੍ਰੇਮ ਪ੍ਰਭਾਵ ਹੈ ਉਮੰਗਾ। ਮਾਨੋ ਪ੍ਰੇਮ ਦਾ ਪ੍ਰਵਾਹ ਉਤਸ਼ਾਹ ਦੇ ਸਹਿਤ ਆ ਰਿਹਾ ਹੈ। ਦੋਹਰਾ ਦੇਖ ਗੁਰੂ ਕੋ ਦੇਖ ਕਰ ਪਿਤ ਵਸੇਖ ਰਿਸਮਾਨ। ਜਦੋਂ ਮਹਾਰਾਜ ਦਾ ਇਹ ਲਿਬਾਸ ਦੇਖਿਆ, ਲੰਬਾ ਚਰਨਾਂ ਤੱਕ ਉਹ ਚੋਲਾ ਪਾਇਆ ਹੋਇਆ ਸੀ, ਮਹਾਰਾਜ ਸੱਚੇ ਪਾਤਸ਼ਾਹ ਦੇ ਖਪਣੀ ਪਾਈ ਹੈ, ਬਹੁਤਾ ਜ਼ਿਆਦੇ ਮਨ ਦੇ ਅੰਦਰ ਬਾਬਾ ਕਲਿਆਣ ਚੰਦ ਦੇ ਗੁੱਸਾ ਆਇਆ ਹੈ। ਕਟ ਕਪੀਨ ਇੱਕ ਨੁਕਤ ਕਰ ਦੋ ਦੁਪਟੇ ਸੰਵਿਆਨ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਦਾ ਉਹ ਲਿਬਾਸ ਬਣਾਇਆ ਹੋਇਆ ਸੀ, ਸੋ ਇਸ ਤਰ੍ਹਾਂ ਲੱਕ ਦੇ ਨਾਲ ਸਾਫਾ ਜਿਹਾ ਬੰਨਿਆ ਹੋਇਆ, ਕੁਪੀਨ ਜਿਹੜੀ ਬੰਨੀ ਹੁੰਦੀ ਹੈ, ਇਸ ਤਰ੍ਹਾਂ ਲੱਕ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਵੇਂ ਬੰਨ੍ਹਦੇ ਨੇ ਜੋਗੀ ਲੋਕ, ਜਿਵੇਂ ਪੁਰਾਣੇ ਟਾਈਮਾਂ ਸਾਧੂ ਸੰਤ ਬੰਨ੍ਹਦੇ ਸੀ, ਕਟ ਕੁਪੀਨ ਇੱਕ ਨੁਕਤ ਕਰ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਾਫਾ ਕਰ ਹੱਥ ਵਿੱਚ ਪਕੜਿਆ ਹੋਇਆ, ਪਰਨਾ ਜਿਹਨੂੰ ਕਹਿੰਦੇ ਆਪਾਂ, ਔਰ ਦੋ ਦੁਪੱਟੇ ਸੰਬਿਆਨ। ਤੇ ਉਹ ਦੋ ਜਿਹੜੇ ਸੀਗੇ ਪੱਟਾਂ ਵਾਲੇ ਦੋ ਚਾਦਰੇ ਜਿਹੜੇ ਸੀ ਉਹ ਨਾਲ ਬੰਨੇ ਹੋਏ ਸਨ। ਗਾਤੀ ਜੀ ਵਾਂਗੂ ਵੀ ਲਾ ਲੈਂਦੇ, ਕਦੇ ਚੋਲਾ ਪਾ ਲੈਂਦੇ, ਕਦੇ ਕੋਈ ਰੂਪ। ਮਹਾਰਾਜ ਨੇ ਕਈ ਰੂਪ ਬਣਾਏ, ਕਿਉਂਕਿ ਗੁਰੂ ਨਾਨਕ ਦੇਵ ਜੀ ਜਿਸ ਇਲਾਕੇ ਵਿੱਚ ਜਾਂਦੇ ਸੀ, ਜਿਹੜੀ ਚੀਜ਼ ਦਾ ਜ਼ਿਆਦਾ ਜ਼ੋਰ ਹੁੰਦਾ ਉਹ ਜਿਹਾ ਉੱਥੇ ਜਾ ਕੇ ਬਾਣਾ ਪਾ ਲੈਣਾ, ਤਾਂ ਕਿ ਹਲੇ ਕਿਉਂਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਕੋਈ ਮੰਨਣ ਨੂੰ ਤਿਆਰ ਨਹੀਂ ਕਿਸੇ ਗੱਲ ਨੂੰ। ਫਿਰ ਉਹਨਾਂ ਸਾਰਿਆਂ ਨੂੰ ਮਨਾਉਣਾ ਸਤਿਗੁਰੂ ਨੇ ਜਾ ਕੇ। ਚੌਪਈ ਕਟਹਿ ਲਪੇਟੋ ਇੱਕ ਸੰਬਿਆਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਲੱਕ ਨਾਲ ਵੀ ਇੱਕ ਚਾਦਰਾ ਬੰਨਿਆ ਹੋਇਆ, ਉਹ ਗੇਰੂ ਰੰਗੇ ਬਸਤਰ ਜਿਵੇਂ ਬੰਨ੍ਹਦੇ ਨੇ। ਦੂਜੋ ਤਨ ਪਰ ਮਿਆਨ ਨਿਧਾਨਾ। ਦੂਸਰਾ ਸਰੀਰ ਦੇ ਉੱਤੇ ਇਸ ਵਕਤ ਇਹ ਰੂਪ ਬਣਾਇਆ, ਇੱਕ ਚਾਦਰਾ ਉੱਪਰ ਲਿਆ ਹੋਇਆ ਮਹਾਰਾਜ ਨੇ, ਇੱਕ ਲੱਕ ਦੇ ਨਾਲ ਬੰਨਿਆ ਹੋਇਆ। ਇੱਕ ਨੁਕਤ ਸਿਰ ਉੱਪਰ ਸੋ ਹੈ। ਇੱਕ ਦੁਪੱਟਾ ਜਿਹੜਾ ਹੈ 2 ਮੀਟਰ ਦਾ, ਜਿਹੜਾ ਉਹ ਸੀਸ ਦੇ ਉੱਤੇ ਸਜਾਇਆ ਹੋਇਆ ਹੈ। ਮਿੰਤੀ ਜੁਗਲ ਗਜਨ ਕਾ ਜੋ ਹੈ। ਮਿੰਤੀ ਜੁਗਲ ਤੋਂ ਭਾਵ 2 ਗਜਾਂ ਦਾ ਜੋ ਹੈ ਉਹ ਬੰਨਿਆ ਹੋਇਆ ਹੈ। ਐਸੋ ਧਿਆਨ ਧਰਤ ਸਿੱਖ ਜੇਊ। ਇਹੋ ਜਿਹਾ ਧਿਆਨ ਜਿਹੜੇ ਗੁਰਸਿੱਖ ਧਰਦੇ ਹਨ, ਮਨ ਬਾਂਸ ਫਲ ਪਾਵੇ ਤੇਊ। ਉਹ ਮਨ ਭਾਉਂਦਾ ਫਲ ਪ੍ਰਾਪਤ ਕਰਦੇ ਹਨ। ਇੱਥੋਂ ਲੈ ਕੇ ਇਸ ਸਰੂਪ ਤੋਂ ਸ਼ੁਰੂ ਕੀਤੀ ਚੀਜ਼ 239 ਵਰ੍ਹੇ ਬਾਅਦ ਫਿਰ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ 250 ਵਰ੍ਹੇ ਬਾਅਦ ਇਸ ਤਰ੍ਹਾਂ ਹੌਲੀ ਹੌਲੀ ਪ੍ਰਚਲਿਤਤਾ ਕੀਤੀ। ਸੋ 10ਵੇਂ ਪਾਤਸ਼ਾਹ ਮਹਾਰਾਜ ਨੇ ਪੂਰੇ 200 ਸਾਲਾਂ ਬਾਅਦ ਫਿਰ ਇਹ ਖੰਡੇ ਬਾਟੇ ਦਾ ਜਾ ਕੇ ਕਿਤੇ ਅੰਮ੍ਰਿਤ ਸੰਗਤ ਨੂੰ ਬਖਸ਼ਿਆ। ਰਹਿਤ ਮਰਿਆਦਾ, ਬਾਣਾ, ਬਾਣੀ,
ਸ਼ੁਰੂ ਕਰਨ ਵੇਲੇ ਸਤਿਗੁਰੂ ਮਹਾਰਾਜ ਨੇ ਤਾਂ ਉਹੀ ਲਿਬਾਸ ਰੱਖਿਆ ਜਿਹੜਾ ਆਮ ਤੌਰ ਤੇ ਉਸ ਸਮੇਂ ਵਿੱਚ ਸਾਧੂ ਸੰਤ ਜੋਗੀ ਲੋਕ ਪਾਉਂਦੇ, ਤਾਂ ਕਿ ਕਿਸੇ ਨੂੰ ਜ਼ਿਆਦਾ ਪਤਾ ਨਾ ਲੱਗੇ ਕਿਸੇ ਗੱਲ ਦਾ। ਜਬ ਕਾਲੂ ਬਿਖ ਰਿਸਮਨ ਕੀਨੀ, ਜਦੋਂ ਦੇਖ ਕਰਕੇ ਬਾਬਾ ਕਲਿਆਣ ਚੰਦ ਜੀ ਨੇ ਕਾਫੀ ਗੁੱਸਾ ਕੀਤਾ। ਲਾਲੂ ਸ਼ਬਦ ਮਨ ਮਹਿ ਚੀਨੀ, ਬਾਬਾ ਲਾਲ ਚੰਦ ਜੋ ਚਾਚਾ ਜੀ ਸੀ ਗੁਰੂ ਨਾਨਕ ਦੇਵ ਜੀ ਦੇ, ਉਹ ਵੀ ਆਏ ਹੋਏ ਸੀ। ਉਹਨਾਂ ਨੇ ਵੀ ਜਾਣ ਲਿਆ ਕਿ ਹੁਣ ਕੰਮ ਖਰਾਬ ਹੋਣਾ ਇੱਥੇ, ਸਰਵ ਵਿਦਨ ਸੋ ਅਧਿਕ ਬੁੱਧਵਾਨਾ, ਕਿਉਂਕਿ ਚਾਚਾ ਜੀ ਕਾਫੀ ਮਹਾਰਾਜ ਦੇ ਲਾਲ ਚੰਦ ਜੀ ਬਹੁਤ ਸਿਆਣੇ ਸਨ, ਬੁੱਧੀਵਾਨ ਸਨ। ਕਰ ਵਿਚਾਰ ਤਿਨ ਬਚਨ ਵਖਾਨਾ, ਉਹਨਾਂ ਨੇ ਵਿਚਾਰ ਕਰਕੇ ਉਸ ਵਕਤ ਬਚਨ ਕੀਤਾ, ਹਮਰੀ ਤੁਮਰੀ ਏਕ ਹੈ ਲਾਜਾ, ਸਾਡੀ ਅਤੇ ਤੁਹਾਡੀ ਇੱਕੋ ਹੀ ਲਾਜ ਹੈ ਆਪਸ ਵਿੱਚ। ਜਸ ਅਪਜਸ ਕੋ ਕਾਜ ਉਪਾਜਾ, ਹੁਣ ਚਾਹੇ ਜਸ ਹੋਵੇ ਤਾਂ ਵੀ ਆਪਣਾ ਇੱਕੋ ਜਿਹਾ, ਬਦਨਾਮੀ ਹੋਵੇ ਤਾਂ ਵੀ ਇੱਕੋ ਜਿਹੀ ਹੈ, ਕੰਮ ਹੋਵੇ ਤਾਂ ਵੀ ਇੱਕੋ ਜਿਹਾ, ਤੇ ਕੁਕਾਜ ਕੋਈ ਪੁੱਠਾ ਕੰਮ ਹੋ ਜੇ ਉਹ ਵੀ ਇੱਕੋ ਜਿਹਾ। ਆਪਣੀ ਲਾਜ ਸਾਰਿਆਂ ਦੀ ਇੱਕੋ ਹੀ ਹੈ। ਦੋਹਰਾ ਇੱਕ ਬਨਾਰਸੀ ਮਾਤ ਹਮ ਪਿਤਾ ਏਕ ਸਿਵ ਰਾਮ। ਉਸ ਵਕਤ ਚਾਚਾ ਲਾਲ ਚੰਦ ਜੀ ਕਹਿਣ ਲੱਗੇ ਬਾਬਾ ਕਲਿਆਣ ਚੰਦ ਜੀ ਨੂੰ ਵੀ ਦੇਖੋ ਇੱਕੋ ਹੀ ਮਾਤਾ ਹੈ ਸਾਡੀ ਦੋਨਾਂ ਦੀ, ਆਪਣੀ ਬਨਾਰਸੀ ਸੀ ਜਿਹੜੀ ਮਾਤਾ ਗੁਰੂ ਨਾਨਕ ਦੇਵ ਜੀ ਦੀ ਦਾਦੀ ਜੀ, ਔਰ ਇੱਕੋ ਹੀ ਸਾਡਾ ਪਿਤਾ ਸ਼ਿਵ ਰਾਮ ਜੀ। ਇਸ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਥੋੜੀ ਸ਼ਾਂਤੀ ਰੱਖੋ ਮਨ 'ਚ। ਹਮਰਾ ਤੁਮਰਾ ਭੇਦ ਨ ਹੈ ਏਕੋ ਸਭ ਧਾਮ, ਆਪਣਾ ਤੁਹਾਡਾ ਕੋਈ ਫਰਕ ਨਹੀਂ ਆਪਸ ਵਿੱਚ, ਆਪਣਾ ਘਰ ਇੱਕੋ ਹੀ ਹੈ, ਅਲੱਗ ਅਲੱਗ ਨਹੀਂ ਸਮਝਣਾ ਤੁਸੀਂ। ਜੋ ਪਈ ਮਾਨੋ ਬਚਨ ਕਹਿਓ ਅਬ ਮੇਰਾ, ਹੁਣ ਤੁਸੀਂ ਇਉਂ ਕਰੋ, ਜੇ ਮੇਰਾ ਕਿਹਾ ਹੋਇਆ ਬਚਨ ਮੰਨ ਲਓ ਮਨ 'ਚ। ਕਠਨ ਸੁਭਾਏ ਅਧਿਕ ਹੈ ਤੇਰਾ, ਕਿਉਂਕਿ ਤੁਹਾਡਾ ਸੁਭਾਅ ਜਿਹੜਾ ਨਾ ਬਹੁਤਾ ਜ਼ਿਆਦਾ ਕਠੋਰ ਜਿਹਾ ਹੈ। ਨਹਿ ਦੁਰਬਾਕ ਬਖਾਨੋ ਕੋ, ਤੁਸੀਂ ਦੇਖੋ ਇੱਥੇ ਇੰਨੀ ਦੇਰ ਬਾਅਦ ਆਏ ਨੇ, ਇੰਨਾ ਹੀ ਸ਼ੁਕਰ ਮਨਾਓ ਕਿ ਆਏ ਨੇ, ਇੰਨੇ ਸਾਲਾਂ ਬਾਅਦ ਆਏ ਨੇ। ਐਵੇਂ ਨਾ ਹੁਣ ਝਗੜਾ ਕਰਿਓ, ਕੋਈ ਖੋਟਾ ਵਾਕ ਮਾੜਾ ਵਾਕ ਕਹਿ ਦਿਓ, ਜਦੋਂ ਆਉਂਦੇ ਉਦੋਂ ਹੀ ਲੜਨ ਲੱਗ ਜਾਂਦੇ। ਹੁਣ ਉਹ ਕੀ ਕਰੇ ਫਿਰ, ਉਹ ਆਪਣੇ ਦੁਨਿਆਵੀ ਢੰਗ ਨਾਲ ਕਹਿੰਦੇ ਨੇ ਕਿ ਜਦੋਂ ਆਉਂਦੇ ਲੜਨ ਲੱਗ ਜਾਂਦੇ ਹੋ, ਉਹ ਫਿਰ ਉਦਾਸ ਹੋ ਕੇ ਚਲੇ ਜਾਂਦੇ ਨੇ। ਪਿਆਰ ਨਾਲ ਨਹੀਂ ਕਿਹਾ ਜਾਂਦਾ ਤੁਹਾਤੋਂ, ਨਿਆਣੇ ਨੂੰ ਪਿਆਰ ਨਾਲ ਸਮਝਾਈਦਾ, ਆਪਣਾ ਪੁੱਤ ਆ, ਇੱਕੋ ਇੱਕ ਪੁੱਤ ਆ, ਮੇਰਾ ਵੀ ਇਹੀ ਪੁੱਤ ਹੈ। ਫਿਰ ਤੁਸੀਂ ਪਿਆਰ ਨਾਲ ਕਿਹਾ ਕਰੋ। ਤਾਂ ਜਦੋਂ ਆਉਂਦੇ ਪੈਸਾ ਖਰਾਬ ਕਰਤਾ, ਤੂੰ ਆਹ ਕਰਤਾ, ਫਿਰ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਹੁਣ ਦੇਖੋ ਉਮਰ ਵਡੇਰੀ ਹੈ, ਵਿਆਹੇ ਬਰੇ ਨੇ, ਇਸ ਤਰ੍ਹਾਂ ਦੇ ਉਪਦੇਸ਼ ਹੁੰਦੇ ਸੀ ਪਹਿਲਾਂ, ਹੁਣ ਵੀ ਇਹੀ ਉਪਦੇਸ਼ ਹੈ। ਰੋਸ ਨਿਵਾਰੇ ਹਿਰਦੇ ਜੋ, ਜਿਹੜਾ ਮਨ ਦੇ ਅੰਦਰ ਗੁੱਸਾ ਆਇਆ ਹੋਇਆ ਇਹਨੂੰ ਪਹਿਲਾਂ ਸ਼ਾਂਤ ਕਰੋ ਆਪਣੇ। ਅਨ ਉਚਰ ਮੁਦਰ ਬਰ ਵੈਨਾ, ਨਾਲੇ ਨਿਆਣੇ ਨਾਲ ਪੇਸ਼ ਐ ਨਹੀਂ ਆਈਦਾ, ਹੁਣ ਬਰਾਬਰ ਦੇ ਆ। ਫਿਰ ਮਿੱਠੇ ਵਾਕ ਬੋਲੀ ਦੇ ਹੁੰਦੇ ਆ, ਮਿਠਾਸ ਭਰੇ ਬਚਨ ਕਹੀਦੇ ਹੁੰਦੇ ਨੇ। ਇੱਕ ਵਾਰ ਲੈ ਚਲੀਏ ਐਨਾ, ਮਿੱਠਾ ਮਿੱਠਾ ਬੋਲ ਕੇ ਇੱਕ ਵਾਰ ਘਰ ਦਾ ਲੈ ਕੇ ਚੱਲੋ, ਇੱਥੇ ਖੂਹ ਤੇ ਹੀ ਆ ਕੇ ਲੜਨ ਲੱਗ ਪੈਣਾ ਤੁਸੀਂ। ਅਸ ਸੁਨ ਕਾਲੂ ਤੂੰ ਸੁਨ ਰਹਿਓ, ਕਿਉਂ ਸਮਝਾਇਆ ਫਿਰ ਸਮਝ ਵੀ ਜਾਂਦੇ ਸੀ। ਪਹਿਲਾਂ ਬੇਬੇ ਨਾਨਕੀ ਸਮਝਾਉਂਦੀ ਹੁੰਦੀ ਸੀ, ਹੁਣ ਬਾਬਾ ਲਾਲ ਚੰਦ ਜੀ ਸਮਝਾਉਂਦੇ ਆ। ਪਰ ਵਿਚਾਰ ਨ ਹੈ ਬਚ ਕਛ ਕਹਿਓ। ਅੱਛਾ ਚਲੋ ਠੀਕ ਹੈ, ਤੁਹਾਡੀ ਗੱਲ ਮੇਰੇ ਮਨ 'ਚ ਵੀ ਲੱਗੀ ਆ, ਆਪਾਂ ਲੜਨਾ ਨਹੀਂ ਹੈਗਾ। ਇਹ ਮੇਰੇ ਮਨ ਨੂੰ ਗੱਲ ਭਾ ਗਈ, ਚੰਗੀ ਲੱਗੀ ਹੈ। ਲਾਲੂ ਟਿਕ ਹਵੈ ਬਚਨ ਉਵਾਚਾ, ਉਸ ਵਕਤ ਨੇੜੇ ਹੋ ਕਰਕੇ ਲਾਲ ਚੰਦ ਜੀ ਨੇ ਬਚਨ ਕਿਹਾ, ਸੁਨ ਨਾਨਕ ਮੈਂ ਤੁਮਰੋ ਚਾਚਾ, ਸੁਣੋ ਪੁੱਤਰ ਨਾਨਕ ਜੀ, ਮੈਂ ਤੁਹਾਡਾ ਚਾਚਾ ਲੱਗਦਾ ਹਾਂ। ਅੰਤਰ ਤਨਕ ਤੋਰ ਮਮ ਵੈਸਾ, ਇਸ ਕਰਕੇ ਫਰਕ ਤੇਰੇ ਪਿਤਾ ਜੀ ਤੇ ਮੇਰੀ ਉਮਰ ਦਾ ਥੋੜਾ ਜਿਹਾ ਹੀ ਫਰਕ ਹੈ। ਮੈਂ ਹਾਂ ਤੁਮਰੇ ਦਾਤਾ ਤੇ ਜੈਸਾ, ਮੈਂ ਵੀ ਤਾਂ ਤੁਹਾਡੇ ਪਿਤਾ ਜੀ ਵਰਗਾ ਹੀ ਆ ਨਾ, ਇਹ ਜਾਣ ਲਓ। ਦੋਹਰਾ ਜਬ ਵਿਦੇਸ਼ ਉੱਠ ਕਰ ਚਲੇ, ਰੁਦਨ ਕਰਤ ਤਬ ਮਾਤ। ਹੁਣ ਜਦੋਂ ਤੁਸੀਂ ਵਿਦੇਸ਼ ਨੂੰ ਉੱਠ ਕੇ ਗਏ ਸੀ, ਤੁਹਾਨੂੰ ਯਾਦ ਹੈ ਤੁਹਾਡੀ ਮਾਤਾ ਜੀ ਵਿਚਾਰੀ ਕਿੰਨਾ ਹੀ ਉਸ ਵਕਤ ਰੋਏ ਸਨ। ਸੁਤ ਕੋ ਬਿਰਹਿ ਵਿਚਾਰ ਕੈ ਬਿਲਪਤਾ ਬਾਸੁਰ ਰਾਤ, ਸੇ ਪੁੱਤਰ ਦਾ ਵਿਛੋੜਾ ਵਿਚਾਰ ਕੇ ਮਾਂ ਵਿਚਾਰੀ ਰਾਤ ਦਿਨ ਰੋਂਦੀ ਰਹਿੰਦੀ ਹੈ। ਜੋ ਪਈ ਕਾਲੂ ਤੁਮਹੈ ਕੁਵਾਕ ਉਚਾਰੇ, ਇਹ ਜਿਹੜੇ ਭਰਾਤਾ ਜੀ ਵੱਡੇ ਕਲਿਆਣ ਚੰਦ ਜੀ ਨੇ ਤੁਹਾਨੂੰ ਬਹੁਤ ਪੁੱਠੇ ਵਾਕ ਕਹਿੰਦੇ, ਉਹ ਕੋਲ ਮੂੰਹ ਕਰਕੇ ਸਮਝਾਉਂਦੇ ਕੰਨ ਦੇ, ਕਿ ਕਲਿਆਣ ਚੰਦ ਫੇਰ ਸੁਣ ਕੇ ਨਾ ਆ ਜੇ ਗੁੱਸੇ 'ਚ, ਜਿਵੇਂ ਆਪਣਾ ਜਾਣ ਕੇ ਸਮਝਾਈਦਾ ਹੈ। ਚੇਤਨ ਕਰ ਚਿਤ ਦੇਹੋ ਵਿਸਾਰੇ, ਜਿਹੜਾ ਤੈਨੂੰ ਇਹਨਾਂ ਨੇ ਕਵਾਕ ਕਹੇ ਨੇ ਪਿੱਛੇ ਬਹੁਤੇ ਪੁੱਠੇ ਸਿੱਧੇ ਕਹਿ ਜਾਂਦੇ, ਇਹਨਾਂ ਸੁਭਾਅ ਹੈ, ਉਹ ਨਾ ਯਾਦ ਕਰਿਓ, ਸਾਰੇ ਭੁਲਾ ਦਿਓ ਆਪਣੇ ਮਨ 'ਚੋਂ। ਨਿਜ ਜਨਨੀ ਦਿਸ ਦੇਖ ਦਿਆ ਕਰ, ਚਲੋ ਉਧਰ ਛੱਡੋ ਤੁਸੀਂ ਇਹਨਾਂ ਦਾ ਸੁਭਾਅ ਗੁੱਸੇ ਵਾਲਾ। ਆਪਣੀ ਮਾਤਾ ਵੱਲ ਤਾਂ ਦੇਖੋ, ਵਿਚਾਰੀ ਕਿਵੇਂ ਰੋ ਰਹੀ ਹੈ। ਗਮਨੋ ਨਹਿੰਦ ਦੇਸ ਰਹੋ ਨਿਜ ਘਰ, ਤੁਸੀਂ ਐ ਦੇਸ਼ਾਂ ਵਿਦੇਸ਼ਾਂ ਨਾ ਜਾਓ,
ਆਪਣੇ ਘਰ ਹੀ ਰਿਹਾ ਕਰੋ। ਮਨ ਸਨੇ ਮੈਂ ਮਗਨ ਰਹੈ ਨਿਤ। ਇਸ ਕਰਕੇ ਤੁਸੀਂ ਇਹੋ ਜਿਹਾ ਕਰੋ ਕਿ ਮਨ ਦੇ ਵਿੱਚ ਜਿਹੜਾ ਮੋਹ ਹੈ, ਮਾਤਾ ਉਸ ਮੋਹ ਵਿੱਚ ਮਗਨ ਰਹਿੰਦੀ ਹੈ ਰੋਜ਼। ਗਇਓ ਵਿਦੇਸ ਹੋਤੋ ਮੁਝ ਇੱਕ ਸੋਤਾ। ਕਿਉਂ ਮਾਂ ਨੂੰ ਇਹ ਹੁੰਦਾ ਵੀ ਇੱਕੋ ਇੱਕ ਪੁੱਤਰ ਹੈ, ਉਹੀ ਵਿਦੇਸ਼ ਚਲਿਆ ਗਿਆ ਮੇਰਾ। ਜਾਂਤੇ ਕਰਤ ਬਿਲਾਪ ਕਲਾਪਾ। ਇਸ ਕਰਕੇ ਮਾਤਾ ਜਿਹੜੀ ਹੈ ਨਾ ਤੁਹਾਡੀ, ਉਹ ਬਹੁਤਾ ਜ਼ਿਆਦਾ ਵਿਰਲਾਪ ਕਰਦੀ ਹੈ। ਸੁਤ ਬਿਰਹਾ ਤੇ ਧਨ ਪਰਤਾਪਾ। ਜੋ ਪੁੱਤਰ ਦਾ ਵਿਛੋੜਾ ਹੁੰਦਾ ਹੈ ਨਾ, ਇਹਦੇ ਨਾਲ ਸਰੀਰ ਦੇ ਉੱਤੇ ਤਾਪ ਹੁੰਦਾ, ਭਾਵ ਪੀੜਤ ਹੋ ਜਾਂਦਾ ਸਰੀਰ ਬੰਦੇ ਦਾ। ਸੁਨਤ ਸਰੋਤ ਸਦਨ ਹੈ ਤੇ ਧਾਈ। ਸੋ ਜਦੋਂ ਜਦੋਂ ਕੰਨਾਂ 'ਚ ਇਹਨਾਂ ਨੇ ਸੁਣਿਆ ਕਿ ਤੁਸੀਂ ਆਏ ਹੋ, ਸਾਰਿਆਂ ਨਾਲੋਂ ਦੇਖ ਲਓ ਨਾ, ਇੰਨੀ ਉਮਰ ਹੈ ਮਾਤਾ ਦੀ, ਬਿਰਧ ਹੈ ਵਿਚਾਰੀ, ਦੌੜ ਕੇ ਆਈ ਹੈ ਕਾਹਲੀ ਕਾਹਲੀ, ਆਏ ਮੈਂ ਆਪਣੇ ਪੁੱਤ ਨੂੰ ਮਿਲਣਾ। ਇੰਨੀ ਖਿੱਚ ਪੈਂਦੀ ਤੁਹਾਡੀ ਇਹਨਾਂ ਨੂੰ। ਬਦਨ ਬਲੋਕਨ ਹਿਤ ਦ੍ਰਿਤ ਆਈ। ਸੋ ਦੇਖ ਤੇਰਾ ਮੂੰਹ ਦੇਖਣ ਵਾਸਤੇ ਧਾਈ ਆਈ ਵਿਚਾਰੀ ਭੱਜ ਕੇ ਕਾਹਲੀ ਦੇ ਨਾਲ। ਵੱਡੋ ਭਰਾਤ ਹੋ ਪਿਤ ਸਮਝਾਨੋ। ਸੋ ਇਸ ਕਰਕੇ ਪਿਤਾ ਦੇ ਸਮ ਤੋਂ ਬਰਾਬਰ ਜਿਹੜਾ ਹੈ ਜਾਣਨਾ ਕਰੋ, ਭਾਵ ਵੱਡੇ ਭਰਾ ਕਾਲੂ ਨੂੰ ਮੈਂ ਪਿਤਾ ਸੋ ਬਣ ਕੇ ਜਾਣਨਾ, ਕਿਉਂਕਿ ਇਹ ਵੱਡਾ ਭਰਾ ਪਿਤਾ ਵਰਗਾ ਹੀ ਹੁੰਦਾ ਹੈ। ਸਨਮੁਖ ਨੇ ਕੋਬ ਵਚਨ ਬਖਾਨੋ। ਸੋ ਸਨਮੁਖ ਕਦੇ ਵੀ ਇਹਨਾਂ ਦੇ ਮੈਂ ਵਚਨ ਨਹੀਂ ਕਹਿੰਦਾ। ਦੋਹਰਾ ਨਿਜਨ ਕੇਤ ਚਲੇ ਅਬੈ ਰਹੋ ਨਾ ਜਾਓ ਵਿਦੇਸ਼। ਆਪਣੇ ਘਰ ਚੱਲੋ ਹੁਣ, ਬਸ ਦੇਸ਼ਾਂ ਵਿਦੇਸ਼ਾਂ ਦੀ ਬਥੇਰੀ ਸੈਰ ਹੋ ਗਈ, ਹੁਣ ਨਹੀਂ ਕਿਤੇ ਜਾਣਾ। ਮਾਤ ਪਿਤਾ ਸੁਖ ਦੀਜੀਏ ਦੂਰ ਕਰੋ ਇਹ ਵੇਸ। ਆਹ ਜਿਹੜਾ ਲਿਬਾਸ ਜਿਹਾ ਪਾਇਆ ਹੋਇਆ ਤੁਸੀਂ ਸਾਧੂ ਸੰਤਾਂ ਵਾਲਾ, ਇਹ ਲਾ ਦਿਓ ਔਰ ਆਪਣੇ ਮਾਤਾ ਪਿਤਾ ਨੂੰ ਘਰੇ ਰਹਿ ਕੇ ਸੇਵਾ ਕਰੋ, ਸੁਖ ਦਿਓ ਇਹਨਾਂ ਨੂੰ। ਜੋ ਪਈ ਗਿਆਨ ਸਾਨ ਸ੍ਰੀ ਨਾਨਕ ਬਾਣੀ। ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਗਿਆਨ ਦੇ ਵਿੱਚ ਮਿਲੀ ਹੋਈ ਬਾਣੀ ਉਚਾਰਨ ਕੀਤੀ, ਉਹਨਾਂ ਨੂੰ ਉਪਦੇਸ਼ ਦਿੱਤਾ। ਆਨੰਦ ਭਨੈ ਅਨਕ ਗੁਣ ਖਾਨੀ। ਆਨੰਦ ਤੋਂ ਭਾਵ ਮੁੱਖੋਂ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਜੀ ਕਹਿੰਦੇ ਆ। ਇੱਕ ਨਕੇਤ ਰੋਕਿਓ ਕਰ ਦਾਵਾ। ਇੱਕ ਘਰ ਮੱਲਿਆ ਹੋਇਆ ਹੈ ਆਪਣਾ ਦਾਵਾ ਕਰਕੇ ਮੈਂ, ਜੇਤੇ ਕਵੇ ਨਾ ਹੋਤ ਚਲਾਵਾ। ਸੋ ਜਿੱਥੋਂ ਵੀ ਕਦੇ ਚਲਾਵਾ ਨਹੀਂ ਹੁੰਦਾ, ਇਹ ਦੁਨਿਆਵੀ ਘਰਾਂ ਤੋਂ ਚਲਾਵਾ ਹੋ ਜਾਂਦਾ ਨਾ। ਮੈਂ ਤਾਂ ਇੱਕ ਆਪਣਾ ਘਰ ਬਣਾਇਆ ਹੋਇਆ। ਪੂਰਨ ਕੇਤ ਔਰ ਸਭ ਜਾਣੇ। ਬਾਕੀ ਜਿਹੜੇ ਘਰ ਨੇ ਨਾ, ਉਹ ਤਾਂ ਸਾਰੇ ਝੂਠੇ ਹਨ। ਇਹ ਨਕੇਤ ਸੋ ਜਬ ਮਨ ਮਾਨੇ। ਉਸ ਘਰ ਵਿੱਚ ਜਦੋਂ ਬੰਦੇ ਦਾ ਮਨ ਮੰਨ ਜਾਂਦਾ ਸੱਚਖੰਡ ਦੇ ਵਿੱਚ, ਬਿਰਤ ਜਾਏ ਇਹ ਕੂਰ ਪਸਾਰਾ। ਇਹ ਝੂਠੇ ਘਰ ਤਾਂ ਨਾਸ ਹੋ ਜਾਣੇ ਨੇ। ਉਹ ਨਹੀਂ ਨਾ ਨਾਸ ਹੁੰਦਾ ਜਿਹੜੇ ਘਰ ਮੈਂ ਮੱਲੇ ਹੋਏ ਨੇ। ਫਸਹਿ ਬਾਦ ਨਰ ਜੰਗ ਜੰਜਾਰਾ। ਇਹ ਜਿਹੜੇ ਸੰਸਾਰ ਦੇ ਲੋਕ ਨੇ ਬੇਅਰਥ ਐਵੇਂ ਹੀ ਸੰਸਾਰ ਜੱਗ ਦੇ ਵਿੱਚ ਜੰਜਾਲਾਂ ਵਿੱਚ ਫਸ ਜਾਂਦੇ ਆ। ਇਹ ਸਾਰੇ ਜਾਣੇ ਫਸੇ ਹੋਏ ਹਨ। ਵੈਸ ਵਿਹਾਵੇ ਵਿਸਰੇ ਸਾਰੀ। ਸਾਈਂ ਤੋਂ ਵਿਸਰਿਆ, ਪਰਮਾਤਮਾ ਤੋਂ ਵਿਸਰਿਆ। ਦੇਖੋ ਇਹ ਕੋਈ ਨਾਮ ਨਹੀਂ ਜਪਦੇ, ਕੋਈ ਚੱਜ ਦਾ ਕੰਮ ਨਹੀਂ ਕਰਦੇ ਹਨ। ਇਹ ਸਾਈਂ ਤੋਂ ਵਿਸਰਿਆ ਸਾਰੀ ਉਮਰ ਐਵੇਂ ਹੀ ਗਵਾ ਰਹੇ ਨੇ। ਗਮਨੇ ਅੰਤ ਸਮੇਂ ਕਰ ਝਾਰੀ। ਇਹ ਦੋਨੋਂ ਹੱਥ ਝਾੜ ਕਰਕੇ ਇਹਨਾਂ ਨੇ ਐਵੇਂ ਚਲੇ ਜਾਣਾ। ਬਸ ਪੈਸਾ ਪੈਸਾ ਕਰਦੇ ਨੇ, ਹਰ ਟਾਈਮ ਪੈਸਾ ਇਕੱਠਾ ਕਰ ਲਓ। ਇਹ ਸਾਡੇ ਪਿਤਾ ਜੀ ਦੀ ਆਦਤ ਹੈ। ਪੂਰਬ ਸੋ ਰਹਿ ਆਗੇ ਜਾਈ। ਅੱਗੇ ਪਰਲੋਕ ਵਿੱਚ ਜਦ ਬੰਦੇ ਕੋਲ ਹੋਏ ਨਾ ਕੁਛ, ਉੱਥੇ ਝੂਰਨਾ ਹੀ ਪੈਣਾ। ਭਾਵੇਂ ਕਲਿਆਣ ਹੋਈ ਆ ਸਾਰਾ ਕੁਛ, ਪਰ ਦੁਨੀਆ ਨੂੰ ਸਮਝਾਉਣ ਲਈ ਇਹ ਸਾਖੀ ਹੈ। ਫਸੇ ਕੂਰ ਮੈਂ ਵੈਸ ਵਿਹਾਈ। ਮਹਾਰਾਜ ਕਹਿੰਦੇ ਦੁਨੀਆ ਦੇ ਸਾਰੇ ਜੀਵ ਆਪਣੇ ਆਪਣੇ ਘਰਾਂ ਤੇ ਮੱਲਾ ਮਾਰ ਕੇ ਫਿਰਦੇ। ਕਹਿਣ ਤੋਂ ਭਾਵ ਇਹ ਹੈ, ਤੇ ਝੂਠ ਵਿੱਚ ਫਸੇ ਹੋਏ ਉਮਰ ਬਤੀਤ ਕਰਦੇ। ਅੱਗੇ ਜਾ ਕੇ ਝੂਰਨਗੇ ਦੁਨੀਆ ਦੇ ਲੋਕ। ਜਦੋਂ ਅੰਤ ਨੂੰ ਜਾਣਗੇ ਖਾਲੀ ਹੱਥ, ਪੱਲੇ ਕੁਛ ਨਹੀਂ ਹੋਣਾ। ਇਹ ਬੰਦੇ ਕੋਲੇ ਕੀ ਚੀਜ਼ ਹੈ? ਕੁਛ ਵੀ ਨਹੀਂ ਹੁੰਦਾ ਹੈ। ਜਦੋਂ ਬੰਦਾ ਆਪਣੇ ਘਰੋਂ ਬਾਹਰ ਹੁੰਦਾ ਹੈ, ਇੱਕ ਕੱਪੜੇ ਦੋ ਪਾਏ ਹੁੰਦੇ ਨੇ, ਤੇ ਜੇ ਘਰ ਨਾ ਕੋਲ ਹੋਵੇ ਤਾਂ ਕੀ ਹਾਲ ਹੋਵੇ, ਜੇ ਕੱਪੜੇ ਹੀ ਨਾ ਹੋਣ ਤਾਂ ਕੀ ਹਾਲ ਹੋਵੇ, ਤੇ ਜੇ ਸਰੀਰ ਹੀ ਨਾ ਕੋਲ ਰਿਹਾ ਤਾਂ ਫੇਰ ਕੀ ਹਾਲ ਹੋਊ? ਆਤਮਾ ਕੱਲੀ ਤੁਰੀ ਫਿਰੂਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹਨਾਂ ਨੇ ਪਰਲੋਕ ਲਈ ਤਾਂ ਕੁਝ ਖੱਟਿਆ ਹੀ ਨਹੀਂ ਹੈ। ਜਦੋਂ ਪਰਲੋਕ 'ਚ ਜਾ ਕੇ ਖੜਦਾ, ਅੱਤ ਦਾ ਗਰੀਬ ਹੁੰਦਾ। ਉੱਥੇ ਇੱਕ ਪੈਸਾ ਤੱਕ ਤਾਂ ਨਾਲ ਨਹੀਂ ਜਾਂਦਾ, ਕੋਈ ਪਦਾਰਥ ਨਹੀਂ ਨਾਲ ਜਾਂਦਾ, ਸਰੀਰ ਨਹੀਂ ਨਾਲ ਜਾਂਦਾ। ਸਿਰਫ ਇੱਕ ਦੇਹੀ 17 ਤੱਤਾਂ ਵਾਲੀ ਸੂਖਮ ਸਰੀਰ ਹੁੰਦਾ, ਉਹ ਖੜਾ। ਆ ਵੀ ਹੁਣ ਕੀ ਤੇਰੇ ਪੱਲੇ ਹੈ ਕੁਛ? ਉੱਥੇ ਕੁਛ ਵੀ ਨਹੀਂ ਹੁੰਦਾ ਇਹਦੇ ਪੱਲੇ। ਨਾ ਨਾਮ ਪੱਲੇ, ਨਾ ਕੋਈ ਪੈਸਾ ਪੱਲੇ, ਨਾ ਕੋਈ ਗੁਣ ਪੱਲੇ। ਬਿਲਕੁਲ ਕੰਗਾਲਾਂ ਵਾਂਗੂ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਖੜਦਾ ਇਹ। ਦੋਹਰਾ ਲਾਲੂ ਭਾਖੈ ਧਾਤ ਸੁਨ ਆਈ ਹੈ ਤੁਝ ਮਾਤ। ਪਰ ਉਹ ਕਿੱਥੇ ਸਮਝਦੇ ਨੇ। ਚਾਚਾ ਲਾਲ ਚੰਦ ਜੀ ਕਹਿਣ ਲੱਗੇ, ਪੁੱਤਰ ਸੁਣੋ, ਤੁਹਾਡੀ ਮਾਤਾ ਜੀ ਆਈ ਹੈ।
ਬਹੁਤ ਦਿਵਸ ਕੀ ਦਰਸਕੋ ਅਭਿਲਾਖਾ ਅਧਿਕਾਤ। ਬਹੁਤ ਦਿਨਾਂ ਦੀ ਇਹਨਾਂ ਦੇ ਮਨ ਦੇ ਅੰਦਰ ਅਭਿਲਾਖਾ ਹੈ ਕਿ ਤੁਹਾਨੂੰ ਮਿਲਣਾ ਚਾਹੁੰਦੇ ਨੇ ਬੈਠ ਕੇ ਕੋਲ। ਚੌਪਈ ਹਉ ਚਾਚਾ ਕਾਲੂ ਪਿਤ ਤੁਮਰਾ। ਮੈਂ ਤੁਹਾਡਾ ਚਾਚਾ ਹਾਂ, ਇਹ ਤੁਹਾਡੇ ਪਿਤਾ ਜੀ ਕਲਿਆਣ ਚੰਦ ਜੀ ਹਨ। ਪ੍ਰੇਮ ਕਰਤਾ ਪਰਿਵਾਰ ਹੈ ਸਗਰਾ। ਸਾਰਾ ਪਰਿਵਾਰ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ। ਚਲੋ ਕੁਟੰਬ ਵੇਖਿਆ ਹੈ ਨਿਜ ਰਹੀਐ। ਚਲੋ ਆਪਣੇ ਪਰਿਵਾਰ ਦੇ ਵਿੱਚ ਚੱਲ ਕੇ ਰਹੋ ਹੁਣ ਤੁਸੀਂ। ਆਨ ਜਾਨ ਕੋ ਨਾਮ ਨ ਕਹੀਐ। ਐਵੇਂ ਨਾ ਕਿਹਾ ਕਰੋ ਮੈਂ ਉੱਥੇ ਜਾਣਾ, ਮੈਂ ਉੱਥੇ ਜਾਣਾ, ਹੋਰ ਥਾਂ ਤੇ ਨਹੀਂ ਜਾਣਾ, ਬਸ ਇੱਥੇ ਰਹਿਣਾ ਹੁਣ ਤੁਸੀਂ। ਬੰਦ ਮਹਿ ਪਤ ਹਵੈ ਅਧਿਕਾਈ। ਕਿਉਂਕਿ ਰਿਸ਼ਤੇਦਾਰਾਂ ਦੇ ਵਿੱਚ ਰਹੋ, ਇਹਨਾਂ 'ਚ ਇੱਜ਼ਤ ਹੁੰਦੀ ਹੈ, ਮਾਣ ਸਤਿਕਾਰ। ਇਹ ਦੁਨਿਆਵੀ ਸਾਰਾ ਉਪਦੇਸ਼ ਕਰਦੇ ਨੇ, ਮਹਾਰਾਜ ਉੱਪਰਲਾ ਉਪਦੇਸ਼ ਕਰਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਲੇ ਸਮਝ ਨਹੀਂ ਸਕੇ ਹਨ। ਲੱਖ ਹੈ ਲਾਇਕ ਕਉ ਸਭ ਭਾਈ। ਇਸ ਤਰ੍ਹਾਂ ਸਾਰੇ ਜਾਣੇ ਜਿਹੜੇ ਭਰਾ ਭੈਣ ਦੇਖੋ ਰਿਸ਼ਤੇਦਾਰ ਨੇ, ਲੱਖ ਹੈ ਲਾਇਕ ਕਉ ਸਭ ਭਾਈ। ਸਾਰੇ ਜਾਣਦੇ ਲਾਇਕ ਹੈ, ਇਹ ਕਮਾਉਂਦਾ, ਇਹ ਐ ਕਰਦਾ, ਉਹਨੂੰ ਲਾਇਕ ਸਮਝਦੇ ਜਿਹੜਾ ਬਹੁਤ ਮਾਇਆ ਕਮਾਉਂਦਾ ਹੋਵੇ। ਵੇਖ ਫਕੀਰੀ ਜੋ ਤੁਮ ਕੀਨਾ। ਆਹ ਜਿਹੜਾ ਫਕੀਰਾਂ ਵਾਲਾ ਜਿਹੜਾ ਲਿਬਾਸ ਤੁਸੀਂ ਪਹਿਨੀ ਫਿਰਦੇ ਹੋ ਨਾ, ਸਭ ਹੈ ਸਰੀਕਨ ਇਉ ਮਨ ਚੀਨੋ। ਇਹ ਸਾਰੇ ਜਾਣਿਆਂ ਨੇ ਜਾਣਿਆ ਮਨ ਦੇ ਅੰਦਰ ਇਹ ਗੱਲ ਨੂੰ। ਭਇਓ ਨਲਾਇਕ ਆਜ ਨ ਕਾਜਾ। ਕਹਿੰਦੇ ਇਹ ਨਲਾਇਕ ਹੋ ਗਿਆ, ਕਹਿੰਦੇ ਕੋਈ ਕੰਮਕਾਰ ਜਾਣਦਾ ਨਹੀਂ, ਕਰਨਾ ਨਹੀਂ ਚਾਹੁੰਦਾ, ਤਾਈਓ ਇਹਨੇ ਇਹ ਚੋਲਾ ਜਿਹਾ ਪਾਇਆ, ਇਹ ਵਿਹਲੜ ਹੋ ਗਿਆ ਹੁਣ। ਤਨ ਮੈਂ ਵੇਖ ਫਕੀਰੀ ਸਾਜਾ। ਬਈ ਇਹਨੇ ਤਾਈਓ ਫਕੀਰਾਂ ਵਾਲਾ ਬੇਸ ਬਣਾ ਲਿਆ ਕਿ ਕੰਮ ਨਹੀਂ ਕਰਨਾ ਚਾਹੁੰਦਾ, ਤਾਈਓ ਇਹਨੇ ਇਹ ਕੱਪੜੇ ਪਾਏ। ਕਿ ਪੁਰਾਣੇ ਲੋਕ ਵੀ, ਹੁਣ ਦੇ ਵੀ ਲੋਕ ਵੀ ਇਹੋ ਜਿਹੇ ਸਮਝਦੇ ਨੇ ਵੀ ਇਹ ਵਿਹਲੇ ਰਹਿਣ ਵਾਸਤੇ ਇਹੋ ਜਿਹੇ ਕੱਪੜੇ ਪਾ ਲੈਂਦੇ ਆ। ਚਲੋ ਬਸ ਉਹ ਨਿਜ ਮਾਂਦ ਮਮਾਹੀ। ਚਲੋ ਆਪਣੇ ਰਿਸ਼ਤੇਦਾਰਾਂ ਚੱਲੋ, ਉੱਥੇ ਮਿਲੋ, ਤੁਹਾਡੇ ਹੋਰ ਕਿੰਨੇ ਰਿਸ਼ਤੇਦਾਰ ਆ ਪਿੰਡ 'ਚ, ਉੱਥੇ ਰਿਸ਼ਤੇਦਾਰ ਆ। ਫਜ਼ੂਲ ਦੀਆਂ ਗੱਲਾਂ ਵਿੱਚ ਘਮਾਉਂਦੇ ਹਨ। ਮਾਨੋ ਬਚਨਾਂ ਫੇਰ ਉਹ ਨਾਹੀ। ਮੇਰਾ ਬਚਨ ਮੰਨੋ, ਇਹਨਾਂ ਬਚਨਾਂ ਨੂੰ ਫੇਰ ਹੋਣਾ ਹੁਣ ਤੁਸੀਂ। ਸ੍ਰੀ ਨਾਨਕ ਆਨਨ ਭਨੈ ਹੈ ਬਹੁ ਮਮ ਪਰਿਵਾਰ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮੇਰਾ ਤਾਂ ਟੱਬਰ ਹੀ ਬਹੁਤ ਵੱਡਾ। ਤੁਸੀਂ ਕੀ ਸਮਝਦੇ ਹੋ? ਮੇਰਾ ਪਰਿਵਾਰ ਬਹੁਤ ਜ਼ਿਆਦਾ ਵੱਡਾ ਹੈ। ਬਸੋ ਰਹਿਣ ਦਿਨ ਤਨ ਹੈ ਮਹਿ ਪਤ ਜਹ ਪਰਮ ਅਪਾਰ। ਮੈਂ ਉਹਨਾਂ ਦੇ ਵਿੱਚ ਹੀ ਬਸਦਾ ਰਾਤ ਦਿਨ, ਜਿੱਥੇ ਬਹੁਤ ਇੱਜ਼ਤ ਬਣਦੀ ਇਨਸਾਨ ਦੀ। ਮੇਰਾ ਪਰਿਵਾਰ ਵੱਖਰਾ ਜਿਹਾ ਹੈ ਇੱਕ। ਚੌਪਈ ਪ੍ਰੇਮ ਪਿਤਾ ਬਰ ਸੁਮਤ ਸੁਮਾਤਾ। ਪ੍ਰੇਮ ਵੀ ਜਿਹੜਾ ਨਾ, ਪ੍ਰੇਮ ਪਰਮਾਤਮਾ 'ਚ, ਇਹੀ ਮੇਰਾ ਸ੍ਰੇਸ਼ਟ ਪਿਤਾ ਹੈ। ਪ੍ਰੇਮ ਸੁਮਤ ਸੁਮਾਤਾ, ਜਿਹੜੀ ਸ੍ਰੇਸ਼ਟ ਮਤੀ ਹੁੰਦੀ ਹੈ। ਮਤ ਮਾਤਾ ਪਿਤਾ ਸੰਤੋਖ ਵੀ ਮਹਾਰਾਜ ਨੇ ਕਿਹਾ ਬਿਲਾਵਲ ਰਾਗ ਦੇ ਵਿੱਚ। ਤਾਏ ਦੁਲਾਰੇ ਕਰ ਹਿਤ ਸੰਤਾ। ਇਸ ਤਰ੍ਹਾਂ ਜਿਹੜੀ ਧਾਏ ਹੁੰਦੀ, ਦਾਈ ਇਹ ਦੁਲਾਰ ਦੀ ਹੈ। ਕਰ ਹਿਤ ਸ਼ਾਂਤਾ, ਸ਼ਾਂਤੀ ਜਿਹੜੀ ਹੈ ਇਹ ਸੁਖ ਢਾਵਾ ਬਣੀ ਹੈ। ਭਇਓ ਸੰਤੋਖ ਭਲੋ ਸੋ ਦਾਇਆ। ਇਹ ਜਿਹੜਾ ਦਾਇਆ ਹੁੰਦਾ ਇਨਸਾਨ ਨੂੰ ਦਿਨੇ ਖਿਡਾਉਣ ਵਾਲਾ, ਇਹ ਸੰਤੋਖ ਬਣਿਆ ਹੋਇਆ, ਇਹੀ ਮੇਰਾ ਪਰਿਵਾਰ ਹੈ। ਨਿਸਵਾ ਸਰਲੇ ਅੰਕ ਖਿਲਾਇਆ। ਇਹ ਰਾਤ ਦਿਨ ਗੋਦੀ ਵਿੱਚ ਲੈ ਕੇ ਮੈਨੂੰ ਖਿਡਾਉਂਦਾ ਹੈ। ਖਿਮਾ ਭਗਨ ਬਹਿ ਰਾਗ ਸੁਭਾਈ। ਸੋ ਜਿਹੜੀ ਖਿਮਾ ਧਾਰਨ ਕਰਨੀ ਹੈ, ਮਾਫ ਕਰਨਾ, ਇਹ ਭੈਣ ਹੈ, ਅਤੇ ਬੈਰਾਗ ਧਾਰਨਾ ਇਹ ਭਰਾ ਹੈ। ਸਤ ਚਾਚਾ ਹਿਰਦੈ ਹਿਤ ਲਾਈ। ਸਤ ਸਰੂਪ ਜਿਹੜਾ ਹੈ ਨਾ, ਸੱਚ ਬੋਲਣਾ, ਇਹੀ ਮੇਰਾ ਚਾਚਾ ਹੈ। ਇਹ ਮੈਂ ਹਿਰਦੇ ਵਿੱਚ ਵਸਾ ਕੇ ਰੱਖਿਆ ਹੋਇਆ ਹੈ। ਗਿਆਨ ਸਪੂਤ ਉਪਜ ਸੁਖ ਪਾਇਆ। ਗਿਆਨ ਰੂਪੀ ਪੁੱਤਰ ਜਿਹੜਾ ਇਹਨੇ ਮੇਰੇ ਘਰੇ ਗਿਆਨ ਰੂਪੀ ਪੁੱਤਰ ਵੀ ਹੈ, ਉਹ ਉਪਜਿਆ ਹੈ ਮਨ ਦੇ ਅੰਦਰ, ਤਾਂ ਸੁਖ ਪਾਇਆ ਹੈ। ਸਭ ਬਾਦ ਮਹਿ ਨਾਮ ਵਧਾਇਆ। ਸਾਰੇ ਰਿਸ਼ਤੇਦਾਰਾਂ ਦੇ ਵਿੱਚ ਮੈਂ ਆਪਣਾ ਨਾਮ ਵਧਾਇਆ ਹੈ। ਜੇਕੋ ਸੁਤ ਵਿਗਿਆਨ ਪ੍ਰਕਾਸ਼ਾ। ਉਹਦਾ ਗਾਹਾਂ ਪੁੱਤਰ ਜਿਹੜਾ ਵਿਗਿਆਨ ਹੁੰਦਾ, ਬ੍ਰਹਮ ਗਿਆਨ ਪ੍ਰਕਾਸ਼ਿਆ ਹੈ। ਜਿਨ ਦਾਰਿਦ ਅਗਿਆਨ ਵਿਨਾਸ਼ਾ। ਸੋ ਜਿਨ੍ਹਾਂ ਨੇ ਦਲਿੱਦਰ ਤੇ ਅਗਿਆਨ ਨੂੰ ਵਿਸ਼ੇਸ਼ ਕਰਕੇ ਨਾਸ਼ ਕੀਤਾ ਹੈ। ਇਹ ਪਰਿਵਾਰ ਸਰਸ ਸੁਖ ਰਾਸੋ। ਇਹ ਮੇਰਾ ਵੱਡਾ ਸਾਰਾ ਪਰਿਵਾਰ ਹੈ, ਸੁਖ ਦੇ ਦੇਣ ਵਾਲਾ। ਜਿਸ ਮੈਂ ਹੋ ਨਿਤ ਕਰਤ ਬਿਲਾਸੋ। ਜਿਹਦੇ ਵਿੱਚ ਮੈਂ ਰੋਜ਼ ਬਿਲਾਸ ਕਰਦਾ। ਇਹ ਗੌੜੀ ਰਾਗ ਵਿੱਚ ਹੈ। ਗੌੜੀ ਮਹੱਲਾ ਪਹਿਲਾ ਮਹਾਰਾਜ ਨੇ ਜੋ ਉਚਾਰਨ ਕੀਤਾ ਹੈ ਕਿ ਮਾਤਾ ਮਤ ਪਿਤਾ ਸੰਤੋਖ ਸੁਤ ਭਾਈ ਕਰਿਓ ਵਿਸ਼ੇਖ। ਕਹਿਣਾ ਹੈ ਕਿਸ ਕਹਿਣ ਨਾ ਜਾਏ, ਤਉ ਕੁਦਰਤ ਕੀਮਤ ਨਹੀਂ ਪਾਏ। ਰਹਾਉ ਸਰਮ ਸੁਰਤ ਦੋਏ ਸਸੁਰ ਭਏ। ਕਰਨੀ ਕਾਮਣ ਕਰ ਮਨ ਲਏ। ਸਾਹਾ ਸੰਜੋਗ ਵਿਆਹੋ ਵਿਜੋਗ। ਸੱਚ ਸੰਤਤ ਕਹੋ ਨਾਨਕ ਜੋਗ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਦੱਸਿਆ ਕਿ ਸਾਡਾ ਪਰਿਵਾਰ ਹੈ ਇੱਕ ਅੰਦਰ, ਪਰ ਇੱਕ ਬਾਹਰਲਾ ਪਰਿਵਾਰ ਹੁੰਦਾ ਹੈ। ਦੋਹਰਾ ਇਸ ਕੁਟੰਬ ਕੋ ਛੋੜ ਜੇ ਅੰਤ ਵਸਹਿ ਅਨਜਾਨ। ਇਹ ਟੱਬਰ ਨੂੰ ਛੱਡ ਕੇ ਜਿਹੜੇ ਲੋਕ ਹੋਰ ਥਾਂ ਤੇ ਵਸਦੇ ਨੇ, ਦੂਜੇ ਰਿਸ਼ਤੇਦਾਰਾਂ ਨਾਲ, ਸੰਸਾਰੀ ਬੰਦਿਆਂ ਨਾਲ,
ਪਤ ਸਦੀਵ ਆਗਾ ਇਹ ਹੈ ਜਿਸ ਤੇ ਹੋਏ ਨਾ ਹਾਨ। ਇਹ ਪਰਿਵਾਰ ਹੈ ਅਸਲ ਵਿੱਚ ਜਿਹੜੇ ਸ਼ੁਭ ਗੁਣ ਹੁੰਦੇ ਨੇ, ਅੱਗੇ ਪਰਲੋਕ ਵਿੱਚ ਇੱਜ਼ਤ ਹੁੰਦੀ ਆ। ਅੱਗੇ ਇਹਾਂ ਜਿਸ ਤੇ ਹੋਏ ਨਾ ਹਾਨ, ਜਿਨ੍ਹਾਂ ਕਰਕੇ ਇੱਥੇ ਬੰਦੇ ਦਾ ਨੁਕਸਾਨ ਨਹੀਂ ਹੁੰਦਾ, ਇੱਜ਼ਤ ਨਾਸ ਨਹੀਂ ਹੁੰਦੀ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਸ਼ੁਭ ਗੁਣਾਂ ਨੂੰ ਆਪਣੇ ਰਿਸ਼ਤੇਦਾਰ ਬਣਾਓ। ਚੌਪਈ ਇਹ ਵਿਦ ਕਮਲ ਬਦਨ ਤੈ ਬਦ ਕਰ। ਇਸ ਤਰ੍ਹਾਂ ਕਮਲ ਬਦਨ ਤੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਬਚਨ, ਦੂਸਨ ਹੋਏ ਰਹੇ ਪੁਨ ਜਗ ਗੁਰ। ਜਗਤ ਦੇ ਗੁਰ ਗੁਰੂ ਨਾਨਕ ਦੇਵ ਜੀ ਚੁੱਪ ਹੋ ਗਏ। ਲਾਲੂ ਤਬ ਕਾਲੂ ਸੋ ਕਹਿਓ। ਬਾਬਾ ਲਾਲ ਚੰਦ ਜੀ ਨੇ ਕਲਿਆਣ ਚੰਦ ਨੂੰ ਕਿਹਾ, ਹਮ ਅਵਾਸਤੇ ਨਾਨਕ ਰਹਿਓ। ਹਾਂ ਭਾਈ, ਇਹ ਸਿੱਖਿਆ ਮੇਰੀ ਇੱਥੇ ਕੰਮ ਨਹੀਂ ਕਰਦੀ, ਮੈਂ ਸਮਝਾ ਲਿਆ। ਇਹ ਤਾਂ ਮੈਨੂੰ ਬਹੁਤ ਉੱਚੀ ਬ੍ਰਹਮ ਗਿਆਨੀ ਵਾਲੀ ਸਿੱਖਿਆ ਦੇ ਰਹੇ ਨੇ, ਇਹ ਕੰਮ ਤੋਂ ਗਿਆ, ਇਹ ਆਪਣੇ ਕੰਮ ਦਾ ਨਹੀਂ, ਹੁਣ ਇਹ ਆਪਣੇ ਘਰ ਨਹੀਂ ਜਾਵੇਗਾ, ਇਹ ਤੇ ਤਾਹਣ ਲਈ ਗੱਲਾਂ ਕਰਦੇ। ਹੁਣ ਕੇ ਵਿਦਲੇ ਚਲੋ ਟਿਕਰਾਏ। ਇਹ ਹੁਣ ਇੱਕੋ ਹੀ ਤਰੀਕਾ ਰਾਏ ਬਲਾਰ ਦੇ ਕੋਲ ਲੈ ਚਲੋ, ਬਸ ਇਹੀ ਰਾਏ ਬਲਾਰ ਭਾਵੇਂ ਇਹਨੂੰ ਸਮਝਾਵੇ, ਆਪਣੇ ਸਮਝਾਉਣ ਤੋਂ ਬਾਹਰ ਹੋ ਗਏ ਹੁਣ। ਇਹ ਜੋ ਦੇਵੇ ਇੱਕੋ ਸਮਝਾਏ, ਬਸ ਉਹੀ ਸਮਝਾ ਸਕਦੇ ਹਨ ਇਹਨਾਂ ਨੂੰ। ਸ੍ਰੀ ਗੁਰੂ ਸੋ ਬੋਲੇ ਪੁਨ ਬੈਨਾ। ਫਿਰ ਗੁਰੂ ਨਾਨਕ ਦੇਵ ਜੀ ਨਾਲ ਬਚਨ ਬੋਲੇ, ਰਾਏ ਨਿਕਟ ਚਲੀ ਹੈ ਸੁਖ ਦੇਨਾ। ਇਹ ਸੁੱਖਾਂ ਦੇ ਦੇਣ ਵਾਲੇ ਤੁਸੀਂ ਰਾਏ ਬਲਾਰ ਜੀ ਦੇ ਕੋਲ ਚੱਲੋਗੇ ਹੁਣ ਸਾਡੇ ਨਾਲ। ਸੁਣ ਕਰ ਰਾਏ ਨਾਮ ਕੋ ਦਿਆਲਾ। ਜਦੋਂ ਰਾਏ ਜੀ ਦਾ ਨਾਮ ਸੁਣਿਆ ਦਿਆਲੂ ਗੁਰੂ ਨਾਨਕ ਦੇਵ ਜੀ ਨੇ, ਉੱਠ ਕਰ ਚੱਲੇ ਸੰਗ ਤਤਕਾਲਾ। ਉਸੇ ਵਕਤ ਉੱਠ ਕੇ ਖੜੇ, ਹਾਂ ਜੀ ਰਾਏ ਬਲਾਰ ਕੋਲ ਚੱਲੂਗਾ, ਚਲੋ ਉੱਥੇ ਚੱਲਦਾ ਹਾਂ ਮੈਂ। ਮਨ ਵੇ ਔਰ ਬਹੁਤ ਕੇ ਸਾਥੂ। ਹੋਰ ਬਹੁਤ ਭੀੜ ਜਿਹੜੀ ਸੀ, ਪਿੰਡ ਦੇ ਲੋਕ ਸਾਰੇ ਇਲਾਕੇ ਵਿੱਚੋਂ ਪਤਾ ਲੱਗ ਗਿਆ, ਜਿਉਂ-ਜਿਉਂ ਸਭ ਇਕੱਠੇ ਹੋ ਗਏ, ਨਾਲ ਚੱਲੇ ਹਨ। ਮਿਲਤ ਨਵਾਵਤ ਹੈ ਨਿਜ ਮਾਥੋ। ਸਾਰੇ ਕੋਈ ਆ ਕੇ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਦੇ ਹਨ। ਦੋਹਰਾਓ ਸ੍ਰੀ ਨਾਨਕ ਕੇ ਨਾਮ ਕੀ ਲਿਵ ਮਨ ਦਰਸ ਪਿਆਸ। ਰਾਏ ਬਲਾਰ ਦੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਸੋ ਨਾਮ ਦੀ ਲਿਵ ਲੱਗੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਉਹ ਇੱਕੋ ਟੱਕ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਲਿਵ ਲਾ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰੀ ਜਾਂਦਾ ਹੈ। ਹਿਰਦੈ ਡੀਕ ਸਦੀਵਹੀ ਕਬ ਆਵਹਿ ਮਮ ਪਾਸ। ਮਨ ਦੇ ਅੰਦਰ ਹਮੇਸ਼ਾ ਹੀ ਉਡੀਕਦੇ ਨੇ ਕਿ ਕਦੋਂ ਗੁਰੂ ਨਾਨਕ ਦੇਵ ਜੀ ਆਉਣਗੇ, ਕਦੋਂ ਆਉਣਗੇ। ਇਹ ਤਰੀਕਾ ਮਿਲਣ ਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ। ਵਾਹਿਗੁਰੂ ਮੰਤਰ, ਮੂਲ ਮੰਤਰ, ਜਪਜੀ ਸਾਹਿਬ, ਧੰਨ ਗੁਰੂ ਨਾਨਕ ਦਾ ਜਾਪ, ਇਹ ਚੀਜ਼ਾਂ ਦੱਸੀਆਂ ਇੱਥੇ ਇਸ਼ਾਰੇ ਨਾਲ। ਜਿਨ੍ਹਾਂ ਨੇ ਮਿਲਣਾ ਉਹ ਧੰਨ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਯਾਦ ਕਰੇ। ਸਤਿਗੁਰੂ ਤਾਂ ਕਿਤੇ ਗਏ ਨਹੀਂ, ਮਹਾਰਾਜ ਤਾਂ ਸਾਡੇ ਕੋਲ ਹੀ ਨੇ। ਕਿਉਂ? ਮਨ ਦੀ ਇਕਾਗਰਤਾ ਹੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਕਰ ਦਿੰਦੀ ਹੈ। ਚੌਪਈ ਇੱਕ ਨਰ ਦੌਰ ਕਾਹੀ ਸੁਧ ਤਾਂਕੋ। ਇੱਕ ਬੰਦਾ ਦੌੜਿਆ, ਜਾ ਕਰਕੇ ਉਹਨੇ ਰਾਏ ਬਲਾਰ ਜੀ ਨੂੰ ਖਬਰ ਦੇ ਦਿੱਤੀ ਹੈ। ਆਵਤ ਨਾਨਕ ਚਾਹਤ ਜਾਂਕੋ। ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਗੁਰੂ ਨਾਨਕ ਦੇਵ ਜੀ ਆ ਰਹੇ ਨੇ, ਸੱਚੇ ਪਾਤਸ਼ਾਹ ਆ ਗਏ ਹਨ। ਸੁਣ ਕਰ ਗਿਰਾ ਵਿਸਾਲ ਹੁਲਾਸੇ। ਬਹੁਤ ਬੜਾ ਖੁਸ਼ ਹੋਇਆ ਰਾਏ ਬਲਾਰ ਜੀ, ਕਿਉਂਕਿ ਅੰਦਰੋਂ ਅੰਦਰ ਬਹੁਤ ਰੰਗ ਚੁੱਕੇ ਸੀ, ਨਾਮ ਦੇ ਰੰਗ ਵਿੱਚ ਅੰਦਰੇ ਅੰਦਰ ਬ੍ਰਹਮ ਗਿਆਨ ਤੱਕ ਜਾ ਚੁੱਕੇ ਸੀ। ਮਹਾਰਾਜ ਦੀ ਕਿਉਂਕਿ ਅਪਾਰ ਬਖਸ਼ਿਸ਼ ਸੀ, ਪਿਛਲੇ ਜਨਮਾਂ ਦੀ ਬਹੁਤ ਕਮਾਈ ਸੀ ਜਿਨ੍ਹਾਂ ਦੀ। ਮਨੋ ਮਿਲੋ ਜਲ ਵਿਕਲ ਪਿਆਸੇ। ਮਨ ਨੂੰ ਕਹਿੰਦੇ ਨੇ ਵਿਆਕਲ ਹੋਏ ਹੋਏ ਨੇ, ਧਿਆਏ ਬੰਦੇ ਨੇ ਜਿਵੇਂ ਪਾਣੀ ਮਿਲ ਜਾਏ ਨਾ। ਰਾਏ ਬਲਾਰ ਜੀ ਨੂੰ ਇਉਂ ਗੱਲ ਸੁਣ ਗਈ ਇਹ। ਆਪ ਤਾਂ ਦੇਖ ਦੂਰ ਰਬ ਦਿਆਲਾ। ਉਸ ਵਕਤ ਦੂਰੋਂ ਹੀ ਰੱਬ ਸੂਰਜ ਰੂਪ ਗੁਰੂ ਨਾਨਕ ਦੇਵ ਜੀ ਨੂੰ ਦਿਆਲੂ ਜੀ ਨੇ ਆਉਂਦਿਆਂ ਦੇਖ ਕੇ, ਬਦਨ ਕਮਲ ਸਾ ਖਿਰਾ ਵਿਸਾਲਾ। ਕਮਲ ਵਰਗਾ ਜਿਹੜਾ ਚਿਹਰਾ ਸੀ ਨਾ ਰਾਏ ਬਲਾਰ ਜੀ ਦਾ, ਉਹ ਖਿੜ ਗਿਆ। ਉਹ ਮੇਰੇ ਗੁਰੂ ਨਾਨਕ ਦੇਵ ਜੀ ਆ ਰਹੇ, ਨਾਲ ਕਿੰਨੇ ਹਜ਼ਾਰਾਂ ਜੀਵ ਆ ਰਹੇ ਚੱਲ ਕੇ। ਚੰਦਰ ਬੰਦਨ ਪ੍ਰੀਤਮ ਕੋ ਹੇਰਾ। ਸੋ ਚੰਦਰਮਾ ਵਰਗਾ ਚਿਹਰਾ ਗੁਰੂ ਨਾਨਕ ਦੇਵ ਜੀ ਦਾ ਤੱਕਿਆ। ਚਖ ਚਕੋਰ ਭਾ ਆਨੰਦ ਕਨੇਰਾ। ਕਹਿੰਦੇ ਜਿਵੇਂ ਨੇਤਰਾਂ ਰੂਪੀ ਚਕੋਰਾਂ ਨੂੰ ਬਹੁਤ ਆਨੰਦ ਹੋਇਆ। ਬਿਨ ਬਲ ਬਪੁਖ ਬਿਰਧ ਵੱਡ ਵੈਸਾ। ਬਿਨਾ ਸੋ ਬਲ ਤੋਂ ਹੈ ਸਾਰਾ ਸਰੀਰ, ਬਿਰਧ ਹੋ ਗਿਆ, ਉਮਰ ਵੱਡੀ ਹੈ। ਉਹ ਤੋਂ ਮੰਚ ਪਰ ਤਹ ਛਨ ਵੈਸਾ। ਉਸ ਵਕਤ ਪਲੰਗ ਦੇ ਉੱਤੇ ਰਾਏ ਬਲਾਰ ਜੀ ਸਜੇ ਹੋਏ ਸੀ। ਉੱਠਣ ਲੱਗਿਓ ਪਗ ਧਰਨੀ ਧਰੇ। ਉਸ ਵਕਤ ਉੱਠਣ ਵਾਸਤੇ ਜਦੋਂ ਉਹਨੇ ਆਪਣੇ ਪੈਰ ਧਰਤੀ ਨਾਲ ਲਾਏ ਨਾ, ਮੰਜੇ ਤੋਂ ਥੱਲੇ ਲਾਏ, ਸ੍ਰੀ ਗੁਰੂ ਜਾਇ ਨਿਵਾਰਨ ਕਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜਾਂਦਿਆਂ ਸਾਰ ਰੋਕ ਦਿੱਤਾ, ਨਹੀਂ ਰਾਏ ਬਲਾਰ ਜੀ ਉੱਠਣਾ ਨਹੀਂ ਹੈ, ਬੈਠੇ ਰਹੋ। ਮਹਾਰਾਜ ਨੇ ਰੋਕ ਦਿੱਤੇ ਜਾ ਕੇ। ਦੋਹਰਾ ਪ੍ਰੇਮ ਸੰਗ ਗਦ ਗਦ ਗਿਰਾ, ਨੈਣ ਆਨੰਦ ਕੋ ਨੀਰ। ਬਹੁਤ ਗਦ ਗਦ ਗਿਰਾ ਹੋ ਗਈ, ਬੋਲਿਆ ਨਹੀਂ ਜਾਂਦਾ,
ਨੈਣਾਂ ਦੇ ਵਿੱਚ ਬੜਾ ਹੀ ਆਨੰਦ ਆਇਆ ਹੈ, ਮਾਨੋ ਜਲ ਵਹਿ ਤੁਰਿਆ। ਮਾਨੋ ਗਿਆਨ ਸੁਨੇਹ ਦੋ ਧਰ ਕੇ ਮਿਲੇ ਸਰੀਰ। ਮਾਨੋ ਗਿਆਨ ਅਤੇ ਪ੍ਰੇਮ ਦੋਨੋਂ ਸਰੀਰ ਇਕੱਠੇ ਹੋ ਗਏ ਆ ਕੇ। ਗੁਰੂ ਨਾਨਕ ਦੇਵ ਜੀ ਗਿਆਨ ਸਰੂਪ ਨੇ, ਰਾਏ ਬੁਲਾਰ ਜੀ ਇੱਥੇ ਮਾਨੋ ਪ੍ਰੇਮ ਸਰੂਪ ਇਕੱਠੇ ਹੋ ਗਏ ਆ ਕੇ, ਦੋ ਸਰੀਰ ਮਿਲੇ ਆ। ਚੌਪਈ ਭਇਓ ਨਿਮਗਨ ਪ੍ਰੇਮ ਅਸਗਾਹੋ। ਬਹੁਤ ਜ਼ਿਆਦਾ ਨਿਮਗਨ ਹੋ ਗਏ ਨੇ ਪ੍ਰੇਮ ਦੇ ਵਿੱਚ, ਬਹੁਤਾ ਜ਼ਿਆਦਾ, ਜਿਵੇਂ ਡੂੰਘਾ ਹੁੰਦਾ ਪ੍ਰੇਮ ਦਾ ਸਮੁੰਦਰ। ਪੈਰਨ ਪਾਰ ਨ ਪਾਵਹਿ ਬਾਹੋ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਹੈ ਇਸ ਸਮੁੰਦਰ ਦਾ ਅਲੰਕਾਰ ਬਣਾ ਰਹੇ ਨੇ, ਡੂੰਘਾ ਸਮੁੰਦਰ ਪ੍ਰੇਮ ਦਾ। ਪੈਰਨ ਪਾਰ ਨਾ ਪਾਵਹਿ ਬਾਹੂ, ਉਹਦੇ ਵਿੱਚੋਂ ਪੈਰਾਂ ਦੇ ਨਾਲ ਤਰ ਕੇ ਜਾਂ ਬਾਹਾਂ ਨਾਲ ਤਰ ਕੇ ਪਾਰ ਨਹੀਂ ਹੋ ਸਕਦੇ। ਲੋਚਨ ਤੇ ਮੋਚਤ ਜਲ ਧਾਰਾ। ਸੋ ਅੱਖਾਂ ਦੇ ਵਿੱਚੋਂ ਜਲ ਧਾਰਾ ਬਹਿ ਰਹੀ ਹੈ ਬਹੁਤ। ਪੁਲਕਤ ਦੇਹ ਨਾ ਬੋਲ ਉਚਾਰਾ। ਕਿਉਂਕਿ ਰੋਮਾਵਲੀ ਸਾਰੀ ਖੜੀ ਹੋ ਗਈ, ਸਰੀਰ ਦੇ ਰੋਮ ਖੜੇ ਹੋ ਗਏ ਨੇ, ਮੂੰਹ ਦੇ ਵਿੱਚੋਂ ਕੁਝ ਬੋਲ ਨਹੀਂ ਸਕਦੇ। ਇੱਕ ਵਾਰ ਭਰ ਕਰ ਨਿਜ ਅੰਕਾ। ਕਿੰਨੀ ਕੁ ਵਾਰ ਆਪਣੇ ਗਲਵੱਕੜੀ ਵਿੱਚ ਬਾਰ-ਬਾਰ ਲੈਂਦੇ ਨੇ। ਬਹਰੋ ਛੋਰੇ ਬਦਨ ਮਯੰਕਾ। ਫਿਰ ਕਿੰਨੀ ਦੇਰ ਬਾਅਦ ਗੁਰੂ ਸਾਹਿਬ ਨੂੰ ਛੱਡਿਆ ਹੈ। ਪਗ ਪਰ ਸ੍ਰੀ ਗੁਰ ਜੁਗ ਕਰ ਰਾਖੇ। ਪਗ ਪਰ ਸ੍ਰੀ ਗੁਰ ਯੁਗ ਕਰ ਰਾਖੇ। ਚਰਨਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਵਕਤ ਆਪਣੇ ਦੋਵੇਂ ਹੱਥ ਰੱਖੇ। ਔਗਣ ਜਾਨ ਬਦਨ ਬਚ ਭਾਖੇ। ਇਸ ਤਰ੍ਹਾਂ ਕਹਿਣ ਲੱਗੇ, ਰਾਏ ਨੇ ਕਹੇ ਕਿ ਔਗਣ ਜਾਣ ਕਰਕੇ ਮੁਖ ਵਿੱਚੋਂ ਇਹ ਬਚਨ ਕਹੇ, ਮੇਰੇ ਚ ਔਗਣ ਨੇ ਬੜੇ। ਕਹਿਰ ਕਰਿਓ ਸ੍ਰੀ ਨਾਨਕ ਤੋਹੀ। ਸੋ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਹਿਰ ਕੀਤਾ ਬੜਾ, ਕਿਉਂਕਿ ਪਗ ਪਰ ਸ੍ਰੀ ਗੁਰ ਯੁਗ ਕਰ ਰਾਖਿਆ। ਅਸਲ ਵਿੱਚ ਮਹਾਰਾਜ ਨੇ ਰਾਏ ਬੁਲਾਰ ਜੀ ਦੇ ਚਰਨਾਂ ਤੇ ਦੋਨੇ ਹੱਥ ਲਾ ਦਿੱਤੇ ਜਾ ਕੇ। ਨਿਮਰਤਾ ਬਹੁਤ ਹੀ ਜ਼ਿਆਦਾ ਮਹਾਰਾਜ ਸੱਚੇ ਪਾਤਸ਼ਾਹ ਵਿੱਚ। ਇੰਨਾ ਕੁਝ ਹੁੰਦਿਆਂ ਹੋਇਆਂ ਪਿਆਰਿਆਂ ਨੂੰ ਨਿਮਰਤਾ ਸਿਖਾਉਂਦੇ ਨੇ। ਤਾਂ ਰਾਏ ਬੁਲਾਰ ਜੀ ਕਹਿਣ ਲੱਗੇ, ਤੁਸੀਂ ਇਹ ਬਹੁਤ ਕਹਿਰ ਕੀਤਾ ਹੈ। ਜੀਵਤ ਮਿਰਤਕ ਕੀਨੋ ਮੋਹੀ। ਮਹਾਰਾਜ ਮੈਨੂੰ ਤੁਸੀਂ ਜਿਉਂਦੇ ਨੂੰ ਮਾਰ ਦਿੱਤਾ। ਤੁਸੀਂ ਕਾਹਨੂੰ ਲਾਉਣੇ ਸੀਗੇ, ਮੈਂ ਲਾਉਣੇ ਸੀ ਤੁਹਾਡੇ, ਤੁਸੀਂ ਉਲਟਾ ਮੇਰੇ ਲਾ ਦਿੱਤੇ ਐ। ਬੰਦਨ ਪੂਜਨ ਤੁਮਹਿ ਬੁਲਾਇਓ। ਮੈਂ ਤਾਂ ਤੁਹਾਨੂੰ ਬੰਦਨਾ ਕਰਨੀ ਸੀ, ਤੁਹਾਨੂੰ ਪੂਜਣਾ ਸੀ, ਤੁਹਾਡੇ ਦਰਸ਼ਨ ਕਰਨ ਨੂੰ ਬੁਲਾਇਆ ਸੀ। ਮਾਮਨ ਦਰਸ਼ਨ ਕੋ ਲਲਚਾਇਓ। ਕਿਉਂਕਿ ਮੇਰਾ ਮਨ ਤੁਹਾਡੇ ਦਰਸ਼ਨਾਂ ਨੂੰ ਬਹੁਤ ਲਲਚਾ ਰਿਹਾ ਸੀ। ਪਗ ਪਰ ਧਰ ਕਰ ਮੁਝ ਦੁਖ ਦੀਨਾ। ਪਰ ਤੁਸੀਂ ਆ ਕੇ ਜਿਹੜਾ ਮੇਰੇ ਪੈਰਾਂ ਨੂੰ ਹੱਥ ਲਾ, ਚਰਨ ਕਮਲ, ਸੋ ਆਪ ਜੀ ਦੇ ਨੇ, ਮੈਂ ਮੱਥਾ ਟੇਕਣਾ ਸੀ, ਤੁਸੀਂ ਕਰ ਕਮਲ ਲਾ ਦਿੱਤੇ ਆਪਣੇ ਮੇਰੇ ਇਹਨਾਂ ਪੈਰਾਂ ਨੂੰ। ਤੇ ਮੈਨੂੰ ਬਹੁਤ ਦੁੱਖ ਹੋਇਆ ਹੈ। ਵੱਡ ਵਿਪਰੀਤ ਬਾਤ ਇਹ ਕੀਨੋ। ਤੁਸੀਂ ਬਹੁਤ ਪੁੱਠੀ ਗੱਲ ਕੀਤੀ, ਇਹ ਮੈਨੂੰ ਬੜਾ ਇਸ ਗੱਲ ਦਾ ਰੰਜਿਸ਼ ਹੈ। ਇਹ ਵਿਦ ਔਗਨ ਇਹ ਉਤਾਰੋ। ਇਹ ਮਹਾਰਾਜ ਮੇਰੇ ਤੇ ਭਾਰ ਚੜ ਗਿਆ, ਮੈਂ ਕਿਵੇਂ ਲਾਹਾਂਗਾ ਇਹ। ਕੋ ਪਚਾਰ ਨਾ ਹਿਰਦੈ ਵਿਚਾਰੋ। ਇਹਦਾ ਤਾਂ ਕੋਈ ਹੱਲ ਹੀ ਨਹੀਂ ਹੈ, ਹੁਣ ਕੋਈ ਦਵਾਈ ਨਹੀਂ ਹੈ। ਦੋਹਰਾਉ ਸ੍ਰੀ ਨਾਨਕ ਕਹਿ ਬੜੇ ਤੁਮ ਪ੍ਰੇਮੀ ਬਹੁਰ ਖੁਦਾਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ ਰਾਏ ਜੀ, ਵੱਡੇ ਤੁਮ ਪ੍ਰੇਮੀ ਬਹੁਰ ਖੁਦਾਏ। ਤੁਸੀਂ ਬਹੁਤ ਜ਼ਿਆਦਾ ਵੱਡੇ ਹੋ, ਖੁਦਾ ਦੇ ਪ੍ਰੇਮੀ ਹੋ। ਅਜਿਹਾ ਰੱਬ ਦਾ ਪਿਆਰਾ ਨਾ ਜੀ, ਮੈਂ ਤਾਂ ਉਹਨਾਂ ਦੀ ਚਰਨ ਧੂੜ ਲੈਣ ਵਾਸਤੇ ਦੁਨੀਆ 'ਚ ਆਇਆ ਹਾਂ। ਪ੍ਰੀਤਨ ਸਮਝਾਨੋ ਹਮੈ ਬੰਧਨ ਹੀ ਬਨਿਆਏ। ਇੰਨੀ ਨਿਮਰਤਾ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੈਨੂੰ ਤਾਂ ਇਉਂ ਜਾਣੋ ਜਿਸ ਤਰ੍ਹਾਂ ਦਾਸ ਹੁੰਦਾ, ਮੈਂ ਤੁਹਾਡਾ ਦਾਸ, ਮੈਂ ਤਾਂ ਤੁਹਾਡਾ ਦਾਸ ਹਾਂ। ਇਸੇ ਕਰਕੇ ਚਰਨੀ ਹੱਥ ਲਾਏ ਨੇ ਤੁਹਾਡੇ ਆ ਕਰਕੇ, ਤਾਂ ਮੈਂ ਤੁਹਾਨੂੰ ਆ ਕੇ ਨਮਸਕਾਰ ਕੀਤੀ ਹੈ। ਕਿਉਂ? ਇਹ ਚੀਜ਼ ਬੜੀ ਵੱਡੀ ਚੀਜ਼ ਹੈ, ਜਿਹੜੀ ਕਿਸੇ ਥਾਂ ਤੇ ਨਹੀਂ ਲੱਭੇਗੀ ਆਪਾਂ ਨੂੰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਇੰਨੀ ਨਿਮਰਤਾ ਦੇ ਮਾਲਕ, ਅਕਾਲ ਪੁਰਖ ਕੋਲੋਂ ਜੋ ਸਿੱਧਾਂ ਨੇ ਗਰੀਬੀ ਮੰਗੀ ਸੀ, ਅਕਾਲ ਪੁਰਖ ਜੀ ਕਹਿਣ ਲੱਗੇ ਗਰੀਬੀ ਤਾਂ 3 ਪਾਈਆ ਤਾਂ ਗੁਰੂ ਨਾਨਕ ਦੇਵ ਜੀ ਉਹ ਲੈ ਗਏ ਆ, 1 ਪਾਈਆ ਜਿਹੜੀ ਬਚੀ ਸੀ ਉਹ ਗਊਆਂ ਲੈ ਗਈਆਂ। ਇਹ ਗਰੀਬੀ ਤਾਂ ਗੁਰੂ ਨਾਨਕ ਦੇ ਦਰ ਤੇ ਹੀ ਆ। ਕਿੰਨਾ ਹੀ ਉੱਚਾ ਹੋ ਕੇ ਸੱਚੇ ਪਾਤਸ਼ਾਹ ਨੇ ਚਰਨਾਂ ਨੂੰ ਹੱਥ ਲਾ, ਤੁਸੀਂ ਭਗਤੋਂ, ਪਰਮੇਸ਼ਰ ਦੇ ਪਿਆਰੇ ਹੋ। ਐਸੇ ਚੀਜ਼ ਨਾਲ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆ ਜਿੱਤ ਲਈ। ਨਿਮਰਤਾ ਨਾਲ ਸੱਚੇ ਪਾਤਸ਼ਾਹ ਨੇ ਸਾਰੀ ਦੁਨੀਆ ਨੂੰ ਜਿੱਤ ਲਿਆ। ਇੰਨੀ ਨਿਮਰਤਾ, ਜਿੰਨੀ ਨਿਮਰਤਾ ਗੁਰੂ ਨਾਨਕ ਸਾਹਿਬ ਦੇ ਵਿੱਚ ਹੈ, ਇੰਨੀ ਨਿਮਰਤਾ ਆਪਾਂ ਨੂੰ ਕਿਸੇ ਥਾਂ ਤੇ ਕਿਸੇ ਕੋਲੋਂ ਕਦੇ ਵੀ ਨਹੀਂ ਮਿਲ ਸਕਦੀ। ਆਪਣੇ ਪਿਆਰਿਆਂ ਦੇ ਹੀ ਚਰਨੀ ਹੱਥ ਲਾ ਦਿੰਦੇ ਜਾ ਕੇ। ਚੌਪਈ ਭਗਤਨ ਕੋ ਨਿਜਤੇ ਅਧਿਕਾਈ। ਭਗਤਾਂ ਨੂੰ ਕਿਉਂਕਿ ਆਪਣੇ ਨਾਲੋਂ ਵੱਡਾ ਸਮਝਦੇ ਨੇ, ਕਹਿੰਦੇ ਮੇਰਾ ਭਗਤ ਹੈ, ਕਮਾਈ ਕਰਦਾ, ਵੱਡਾ ਹੈ ਮੇਰੇ ਨਾਲੋਂ। ਪਰਮਾਤਮਾ ਵੀ ਇਸ ਤਰ੍ਹਾਂ ਸਮਝ, ਨਿਰੰਕਾਰ ਜਦੋਂ ਨਿਰਗੁਣ ਸਰੂਪ 'ਚ ਆਪ ਬੈਠੇ ਹੁੰਦੇ ਨੇ, ਨਿਰੰਕਾਰ ਜੀ ਵੀ ਇਸ ਤਰ੍ਹਾਂ ਹੀ ਕਰਦੇ, ਇੱਕ ਓੰਕਾਰ ਜੀ। ਵੇਦ ਦਾਸ ਕੋ ਵੱਡ ਵਡਿਆਈ। ਕਹਿੰਦੇ ਇਸ ਕਰਕੇ ਦਾਸ ਨੂੰ ਵੱਡੀ ਵਡਿਆਈ ਦੇਣਗੇ, ਆਪਣੇ ਨਾਲੋਂ ਵੱਡੀ ਵਡਿਆਈ। ਮਹਾਰਾਜ ਨੇ ਜਿਵੇਂ 6ਵੇਂ ਪਾਤਸ਼ਾਹ ਨੇ ਕਿਹਾ ਸੀ, ਬਾਬਾ ਅਟਲ ਰਾਏ ਜੀ ਜੋ ਚੜ੍ਹਾਈ ਕਰਕੇ ਬਚਨ ਮੰਨ ਕੇ
ਸਤਿਗੁਰੂ ਕਹਿੰਦੇ ਜਿਹੜਾ ਸਾਡੇ ਦਰ ਤੇ ਆਊਗਾ ਉਹਦੀ ਮੰਗ ਬਾਅਦ ਵਿੱਚ ਪੂਰੀ, ਜਿਹੜਾ ਬਾਬੇ ਅਟਲ ਦੇ ਜਾਊ ਉਹਦੀ ਮੰਗ ਪਹਿਲਾਂ ਪੂਰੀ। ਇਸ ਤਰ੍ਹਾਂ ਹੀ ਆਪਣੇ ਪਿਆਰਿਆਂ ਨੂੰ ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰਕੇ ਬਚਨ ਮੰਨ ਕੇ ਮਹਾਰਾਜ ਨੇ ਬਚਨ ਕੀਤਾ, ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਕਹਿੰਦੇ ਜਿਹੜਾ ਬਾਬੇ ਗੁਰਦਿੱਤੇ ਦੇ ਦਰ ਤੇ ਆਊਗਾ, ਤਿੰਨਾਂ ਲੋਕਾਂ 'ਚ ਕਿਤੇ ਵੀ ਫਟਕਾਰਿਆ ਹੋਵੇ ਨਾ, ਕਿਸੇ ਦਾ ਵੀ ਤੰਗ ਕੀਤਾ ਹੋਵੇ, ਬਾਬੇ ਗੁਰਦਿੱਤੇ ਦੇ ਦਰ ਤੇ ਮੱਥਾ ਟੇਕੂਗਾ, ਬਾਬਾ ਗੁਰਦਿੱਤਾ ਤਿੰਨਾਂ ਲੋਕਾਂ ਦੇ ਵਿੱਚ ਮਾਲਕ ਹੋਊਗਾ ਸਾਰਿਆਂ ਦਾ। ਇਹ ਹਰੇਕ ਨੂੰ ਬਖਸ਼ ਲਿਆ ਕਰੂਗਾ, ਇਹਦੇ ਦਰ ਤੇ ਆ ਕੇ ਸਾਰੇ ਬਖਸ਼ਿਆ ਜਾਇਆ ਕਰਨਗੇ। ਇਸ ਕਰਕੇ ਤਾਂ ਬਾਬਾ ਗੁਰਦਿੱਤਾ ਧੰਨ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਨੂੰ ਇਹੀ ਮਾਨਤਾ ਦਿੱਤੀ। ਬਾਬਾ ਦੀਪ ਸਿੰਘ ਦੇ ਪਹਿਲਾਂ ਪੂਰੀ ਹੁੰਦੀ ਤਮੰਨਾ ਜਾ ਕੇ ਆ 40 ਮੁਕਤੀਆਂ ਨੂੰ ਕਿੱਡੀ ਵੱਡੀ ਮਾਨਤਾ ਦਿੱਤੀ। ਸਤਿਗੁਰੂ ਨੇ ਉਹ ਥਾਂ ਦਾ ਨਾਮ ਮੁਕਤਸਰ ਸਾਹਿਬ ਰੱਖਿਆ। ਸਤਿਗੁਰੂ ਕਹਿੰਦੇ ਕਿਤੇ ਕੋਈ ਇੱਕ ਜਾਣਾ ਚੜ੍ਹਾਈ ਕਰੇ ਸਾਧੂ ਉੱਥੇ ਤੀਰਥ ਬਣਦਾ। ਇੱਥੇ ਮੇਰੇ 40 ਸਿੰਘਾਂ ਨੇ ਸ਼ਹੀਦੀ ਪਾਈ ਹੈ, ਇੱਥੇ ਜਿਹੜਾ ਨਹਾਵੇਗਾ ਆ ਕੇ ਮਾਘੀ ਵਾਲੇ ਦਿਨ ਸਰੋਵਰ 'ਚ ਉਹ ਮੁਕਤ ਹੋ ਜਾਇਆ ਕਰੇਗਾ। ਥਾਂ ਦਾ ਨਾਂ ਹੀ ਮੁਕਤਸਰ ਸਾਹਿਬ ਰੱਖਿਆ। ਟੁੱਟੀ ਗੰਢੀ ਸੱਚੇ ਪਾਤਸ਼ਾਹ ਥਾਂ ਦਾ ਨਾਂ ਰੱਖਿਆ, ਸਰੋਵਰ ਦਾ ਨਾਂ ਮੁਕਤਸਰ ਸਾਹਿਬ ਰੱਖਿਆ। ਚਮਕੌਰ ਸਾਹਿਬ ਨੂੰ ਜ਼ਿਆਦਾ ਮਾਨਤਾ ਦਿੱਤੀ। ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਤੇ ਜ਼ਿਆਦਾ ਮਾਨਤਾ, ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿਆਦਾ ਮਾਨਤਾ ਦਿੱਤੀ ਹੈ। ਕਿਉਂ ਜਿੱਥੇ ਮਰਜ਼ੀ ਦੇਖ ਲਓ ਸਤਿਗੁਰੂ ਆਪਣੇ ਦਾਸ ਨੂੰ ਪਹਿਲਾਂ ਵਡਿਆਈ ਦਿੰਦੇ ਨੇ। ਸਤਿਗੁਰੂ ਕਹਿੰਦੇ ਮੇਰੀ ਵਡਿਆਈ ਤਾਂ ਹੈ ਹੀ ਹੈ, ਵਡਿਆਈ ਤਾਂ ਮੈਂ ਆਪਣੇ ਸੇਵਕਾਂ ਦੀ ਕਰਾਉਣੀ ਹੈ। ਛੇਵੇਂ ਪਾਤਸ਼ਾਹ ਕਹਿੰਦੇ ਮੇਰੀ ਕੋਈ ਆ ਕੇ ਮਾਨਤਾ ਕਰੂ ਉਹਨੂੰ 10 ਗੁਣਾ ਫਲ, ਜੇ ਮੇਰੇ ਪਿਆਰੇ ਦੀ ਮਾਨਤਾ ਕਰੂ ਉਹਨੂੰ 20 ਗੁਣਾ ਫਲ ਦਊਂਗਾ। ਇਸ ਤਰ੍ਹਾਂ ਸਤਿਗੁਰੂ ਆਪਣੇ ਪਿਆਰੇ ਦੀ ਮਾਨਤਾ ਬਹੁਤ ਕਰਦੇ ਹਨ। ਜਾਣਤ ਹੈ ਜਗ ਨਹੀਂ ਨਾ ਰੀਤੀ, ਇਹ ਜਗ ਜਾਣਦਾ ਸਾਰਾ ਕੋਈ ਨਵੀਂ ਗੱਲ ਨਹੀਂ, ਸ਼ੁਰੂ ਤੋਂ ਹੀ ਲੈ ਕੇ ਚੱਲੀ ਆਈ। ਦਾਸਾਂ ਦੀ ਵਡਿਆਈ ਕਰਦੇ ਆ। ਆਹੇ ਸਨਾਤਨ ਸਭ ਯੁਗ ਕੀਤੀ, ਸਾਰੇ ਯੁੱਗਾਂ ਵਿੱਚ ਪਹਿਲਾਂ ਵੀ ਪ੍ਰਮਾਤਮਾ ਦੇ ਪਿਆਰੇ ਇਸ ਤਰ੍ਹਾਂ ਹੀ ਕਰਦੇ ਰਹੇ, ਸਾਰੇ ਅਵਤਾਰ ਵੀ ਇਸ ਤਰ੍ਹਾਂ ਹੀ ਕਰਦੇ, ਕਿਉਂਕਿ ਉਹ ਵੀ ਪ੍ਰਮਾਤਮਾ ਦੇ ਭੇਜੇ ਹੋਏ ਹੁੰਦੇ ਨੇ। ਪਾਂਡਵ ਹੋਤੋ ਯੁਧਿਸ਼ਟਰ ਰਾਉ, ਇਹ ਜਿਹੜਾ ਪਾਂਡਵਾਂ ਦੇ ਵਿੱਚ ਯੁਧਿਸ਼ਟਰ ਸੀ ਰਾਜਾ, ਕ੍ਰਿਸ਼ਨ ਕੀਏ ਬਸ ਭਗਤ ਪ੍ਰਭਾਉ, ਇਹਨਾਂ ਨੇ ਭਗਤੀ ਕਰਕੇ ਕ੍ਰਿਸ਼ਨ ਜੀ ਨੂੰ ਬਸ ਆਪਣੇ ਬਸ ਵਿੱਚ ਕਰ ਲਿਆ ਸੀ। ਭਗਤੀ ਦੀ ਡੋਰੀ ਪਾ ਕੇ, ਪ੍ਰੇਮ ਦੀ ਡੋਰੀ ਪਾ ਕੇ, ਆਏ ਸਮਾਨ ਕਰਹਿ ਪਦ ਬੰਧਨ, ਆਗਿਆ ਮੰਨ ਕਰਕੇ ਚਰਨਾਂ ਤੇ ਮੱਥਾ ਟੇਕਦੇ ਹਨ। ਰਹੇ ਦਾਸ ਜਿਉ ਦੋਖ ਨਿਕੰਦਨ, ਸੋ ਜਿਵੇਂ ਦਾਸ ਦੇ ਦੁੱਖਾਂ ਨੂੰ ਕੱਟਣ ਵਾਲੇ ਸ਼ੁਰੂ ਤੋਂ ਲੈ ਕਰਕੇ ਸਦਾ ਅਧੀਨ ਭਗਤ ਕਰਤਾਰਾ, ਕਰਤਾਰ ਪਰਮੇਸ਼ਰ ਭਗਤਾਂ ਦੇ ਅਧੀਨ ਹੈ। ਮਾਰੂ ਰਾਗ ਦੇ ਵਿੱਚ ਮਹਾਰਾਜ ਨੇ ਇਹ ਬਚਨ ਲਿਖੇ ਹੋਏ ਨੇ ਕਿ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ। ਰੱਬ ਭਗਤਾਂ ਦਾ ਆਗਿਆਕਾਰੀ, ਉਲਟਾ ਆਪਾਂ ਉਹਦੇ ਆਗਿਆਕਾਰੀ ਬਣਨਾ। ਉਹ ਕਹਿੰਦੇ ਭਗਤਾਂ ਦੇ ਕਾਰਜ ਕਰਦਾ ਫਿਰਦਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤ ਕਾਲ ਹੋਏ ਆਵੈ। ਭਗਤ ਤਰਲੋਚਨ ਜੀ ਜਿਵੇਂ ਬਾਜ਼ਾਰ ਵਿੱਚ ਗਏ, ਭਗਤ ਨਹੀਂ ਕਹਿੰਦੀ ਉਮਰ ਦੋਨਾਂ ਦੀ ਬਿਰਧ ਹੋ ਗਈ, ਰੋਟੀ ਬਣਾਉਣ ਵਾਲਾ, ਭਾਂਡੇ ਮਾਂਜਣ ਵਾਲਾ, ਨੌਕਰੀ ਕੋਈ ਲਿਆਉਂਦੇ ਆ, ਘਰੇ ਝਾੜੂ ਪੋਚਾ ਕਰਦੇ ਮਾੜਾ ਮੋਟਾ, ਫਿਰ ਕੱਪੜੇ ਧੋ ਦਿਆ ਕਰ। ਹੁਣ ਮੈਂ ਤਾਂ ਬਿਰਧ ਹੋ ਗਈ, ਮੈਥੋਂ ਕੰਮ ਨਹੀਂ ਹੁੰਦਾ। ਕਹਿੰਦੇ ਚੰਗਾ ਮੈਂ ਲਿਆਉਣਾ। ਤਰਲੋਚਨ ਜੀ ਗਏ ਬਾਜ਼ਾਰ, ਰੱਬ ਨੂੰ ਲੱਗ ਗਿਆ ਮੌਕਾ, ਕਹਿੰਦਾ ਲੈ ਵੀ ਆਹ ਵਧੀਆ, ਹੁਣ ਭਗਤਾਂ ਦੀ ਸੇਵਾ ਕਰਨ ਦਾ ਮੌਕਾ। ਬਾਜ਼ਾਰ ਦੇ ਵਿੱਚ ਐਵੇਂ ਛੋਟੀ ਜਿਹੀ ਉਮਰ ਦੇ ਗੋਲੂ ਜੇ ਬਣ ਕੇ ਬੜੇ ਸੋਹਣੇ ਲੱਗਣ, ਉਹ ਆਕਰਸ਼ਿਤ ਕਰ ਲਿਆ ਆਪਣੇ ਆਪ ਨੂੰ ਇੰਨਾ। ਕਹਿੰਦੇ ਆਹ ਠੀਕ ਹੈ, ਛੋਟਾ ਜਿਹਾ ਮੁੰਡਾ ਜਾਂ 15-16 ਸਾਲ ਦਾ, ਕੰਮ ਵੀ ਵਧੀਆ ਕਰੂਗਾ। ਉਸ ਵਕਤ ਸਿਰ ਤੇ ਪਰਨਾ ਜਿਹਾ ਬੰਨਿਆ ਹੋਇਆ, ਕੁੜਤਾ ਪਜਾਮਾ ਖੱਦਰ ਦਾ ਪਾ ਕੇ ਖੜੇ। ਕਹਿੰਦੇ ਕਿਉਂ ਜੀ, ਬਈ ਸਾਡੇ ਘਰ ਚੱਲੋਗੇ ਕੰਮਕਾਰ ਨੂੰ, ਸਾਡੇ ਘਰ ਨੌਕਰੀ ਕਰੋਗੇ? ਉਹ ਕਹਿੰਦੇ ਜੀ ਨੌਕਰੀ ਭਗਤਾਂ ਦੇ ਜਨਾਬ, ਚਲੋ ਤੁਹਾਡੇ ਘਰ ਚੱਲਦੇ ਆ। ਹੁਣ ਸੀ ਤਾਂ ਪ੍ਰਮਾਤਮਾ ਆਪ ਹੀ। ਕਹਿੰਦੇ ਫਿਰ ਨੌਕਰੀ ਤਨਖਾਹ ਕੀ ਲਓਗੇ? ਕਹਿੰਦੇ ਮੈਂ ਲੈਣਾ ਕੁਛ ਨਹੀਂ, ਬਸ 2 ਟਾਈਮ ਰੋਟੀ ਦੇ ਦਿਆ ਕਰੋ ਤੇ 6 ਮਹੀਨੇ ਬਾਅਦ ਕੁੜਤਾ ਪਜਾਮਾ ਲਾਉਂਗਾ। ਕਹਿੰਦੇ ਬਸ ਐਡਾ ਸਸਤਾ ਕੰਮ, ਪੈਸਾ ਨਹੀਂ ਕੋਈ ਲੈਣਾ। ਕਹਿੰਦੇ ਪੈਸਾ ਕੀ ਕਰਨਾ, ਨਾ ਮੇਰਾ ਅੱਗਾ ਨਾ ਪਿੱਛਾ, ਨਾ ਮਾਂ ਨਾ ਬਾਪ, ਨਾ ਭੈਣ ਨਾ ਭਰਾ। ਕਹਿੰਦੇ ਕਮਾਲ ਦੀ ਗੱਲ, ਕੋਈ ਮਾਂ ਬਾਪ ਹੈ ਹੀ ਨਹੀਂ ਤੁਹਾਡਾ? ਕਹਿੰਦੇ ਨਾ ਜੀ, ਜਿਵੇਂ 10ਵੇਂ ਪਾਤਸ਼ਾਹ ਲਿਖਿਆ, ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਨਿਰਸਾਕੰ ਸ਼ਰੀਕਾ ਅਮਿਤੋ ਮੀਕ ਹੈ। ਕਹਿੰਦੇ ਅੱਛਾ ਜੀ। ਕਹਿੰਦੇ ਇੱਕ ਸ਼ਰਤ ਹੈ, ਪਰ ਉਹ ਕੀ? ਕਹਿੰਦੇ ਮੇਰੀ ਨਿੰਦਿਆ ਨਾ ਕਰਿਓ, ਜੇ ਨਿੰਦਿਆ ਕੀਤੀ ਉੱਥੋਂ ਹੀ ਚਲਾ ਜਾਊਂਗਾ। ਫਿਰ ਇਹਨਾਂ ਦੀ ਇਸਤਰੀ ਨੇ ਇੱਕ ਦਿਨ ਨਿੰਦਿਆ ਕਰਤੀ, ਕਾਫੀ ਸਾਲਾਂ ਬਾਅਦ, ਫਿਰ ਚਲੇ ਗਏ, ਅਲੋਪ ਹੋ ਗਏ। ਬਾਅਦ ਵਿੱਚ ਭਗਤ ਨੂੰ ਗਿਆਨ ਹੋਣ ਦਿੱਤਾ, ਪਹਿਲਾਂ ਪਰਦਾ ਹੀ ਪਾ ਕੇ ਰੱਖਿਆ, ਫੇਰ ਪਛਤਾਏ ਵੀ ਉਹ ਰੱਬ ਸਾਡੀ ਸੇਵਾ ਕਰਦਾ ਰਿਹਾ ਆ ਕੇ,
ਇਸ ਕਰਕੇ ਜਿਵੇਂ ਕ੍ਰਿਸ਼ਨ ਜੀ ਦਾ ਪ੍ਰਸੰਗ ਆਇਆ ਸੀ, ਸਾਰੀ ਰਾਤ ਸੁਦਾਮੇ ਨੂੰ ਘੁੱਟਦੇ ਰਹੇ। ਇਹ ਉਲਟ ਗੱਲ ਹੁੰਦੀ ਹੈ ਸੇਵਕ ਨੂੰ। ਸੰਗਤ ਆਈ ਪਿੱਪਲੀ ਸਾਹਿਬ ਗੁਰਦੁਆਰੇ ਅੰਮ੍ਰਿਤਸਰ ਸਾਹਿਬ, ਪੰਜਵੇਂ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਲੈ ਕੇ ਰਾਤ ਨੂੰ ਪੱਖਾ ਲੈ ਕੇ ਸਾਰੀ ਰਾਤ ਤਾਂ ਪੱਖਾ ਕੀਤਾ, ਨਾਲੇ ਸੰਗਤ ਦੇ ਚਰਨ ਘੁੱਟੇ, ਨਾਲੇ ਪਰਨੇ ਨਾਲ ਸਾਰੀ ਸੰਗਤ ਦੇ ਚਰਨ ਝਾੜੇ, ਲੱਤਾਂ ਤੇ ਮਿੱਟੀ ਪਈ ਹੋਈ ਉਹ ਝਾੜੀ। ਕਾਬਲ ਕੰਧਾਰ ਤੋਂ ਤੁਰ ਕੇ ਆਈ ਸੀ ਸੰਗਤ। ਕਹਿੰਦੇ ਭਾਈ ਗੁਰਦਾਸ ਇਹ ਗੁਰੂ ਨਾਨਕ ਦੀ ਸੰਗਤ ਹੈ, ਆਪਾਂ ਸੰਗਤ ਦੇ ਸੇਵਾਦਾਰ ਹਾਂ ਭਾਈ। ਇੰਨੀ ਨਿਮਰਤਾ ਗੁਰਾਂ ਦੇ ਵਿੱਚ, ਸੱਚੇ ਪਾਤਸ਼ਾਹ ਦੇ ਵਿੱਚ। ਏ ਵਿਦ ਹਿਰਦੈ ਬਿਰਦ ਮੁਰਾਰਾ, ਇਸ ਤਰ੍ਹਾਂ ਪ੍ਰਮਾਤਮਾ ਦਾ ਬਿਰਦ ਆ ਉਹਨਾਂ ਦੇ ਮਨ ਦੇ ਅੰਦਰ। ਵਸੀ ਵਿਸਵ ਜਿਸ ਵਿਸ਼ਨ ਵਿਆਪੂ, ਸੋ ਇਸ ਕਰਕੇ ਵਸ ਹੈ ਜਗਤ ਜਿਸ ਵਿਆਪਕ ਵਿਸ਼ਨੂੰ ਪ੍ਰਮਾਤਮਾ ਦੇ। ਇੱਥੇ ਮਹਾ ਵਿਸ਼ਨੂੰ ਦੀ ਗੱਲ ਹੈ। ਸੋ ਵਸ ਤਿਨ ਕੇ ਭਗਤ ਪ੍ਰਤਾਪੂ, ਸੋ ਉਹ ਕਿਹਦੇ ਵਸ ਆ? ਕਹਿੰਦੇ ਜਿਹਦੇ ਵਸ ਸਾਰੀ ਦੁਨੀਆ, ਉਹ ਭਗਤਾਂ ਦੇ ਵਸ। ਤੋ ਭਗਤਾਂ ਨੂੰ ਉਹਦਾ ਹੀ ਮਾਣ ਹੈ, ਪਰਮਾਤਮਾ ਨੂੰ ਉਹਦਾ ਹੀ ਮਾਣ ਹੈ। ਮੇਰੇ ਪਿਆਰੇ ਆ, ਆਪਣੇ ਪਿਆਰੇ ਵਾਲੀ ਦੇਖਦੇ ਰਹਿੰਦੇ ਨੇ ਬਸ। ਸੋ ਸੱਚੇ ਪਾਤਸ਼ਾਹ ਹਮੇਸ਼ਾ ਧਿਆਨ ਰੱਖਣਗੇ, ਮੇਰਾ ਪਿਆਰਾ ਉੱਥੇ ਗਿਆ, ਹੁਣ ਮੇਰਾ ਪਿਆਰਾ ਉਹ ਸੀਗਾ, ਹੁਣ ਮੇਰਾ ਪਿਆਰਾ ਸੁੱਤਾ ਪਿਆ। ਸਾਰਾ ਦਿਨ ਧਿਆਨ ਰੱਖਦੇ ਹੋ ਤੁਸੀਂ। ਕਹਿੰਦੇ ਮੇਰੇ ਕੰਮ ਕੀ ਆ ਹੋਰ? 24 ਘੰਟੇ ਮੈਂ ਆਪਣੇ ਪਿਆਰੇ ਦਾ ਹੀ ਧਿਆਨ ਰੱਖਦਾ ਹਾਂ। ਦੋਹਰਾ ਵਿਨੈ ਬਖਾਨਤ ਦੀਨ ਮਨ, ਹਾਥ ਬੰਦ ਕਰ ਰਾਓ। ਉਸ ਵਕਤ ਰਾਏ ਬਲਾਰ ਜੀ ਨੇ ਬੇਨਤੀ ਕੀਤੀ, ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਕਹਿਣ ਲੱਗਿਆ, ਜਗਤ ਜੋਨ ਜਲ ਜਾਜਨ, ਜਲ ਜੰਗਰੀ ਜਜਵਾਓ। ਸੋ ਮਹਾਰਾਜ ਸੱਚੇ ਪਾਤਸ਼ਾਹ ਰਾਏ ਬਲਾਰ ਜੀ ਕਹਿਣ ਲੱਗੇ, ਭਾਵ ਤੁਸੀਂ ਤਾਂ ਜਗਤ ਦਾ ਕਾਰਨ ਹੋ, ਕਮਲ ਮੁਖ ਹੋ। ਮੈਥੋਂ ਆਪਣੇ ਜਲਜ ਅੰਗਰੀ ਤੋਂ ਭਾਵ ਚਰਨ ਕਮਲ ਪੁਜਵਾਓ। ਮੈਂ ਤੁਹਾਡੇ ਚਰਨਾਂ ਦੀ ਪੂਜਾ ਕਰਨੀ ਹੈ। ਦੁਨੀਆ ਨੂੰ ਤੁਸੀਂ ਕੁਝ ਕਹੀ ਜਾਓ, ਮੈਨੂੰ ਤਾਂ ਪਤਾ ਨਾ ਤੁਸੀਂ ਕੌਣ ਹੋ। ਤੁਸੀਂ ਪ੍ਰਮਾਤਮਾ ਹੋ ਜੀ ਆਪ। ਚੌਪਈ ਪਰਮੇਸ਼ਰ ਤੂੰ ਪੁਰਖ ਪੁਰਾਤਨ। ਹੁਣ ਉਪਮਾ ਕਰਨ ਲੱਗੇ, ਤੂੰ ਤਾਂ ਪਰਮੇਸ਼ਰ ਪੁਰਖ ਪੁਰਾਤਨ ਹੈ, ਆਦ ਪੁਰਖ ਹੈ ਜੀ। ਪਾਰ ਬ੍ਰਹਮ ਕਿਰਪਾਲ ਸਨਾਤਨ। ਤੁਸੀਂ ਤਾਂ ਪਾਰ ਬ੍ਰਹਮ ਪਰਮੇਸ਼ਰ ਅਨਾਦਿ ਹੋ। ਸੋ ਪਾਰ ਬ੍ਰਹਮ ਪਰਮੇਸ਼ਰ ਕਿਰਪਾਲੂ ਹੋ। ਜੋਤੀ ਰੂਪਾ ਅਨੂਪ ਸਰੂਪਾ। ਜੋਤੀ ਸਰੂਪ ਹੋ ਜੀ, ਉਪਮਾ ਤੋਂ ਰਹਿਤ ਸਰੂਪ ਹੈ ਤੁਹਾਡਾ। ਸਹਿਨਸ਼ਾਹ ਭੂਪ ਕੋ ਭੂਪਾ। ਸ਼ਾਹਿਨਸ਼ਾਹ ਭੂਪਾਂ ਦੇ ਭੂਪ, ਰਾਜਿਆਂ ਦੇ ਰਾਜੇ ਹੋ ਤੁਸੀਂ। ਕਿਉਂਕਿ ਉੱਥੇ ਜਾ ਕੇ ਸਾਰਾ ਕੁਝ ਮੁੱਕ ਜਾਂਦਾ ਹੈ, ਜਿਸ ਸਥਾਨ ਤੇ ਤੁਸੀਂ ਸੱਚਖੰਡ ਦੇ ਵਿੱਚ ਬਿਰਾਜਮਾਨ ਹੁੰਦੇ ਹੋ। ਕਰੁਣਾ ਕਰ ਬਖਸ਼ੋ ਮੁਝ ਸੁਆਮੀ। ਏ ਸੁਆਮੀ ਮਾਲਕ ਜੀ, ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਜੀ। ਦੀਨ ਬੰਦ ਸਭ ਅੰਤਰ ਜਾਮੀ। ਤੁਸੀਂ ਦੀਨਾਂ ਦੇ ਰਿਸ਼ਤੇਦਾਰ ਹੋ, ਬੰਧਪ ਹੋ ਜੀ, ਅੰਤਰ ਜਾਮੀ ਹੋ, ਦਿਲ ਦੀ ਜਾਣਨਹਾਰ ਹੋ। ਭਾਵ ਬੰਧਨ ਤੇ ਕਰ ਛੁਟਕਾਰਾ। ਸੰਸਾਰ ਸਾਗਰ ਤੋਂ ਮੇਰਾ ਛੁਟਕਾਰਾ ਕਰਾ ਦਿਓ ਜੀ, ਬੰਧਨਾਂ ਤੋਂ। ਹੁਣ ਪਤਿਤ ਉਦਾਹਰਨ ਬਿਰਦ ਤੁਮਾਰਾ। ਤੁਹਾਡਾ ਜਿਹੜਾ ਬਿਰਦ ਹੈ ਨਾ, ਧਰਮ ਹੈ, ਉਹ ਪਤਿਤ ਹੋਏ ਹੋਇਆਂ ਨੂੰ ਉਦਾਹਰਨ ਵਾਲਾ ਹੈ। ਜਿਉਂ ਜਿਉਂ ਬਿਨਾਂ ਦੀਨ ਹੋਏ ਕਰੀ। ਜਿਉਂ ਜਿਉਂ ਬਹੁਤ ਗਰੀਬੀ ਚ ਨਿਮਰਤਾ ਚ ਆ ਕੇ ਬੇਨਤੀ ਕਰਦੇ, ਗੋਬਿੰਦ ਭਾਉ ਭਗਤ ਦਾ ਭੁੱਖਾ। ਤਿਉਂ ਤਿਉਂ ਰਾਏ ਮੋਹੇ ਤਮ ਟਰੀ। ਤਿਉਂ ਤਿਉਂ ਕਹਿੰਦੇ ਰਾਏ ਜੀ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਮਾੜਾ ਮੋਟਾ ਕੋਈ ਰਹਿੰਦਾ ਸੀ, ਉਹ ਦੂਰ ਹੁੰਦਾ ਜਾ ਰਿਹਾ। ਕਿਉਂਕਿ 7ਵੀਂ ਭੂਮਿਕਾ ਚ ਮਹਾਰਾਜ ਨੇ ਲਿਜਾ ਕੇ ਰਾਏ ਬਲਾਰ ਜੀ ਨੂੰ ਤੁਰਿਆ ਪਦ ਵਿੱਚ ਲੈ ਗਏ। ਤਾਂ ਤੁਰਿਆ ਅਤੀਤ ਅਵਸਥਾ 8ਵੀਂ ਭੂਮਿਕਾ ਚ ਲਿਜਾ ਕੇ ਸਰੀਰ ਛਡਾਇਆ ਸੀ ਉਹਨਾਂ ਦਾ। ਦੇਖ ਦੀਨਤਾ ਅਧਿਕ ਦਿਆਲਾ। ਦੇਖ ਕਰਕੇ ਉਹਦੀ ਦੀਨਤਾ ਨੂੰ ਬਹੁਤ ਦਿਆਲ ਹੋਏ। ਹਿਰਦੈ ਪ੍ਰੀ ਸਦਤ ਭਏ ਦੇ ਬੇਸਾਲਾ। ਬਹੁਤ ਪ੍ਰਸੰਨ ਹੋਏ, ਪੰਗਰ ਗਏ ਸੱਚੇ ਪਾਤਸ਼ਾਹ, ਦਿਆਲ ਹੋ ਗਏ। ਉਹਦੀ ਬੇਨਤੀਆਂ ਨਿਮਰਤਾ ਚ ਇੰਨਾ ਵੱਡਾ ਹੋ ਕੇ ਰਾਏ ਵੀ ਬਹੁਤ ਵੱਡਾ, ਰਾਜਾ ਵੀ ਹੈ ਦੂਜੇ ਪਾਸੇ, ਪਰ ਫਿਰ ਨਿਮਰਤਾ ਕਿੰਨੀ ਹੈ। ਬੜੀ ਜਨਮਾਂ ਦੀ ਕਮਾਈ ਹੈ, ਪਿਛਲੇ ਜਨਮਾਂ ਦੀ ਕਿੰਨੀ ਕਮਾਈ ਸੀ ਇਹਨਾਂ ਦੀ। ਦੋਹਰਾ ਬਖਸ਼ੇ ਪ੍ਰਥਮ ਖੁਦਾਏ ਤੁਮ ਨਿਹਚਾ ਹਿਰਦੈ ਅਡੋਲ। ਮਨ ਦੇ ਅੰਦਰ ਅਡੋਲ ਨਿਸ਼ਚਾ ਰੱਖੋ, ਤੁਹਾਨੂੰ ਤਾਂ ਖੁਦਾ ਨੇ ਪਹਿਲਾਂ ਹੀ ਬਖਸ਼ਤਾ। ਤੇ ਇਹ ਤਾਂ ਤੁਸੀਂ ਹੁਣ ਵੈਸੇ ਹੀ ਬੇਨਤੀਆਂ ਕਰ, ਤੁਸੀਂ ਬਖਸ਼ੇ ਹੋਏ ਹੋ। ਆਪ ਰਹੋਗੇ ਸੰਗ ਮੁਝ ਪਾਵੋ ਅੰਧ ਅਮੋਲ। ਤੁਸੀਂ ਸਦਾ ਹੀ ਮੇਰੇ ਨਾਲ ਰਹੋਗੇ ਰਾਏ ਜੀ, ਸੱਚਖੰਡ ਦੇ ਵਿੱਚ ਅਮੋਲ ਸਭ ਕੁਝ ਪ੍ਰਾਪਤ ਕਰੋਗੇ। ਤੁਹਾਨੂੰ ਬਖਸ਼ ਲਿਆ ਹੈ, ਖੁਦਾ ਨੇ ਬਖਸ਼ ਲਿਆ, ਤੇ ਖੁਦਾ ਨੇ ਬਖਸ਼ ਲਿਆ, ਤੇ ਇਸ ਕਰਕੇ ਤੁਸੀਂ ਸਦਾ ਹੀ ਮੇਰੇ ਨਾਲ ਰਹੋਗੇ। ਇਸ ਤਰ੍ਹਾਂ ਰਾਏ ਬਲਾਰ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ ਲਿਆ। ਚੌਪਈ ਸੁਨ ਸਰੋਨਨ ਪੁਨ ਬੋਲੋ ਰਾਓ। ਕੰਨਾਂ ਵਿੱਚ ਸੁਣ ਕੇ ਰਾਏ ਜੀ ਬੋਲੇ ਉਸ ਵਕਤ, ਜਬ ਮਾਨੋਗੇ ਮੈਂ ਜੋ ਅਲਾਉ। ਅੱਛਾ, ਫਿਰ ਇੱਕ ਬੇਨਤੀ ਆ, ਤੁਸੀਂ ਤਾਂ ਕਹਿੰਦੇ ਖੁਦਾ ਨੇ ਬਖਸ਼ ਲਿਆ, ਹੋ ਗਿਆ, ਮੈਂ ਫਿਰ ਤਾਂ ਮੰਨੂਗਾ ਮੈਨੂੰ ਖੁਦਾ ਨੇ ਬਖਸ਼ ਲਿਆ। ਉਹ ਕਰੋ ਜੋ ਮੈਂ ਕਹਾਂਗਾ, ਮੇਰੀ ਬੇਨਤੀ ਪ੍ਰਵਾਨ ਕਰ ਲਓ, ਫਿਰ ਮੰਨੋ ਵੀ ਖੁਦਾ ਨੇ ਬਖਸ਼ ਲਿਆ। ਤੇ ਮੇਰੀ ਪਹਿਲੇ ਇੱਕ ਗੱਲ ਮੰਨ ਲਓ ਜੀ, ਸਭ ਜਾਣੋ ਕੋ ਕਰਨਾ ਕਰੀ। ਤਾਂ ਮੈਂ ਜਾਣੂ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ।
ਜੋ ਨਾ ਪ੍ਰਤੀਤ ਆਏ ਨਰ ਹਰੀ। ਹੇ ਨਰਾਂ ਦੇ ਮਾਲਕ, ਹੇ ਪਰਮੇਸ਼ਰ ਜੀ, ਮੈਨੂੰ ਹੀ ਆਉਂ ਨਹੀਂ ਭਰੋਸਾ ਹੋਣਾ ਤੁਹਾਡੇ ਬਚਨਾਂ ਤੇ। ਪਦ ਅਰਵਿੰਦ ਆਨੰਦ ਕੰਧ ਜੇ। ਆ ਜਿਹੜੇ ਤੁਹਾਡੇ ਚਰਨ ਕਮਲ ਨੇ ਨਾ, ਆਨੰਦ ਦਾ ਮੂਲ ਰੂਪ। ਜਜ ਕਰ ਬੰਦੋ ਹਾਥ ਬੰਦ ਜੇ। ਮੈਨੂੰ ਇੱਕ ਵਾਰ ਹੁਣ ਚਰਨਾਂ ਨੂੰ ਪੂਜ ਲੈਣ ਦੋ, ਮੱਥਾ ਟੇਕ ਲੈਣ ਦੋ। ਹੱਥ ਜੋੜ ਕੇ ਬੇਨਤੀ ਹੈ, ਮੈਂ ਤਾਂ ਮੰਨੂ ਕਿ ਮੈਨੂੰ ਰੱਬ ਨੇ ਬਖਸ਼ ਲਿਆ, ਮੈਨੂੰ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੈ। ਜੇ ਤੁਸੀਂ ਮੈਨੂੰ ਮੱਥਾ ਟੇਕਣ ਦਿਓਗੇ ਤਾਂ, ਨਹੀਂ ਤਾਂ ਮੈਂ ਮੰਨੂਗਾ ਰੱਬ ਨੇ ਮੈਨੂੰ ਬਖਸ਼ਿਆ ਨਹੀਂ ਹਲੇ। ਸਭ ਤ੍ਰਿਪਤ ਹੈ ਚਿਤ ਤਰਨ ਤਰਨਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਰਨ ਹਾਰ ਜਹਾਜ਼ ਰੂਪ, ਹੇ ਗੁਰੂ ਸਾਹਿਬ ਜੀ, ਸੂਰਜਾਂ ਦੇ ਸੂਰਜ ਤਾਂ ਮੰਨੂਗਾ ਮੈਂ। ਅਸਵਿਤ ਬਿਨ ਮਨ ਨਹੀਂ ਅਮਨਾ। ਇਸ ਤਰੀਕੇ ਤੋਂ ਬਿਨਾ ਮੇਰਾ ਮਨ ਨਹੀਂ ਪਤੀਜਣਾ। ਹੋਏ ਜਾਉ ਮੈਂ ਤਵੇ ਨਿਹਾਲੂ। ਤਾਂ ਮਹਾਰਾਜ ਮੈਂ ਨਿਹਾਲ ਹੋ ਜਾਵਾਂਗਾ ਜਦੋਂ ਤੁਸੀਂ ਚਰਨਾਂ ਨੂੰ ਹੱਥ ਲਵਾਓਗੇ। ਸੂਟੇ ਜਗਤ ਜੋਨ ਜਮ ਜਾਲੂ। ਤਾਂ ਮੈਂ ਮੰਨਾਂਗਾ ਸਾਰੇ ਜਗ ਦੇ ਜਾਲ, ਜਮਾਂ ਦੇ ਜਾਲ ਖਤਮ ਹੋ ਗਏ। ਬਿਨੈ ਮਾਨੇ ਦੀਨ ਦਿਆਲਾ। ਇਹ ਦੀਨ ਕਿਰਪਾਲੂ ਸੱਚੇ ਪਾਤਸ਼ਾਹ, ਮੇਰੀ ਬੇਨਤੀ ਮੰਨ ਲਓ ਜੀ। ਵਰਨਾ ਚਰਨੈ ਸਰਨ ਵਿਸਾਲਾ। ਆਪ ਕਿਰਪਾ ਕਰੋ, ਚਰਨਾਂ ਦੀ ਸ਼ਰਨ ਦਾ ਆਸਰਾ ਬਖਸ਼ ਦਿਓ ਜੀ। ਦੋਹਰਾ ਪ੍ਰੇਮਾ ਤੁਰ ਅਵਲੋਕ ਗੁਰ, ਕਹਿਤ ਲਾਲਸਾ ਜੋਏ। ਪ੍ਰੇਮ ਦੇ ਜਦੋਂ ਦੇਖਿਆ, ਪ੍ਰੇਮ ਆਤਰ, ਪ੍ਰੇਮ ਦੇ ਬਹੁਤੀ ਕਾਹਲੀ ਪਈ ਹੋਈ ਹੈ, ਦੇਖ ਕਰਕੇ ਉਹਦਾ ਪ੍ਰੇਮ ਦੇ ਵਿੱਚ ਬਹੁਤੇ ਜ਼ਿਆਦਾ ਵਿਆਕੁਲ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਚੰਗਾ ਜੋ ਤੁਹਾਡੀ ਲਾਲਸਾ ਹੈ। ਵਚਨ ਬਹੋ ਰਹੋ ਜਾਤ ਨ ਹੈ, ਕਰੀਏ ਤਸਬਿਦ ਸੋਏ। ਮੈਂ ਮੈਂ ਤੁਹਾਡਾ ਰਾਏ ਜੀ ਬਚਨ ਨਹੀਂ ਮੋੜ ਸਕਦਾ। ਉਸੇ ਤਰ੍ਹਾਂ ਕਰੋ ਜੋ ਤੁਸੀਂ ਚਾਹੁੰਦੇ ਹੋ, ਉਸੇ ਤਰ੍ਹਾਂ ਹੀ ਹੋਵੇਗਾ ਜੋ ਤੁਸੀਂ ਚਾਹੁੰਦੇ ਹੋ। ਜੋ ਪਈ ਘੜਕਾ ਚਤੁਰ ਸਰਬ ਪਰਵਾਰਾ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਸੰਗ ਕਾਫੀ ਲੰਬਾ ਹੈ, ਸਮਾਂ ਹੋ ਚੁੱਕਿਆ ਹੈ, ਸੋ ਸਰਵਣ ਕਰਾਂਗੇ ਕੱਲ ਨੂੰ।